with the This meeting is being recorded. I'll start off with little bit revising what I said last time, but अगर कोई चीज कोई specific ना चीज समझ आई होवे ते please unmute yourself and ask me right now. ਸੁਰਿੰਦਰ ਜੀ ਇੱਕ ਸਵਾਲ ਹੈ ਹਾਂਜੀ ਜਿਵੇਂ ਤੁਸੀਂ ਭਾਉ ਦਾ ਮੈਂ ਡਰਦਾ ਹੁੰਦਾ ਸੀ ਨਾ ਰੱਬ ਤੋਂ ਡਰ ਕੇ ਰਹੋ ਤੁਸੀਂ ਦੱਸਿਆ ਸੀ ਨਿਰਮਲ ਭਾਉ ਹੁੰਦਾ ਨਿਰਮਲ ਭਾਉ ਕੀ ਹੁੰਦਾ ਹਾਂਜੀ ਐਤਕੀ ਤੁਸੀਂ ਹਉਮੈ ਦਾ ਕਿਹਾ ਸੀ ਕਿ ਸ਼ੁੱਧ ਹਉਮੈ ਹੋਣੀ ਜ਼ਰੂਰੀ ਹੈ ਜ਼ਿੰਦਗੀ ਜਿਉਣ ਲਈ ਹੈ ਨਾ ਬਿਲਕੁਲ ਤੇ ਕੀ ਇਸ ਤਰ੍ਹਾਂ ਗੁਰਬਾਣੀ ਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹਨਾਂ ਤੇ ਵੀ ਕੋਈ ਲਫ਼ਜ਼ ਹੈਗੇ ਨੇ ਨਹੀਂ ਉਸ ਤਰ੍ਹਾਂ ਦੀ ਕੋਈ ਸ਼ੁੱਧ ਵਰਡ ਨਹੀਂ ਹੈ ਫॉर एग्जांपल ਕੋਈ ਕ੍ਰੋਧ ਦਾ ਕੋਈ ਉਹ ਜਿਹਾ ਨਹੀਂ ਹੈ ਕਿ ਕ੍ਰੋਧ ਥੋੜਾ ਕ੍ਰੋਧ ਇਜ਼ ਗੁੱਡ ਫॉर ਯੂ অর ਸਮਥਿੰਗ ਔਰ ਥੋੜਾ ਮੋਹ ਇਜ਼ ਗੁੱਡ ਫॉर ਯੂ ਔਰ ਥੋੜੀ ਗ੍ਰੀਡ ਇਜ਼ ਗੁੱਡ ਫॉर ਯੂ ਜੋ ਉਹ ਜੀ ਕੋਈ ਗੁਰਬਾਣੀ 'ਚ ਕੋਈ ਸੰਕੇਤ ਨਹੀਂ ਮਿਲਦੇ ਤੇ ਇਹ ਹੈ ਕਿ ਕ੍ਰੋਧ ਅਲੱਗ ਹੈ ਔਰ ਇੱਕ ਸਵਾਭਿਮਾਨ ਹੁੰਦਾ ਹੈ ਆਪਣਾ ਜਦੋਂ ਆਪਣਾ ਮਾਣ ਹੁੰਦਾ ਜਿਹੜਾ ਆਪਣੀ ਰੱਖਿਆ ਕਰਦਾ ਬੰਦੇ ਦੀ ਉਹਦੇ ਉਹ ਹੋ ਜਾਣਾ ਬੈਟਲਫੀਲਡ ਵਿੱਚ ਇੱਕ ਯੋਧੇ ਦੀ ਤਰ੍ਹਾਂ ਆਪਣੇ ਅੰਦਰੋਂ ਫੀਲਿੰਗ ਆਣੀਆਂ ਜਿਹੜੀਆਂ ਉਹ ਮਾੜੀ ਗੱਲ ਨਹੀਂ ਕਿਧਰੇ ਬਟ ਨਹੀਂ ਉਹ ਜੀ ਕੋਈ ਵਾਈਸਸ ਬਾਰੇ ਉਹ ਜੀ ਕੋਈ ਡਿਸਕਸ਼ਨ ਬਾਣੀ 'ਚ ਮੈਨੂੰ ਕਿਧਰੇ ਨਜ਼ਰ ਨਹੀਂ ਆਈ ਆਈ ਕੁਡ ਬੀ ਰੋਂਗ ਬਟ ਮੈਨੂੰ ਕਿਧਰੇ ਗੁਰਬਾਣੀ ਵਿੱਚ ਕੋਈ ਵਾਈਸਸ ਬਾਰੇ ਇਹੋ ਜੀ ਕੋਈ ਗੱਲ ਮੈਨੂੰ ਕੋਈ I have not found or I've seen anybody else find something like that ਕਿਉਂਕਿ ਜੇ ਮੋਹ ਵੀ ਨਾ ਹੋਵੇ ਤੇ ਬੱਚਿਆਂ ਨਾਲ ਵੀ ਪਿਆਰ ਫਿਰ ਉਹ ਨਹੀਂ ਉਹ ਗੱਲ ਅਲੱਗ ਹੈ ਨਹੀਂ ਮੋਹ ਤੇ ਪਿਆਰ ਵਿੱਚ ਬਹੁਤ ਵੱਡਾ ਅੰਤਰ ਹੈ ਮੋਹ ਦੀ ਡੈਫੀਨੇਸ਼ਨ ਹੈ ਉਹ ਪਿਆਰ ਜਿਹਦੇ ਵਿੱਚ ਲੈਣ ਦੇਣ ਹੋਵੇ ਉਹ ਪਿਆਰ ਜਿਹਦੇ ਵਿੱਚ ਐਕਸਪੈਕਟੇਸ਼ਨਸ ਹੋਣ ਉਹ ਪਿਆਰ ਜਿਹੜਾ ਸੱਚਾ ਨਾ ਹੋਵੇ ਉਹ ਮੋਹ ਹੈ ਆਪਣੀ ਮਨਮਰਜ਼ੀ ਦਾ ਆਪਣੀ ਮਤਲਬ ਕਿ ਸਮਥਿੰਗ ਦੈਟ ਤੁਹਾਨੂੰ ਫੁਲਫਿਲਮੈਂਟ ਵਾਸਤੇ ਜਿਹੜੀ ਚੀਜ਼ ਚਾਹੀਦੀ ਹੈ ਉਹ ਮੋਹ ਹੈ ਸੋ ਮੋਹ ਤੇ ਪਿਆਰ ਵਿੱਚ ਬਹੁਤ ਵੱਡਾ ਅੰਤਰ ਹੈ maybe one day we will address that issue separately so ਮੋਹ ਨੂੰ ਕਦੀ ਕਨਫਿਊਜ਼ ਨਾ ਕਰਨਾ ਲਵ ਨਾਲ ਤੇ ਜੇ ਲਵ ਵਿੱਚ ਐਕਸਪੈਕਟੇਸ਼ਨਸ ਹਨ ਤੇ ਫਿਰ ਉਹ ਲਵ ਨਹੀਂ ਹੈ ਮਨੇ ਕਿ ਲਵ ਵਿੱਚ you want certain things to happen and if it does not happen you get mad at the person ਫਿਰ ਉਹ ਪਿਆਰ ਨਹੀਂ ਹੈ ਰੀਅਲੀ ਉਹ ਤੁਸੀਂ ਆਪਣੀਆਂ ਜ਼ਰੂਰਤਾਂ ਨੂੰ ਪੂਰਨ ਕਰਨ ਵਾਸਤੇ ਚੀਜ਼ਾਂ ਚਾਹੀਦੀਆਂ ਤੁਹਾਨੂੰ ਮੈਨੂੰ A ਔਰ B ਦਾ ਆਪਸ ਵਿੱਚ ਪਿਆਰ ਤਦ ਤੱਕ ਹੈ ਜਦ ਤੱਕ B A ਦੀ ਗੱਲ ਸੁਣਦੀ ਹੈ ਜਾਂ ਸੁਣਦਾ ਹੈ ਤੇ ਉਹ ਜਿਹੜੇ ਉਹ ਵਾਲੇ ਲਵ ਜਿਹੜੇ ਹਨ ਜਿਹੜੇ ਉਹ ਫਿਰ ਬਹੁਤੇ ਦੇਰ ਰਹਿੰਦੇ ਨਹੀਂ ਫਿਰ ਉਹ ਵਾਲੇ ਉਹਨੂੰ ਮੋਹ ਦੀ ਡੈਫੀਨੇਸ਼ਨ ਦਿੱਤੀ ਗਈ ਹੈ ਪਿਆਰ ਨੂੰ ਮੋਹ ਦੀ ਡੈਫੀਨੇਸ਼ਨ ਨਹੀਂ ਦਿੱਤੀ ਗਈ ਸੋ ਆਪਣੇ ਹਸਬੈਂਡ ਦੇ ਵਾਈਫ ਨਾਲ ਪਿਆਰ ਹੈ ਤੇ ਬਹੁਤ ਅੱਛੀ ਗੱਲ ਹੈ ਲੇਕਿਨ ਉਹ ਪਿਆਰ ਅਗਰ ਸੀਮਤ ਹੈ ਉੱਤੇ ਆ ਜਾਓ ਮੈਂ ਉੱਤੇ ਹੀ ਕਰ ਰਹੀ ਹਾਂ ਉਹ ਪਿਆਰ ਦੇ ਵਿੱਚ ਅਗਰ ਬਹੁਤੀਆਂ ਸਾਰੀਆਂ ਕੰਡੀਸ਼ਨਸ ਆ ਗਈਆਂ ਹਨ ਫਿਰ ਉਹ ਪਿਆਰ ਨਹੀਂ ਹੈ ਉਹ ਕੁਝ ਹੋਰ ਹੈ ਫਿਰ ਉਹ ਮੋਹ ਹੈ ਔਰ ਉਹ ਮੋਹ ਤਦ ਤੱਕ ਹੈ ਉਸ ਬੰਦੇ ਨਾਲ ਜਦ ਤੱਕ ਜੇ ਬਿਕੋਜ਼ ਉਹ ਚੀਜ਼ ਕੰਡੀਸ਼ਨਸ ਨਾ ਹੋਣ ਤੇ ਫਿਰ ਉਹ ਰਹਿੰਦੀ ਨਹੀਂ ਰਿਲੇਸ਼ਨਸ਼ਿਪ ਟੁੱਟ ਜਾਂਦੀ ਹੈ ਫਿਰ ਉਹ ਇਸ ਵਾਸਤੇ ਉਹਨੂੰ ਲਵ ਦੀ ਕੈਟੇਗਰੀ 'ਚ ਨਹੀਂ ਗਿਣਿਆ ਗਿਆ ਉਸਨੂੰ ਸੋ ਮੇਬੀ ਵਨ ਡੇ ਗੁਰਬਾਣੀ ਦੀ ਹੈਲਪ ਨਾਲ ਵੀ ਕੈਨ ਡਿਫਰੈਂਸ਼ੀਏਟ ਦ ਟੂ ਬੜੀ ਕਲੀਅਰ ਡਿਸਟਿੰਕਸ਼ਨ ਹੈ ਦੋਨਾਂ ਵਿੱਚ ਐਂਡ ਵੀ ਕੈਨ ਪੁਆਇੰਟ ਆਊਟ ਦ ਡਿਫਰੈਂਸਿਸ ਗੁਰਬਾਣੀ ਦੀ ਹੈਲਪ ਲੈ ਕੇ ਸੋ ਕਿ ਮੋਰ ਅਟੈਚਮੈਂਟ ਔਰ ਲਵ ਵਿੱਚ ਬਹੁਤ ਵੱਡਾ ਫਰਕ ਹੈ ਅਟੈਚਮੈਂਟ ਵਿੱਚ ਬੰਧਨ ਹਨ ਬਹੁਤ ਜ਼ਿਆਦਾ ਅਟੈਚਮੈਂਟ ਵਿੱਚ ਹਉ ਹੈ ਬਹੁਤ ਜ਼ਿਆਦਾ ਕਿਉਂਕਿ ਉਹਦੇ ਵਿੱਚ ਮੇਰੀ ਵਾਈਫ ਹੈ ਜਾਂ ਮੇਰਾ ਬੱਚਾ ਹੈ ਜਾਂ ਮੇਰਾ ਸਭ ਕੁਝ ਹੈ ਮੇਰਾ ਘਰ ਹੈ ਮੇਰੀ ਜੌਬ ਹੈ ਇਹਦੀ ਜੜ ਕਾਜ਼ ਸਿਰਫ ਹੀ ਹਉਮੈ ਹੀ ਹੈ ਸੋ we'll address it one day Sumit difficult to understand ਇਹ ਫਾਈਨਰ ਹੈ ਨਾ ਥੋੜੇ ਜਿਹੇ philosophical fine lines ਆ ਜਾਂਦੀਆਂ ਨੇ ਕਈ ਵਾਰੀ yeah of course absolutely ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ everybody and thanks for joining again on this Saturday's Gurbani session last week we had discussed the issue of home which unfortunately is not as easy as it sounds it is to grasp the subject matter though
So today we're going to continue talking on that same subject matter, but ਗੱਲ ਕਰਨ ਤੋਂ ਪਹਿਲੇ ਜਿਹੜੀ ਪਿਛਲੇ ਜੋ ਹਫਤੇ ਦੀ ਡਿਸਕਸ਼ਨ ਵਿੱਚੋਂ ਕੋਈ ਕੁਐਸਚਨ ਹੋਵੇ ਕਿਸੇ ਨੂੰ ਤੇ ਉਹ ਤੁਸੀਂ ਬੇਤੜਕੇ ਪੁੱਛ ਲਓ ਹੁਣ without I'm going to revise a little bit of what I had just said, and then today we are focusing on ਆਸਾ ਦੀ ਵਾਰ ਦੇ ਜਿਹੜੇ 2 ਸ਼ਲੋਕ ਆਏ ਹਨ ਉਹਨਾਂ ਸ਼ਲੋਕਾਂ ਦੇ ਰਾਹੀਂ ਹੋਮੇ ਦੀ ਡੈਫੀਨੇਸ਼ਨ ਖੋਜਣ ਦੀ ਕੋਸ਼ਿਸ਼ ਕਰਾਂਗੇ। ਪਹਿਲਾ ਸ਼ਲੋਕ ਗੁਰੂ ਨਾਨਕ ਦੇਵ ਜੀ ਦਾ ਹੈ ਤੇ ਦੂਸਰਾ ਸ਼ਲੋਕ ਗੁਰੂ ਅੰਗਦ ਦੇਵ ਪਾਤਸ਼ਾਹ ਦਾ ਬਖਸ਼ਿਆ ਹੋਇਆ ਸ਼ਲੋਕ ਹੈ, ਜਿਹੜੀ ਪਹਿਲੇ ਸ਼ਲੋਕ ਨੂੰ ਫਰਦਰ ਡਿਫਾਈਨ ਕਰਦੇ ਹਨ। ਉਸਨੂੰ ਸ਼ਲੋਕ ਬਹੁਤ ਈਜ਼ੀ ਨਹੀਂ ਹਨ ਸਮਝਣੇ, ਅਨਫੋਰਚੂਨੇਟਲੀ ਡੀਪਰ ਹਨ ਉਹਦੇ ਮੀਨਿੰਗ ਤੇ that's fine, even if we get the gist out of the thing, I think we'll understand what's going on though. So if anybody has any questions, specific question from last time, ਤੁਸੀਂ ਹੁਣ ਪੁੱਛ ਲਓ ਮੇਰੇ ਕੋਲ। Otherwise, I'm going to start revising my notes that I had talked about last time. So looks like nobody has any questions, so we'll further continue. So home word ਜਿਹੜਾ ਹੈ ਉਹ ਬਣਦਾ ਹੈ ਮੈਂ ਤੋਂ, so ਮੈਂ ਹਾਂ ਜਾਂ ਮੇਰੀ ਕੁਝ ਹਸਤੀ ਹੈ, as opposed to ਮੇਰੀ ਹਸਤੀ ਨਹੀਂ ਹੈ, ਕੋਈ ਹਸਤੀ ਪ੍ਰਮਾਤਮਾ ਦੀ ਹੈ, ਨਾਮ ਦੀ ਹੈ, ਉਹ ਜਿਹੜਾ ਹਰ ਜਗ੍ਹਾ ਫੈਲਿਆ ਹੋਇਆ ਹੈ, ਉਹਦੀ ਮਰਜ਼ੀ ਹਰ ਜਗ੍ਹਾ ਚਲਦੀ ਹੈ। ਮੈਂ ਉਹਦੀ ਮਰਜ਼ੀ ਦਾ ਇੱਕ ਛੋਟਾ ਜਿਹਾ ਹਿੱਸਾ ਹਾਂ, ਉਹਦੀ ਮਰਜ਼ੀ ਦੇ ਥੱਲੇ ਚੱਲਣ ਵਾਲਾ ਹਾਂ, ਉਹਦੀ ਮਰਜ਼ੀ ਤੋਂ ਉੱਤੇ ਨਹੀਂ ਹਾਂ, ਪਰ ਫਿਰ ਵੀ ਮੇਰੀ ਇੱਕ ਪਰਸਨਲ ਚੋਇਸ ਹੈ ਉਹਦੇ ਵਿੱਚ ਫਿਰ ਵੀ ਮੇਰੀ ਇੱਕ ਪਰਸਨਲ ਡਿਸੀਜਨ ਦੀ ਚੋਇਸ ਹੈ ਜੋ ਮੈਂ ਲੈ ਸਕਦਾ ਹਾਂ ਉਹਦੇ ਵਿੱਚ। ਲੇਕਿਨ ਓਵਰਆਲ ਮੈਂ ਉਸ ਵੱਡੇ ਸਿਸਟਮ ਵਿੱਚ ਹਾਂ। ਬਹੁਤੇ ਬੰਦੇ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹਨ। ਸੋ ਹੋਣ ਦੀ ਫੀਲਿੰਗ ਹੈ ਇੱਕ ਸੈਪਰੇਸ਼ਨ ਦੀ ਫੀਲਿੰਗ ਫਰੋਮ ਦ ਬਿਗਰ ਸਿਸਟਮ ਤੋਂ, ਕਿ ਮੈਂ ਹਾਂ, ਮੇਰਾ ਨਾਮ ਸੁਰਿੰਦਰ ਹੈ ਤੇ ਮੇਰੇ ਵਿੱਚ ਕੁਝ ਕੰਮ ਕਰਨ ਦੀ ਖਮਤਾ ਹੈ। ਜੇ ਮੈਂ ਚਾਹਾਂ ਤੇ ਜਪਜੀ ਦੇ ਬੜੇ ਸਾਰੇ ਟੀਕੇ ਪੜ੍ਹ ਸਕਦਾ ਹਾਂ, ਜੇ ਮੈਂ ਚਾਹਾਂ ਤੇ ਉਹਨਾਂ ਪੜ੍ਹ ਕੇ ਦੂਸਰਿਆਂ ਨੂੰ ਸਮਝਾ ਸਕਦਾ ਹਾਂ, ਜੇ ਮੈਂ ਚਾਹਾਂ ਤੇ ਮੈਂ ਕੀਰਤਨ ਸਿੱਖ ਸਕਦਾ ਹਾਂ, ਸਿਖਾ ਵੀ ਸਕਦਾ ਹਾਂ। ਤੇ ਫਿਰ ਮੇਰੇ ਮਨ 'ਚ ਅਗਰ ਹੋਰ ਅਗਲੀ ਗੱਲ ਆ ਜਾਏ ਕਿ ਇਹ ਕਲਾਸ ਜਿਹੜੀ ਸੈਟਰਡੇ ਨੂੰ ਹੁੰਦੀ ਪਈ ਹੈ ਮੇਰੀ ਵਜ੍ਹਾ ਨਾਲ ਹੋ ਰਹੀ ਹੈ, ਮੈਂ ਹੀ ਮਿਹਨਤ ਕਰਦਾ ਹਾਂ ਤੇ ਮੈਂ ਹੀ ਕਰਦਾ ਹਾਂ ਸਾਰਾ ਕੁਝ। ਦੇਖੋ ਸਵੇਰੇ ਉੱਠਦਾ ਹਾਂ ਜਲਦੀ ਜਾਂ ਰਾਤੀ ਲੇਟ ਸੌਂਦਾ ਹਾਂ ਤੇ ਕਿਤਾਬਾਂ ਪੜ੍ਹ ਕੇ ਨੋਟਸ ਬਣਾਏ ਹਨ, ਉਸ ਨੋਟ ਤੋਂ ਫਿਰ ਮੈਂ ਸਾਰਾ ਸਿੱਖਿਆ ਹੈ ਸਾਰਾ ਕੁਝ। ਫਿਰ ਮੈਂ ਅੱਗੇ ਹੋਰ ਇੱਕ ਲੈਵਲ ਲੈ ਜਾਵਾਂ ਉਸ ਤੋਂ, ਤੇ ਮੈਂ ਫਿਰ ਹੁਣ ਕਿਉਂਕਿ ਮੈਂ ਕਰ ਰਿਹਾ ਸਾਰਾ ਕੁਝ ਤੇ ਮੇਰੇ ਵੱਸ ਵਿੱਚ ਹੈ ਸਾਰਾ ਕੁਝ, ਮੇਰੇ ਵੱਸ ਵਿੱਚ ਹੈ ਸਮਝਣਾ, ਮੇਰੇ ਵੱਸ ਵਿੱਚ ਹੈ ਸਮਝਾਉਣਾ। ਇਨਫੈਕਟ ਜੇ ਕੋਈ ਨਾ ਸਮਝੇ ਤੇ ਉਹਦਾ ਦੋਸ਼ ਵੀ ਕਈ ਵਾਰੀ, ਇਹ ਮੇਰੇ ਨਾਲ ਬੜੀ ਵਾਰੀ ਹੁੰਦਾ ਹੈ, ਉਹਦਾ ਦੋਸ਼ ਵੀ ਕਈ ਵਾਰੀ ਮੈਂ ਆਪਣੇ ਆਪ ਨੂੰ ਦੇ ਦੇਣਾ। ਹਾਂਜੀ, ਹਾਲੇ ਵੀ ਗੱਲ ਮੈਂ ਕਮਲ ਨੂੰ ਬੜੀ ਦੇਰ ਦੀ ਸਮਝਾਉਣ ਦੀ ਕੋਸ਼ਿਸ਼ ਕੀਤੀ, ਦੇਖੋ ਹਾਲੇ ਵੀ ਦਿੱਕਤ ਆ ਰਹੀ ਹੈ ਸਮਝੇ, ਮੇਰੇ ਸਮਝਾਉਣ 'ਚ ਕੁਝ ਖੋਟ ਸੀ ਕੋਈ, ਜਾਂ ਮੈਂ ਕਹਾਂ ਕਿ ਉਹ ਸਮਝ ਨਹੀਂ ਆ ਰਹੀ, ਕਿਉਂ ਨਹੀਂ ਸਮਝ ਆ ਰਹੀ ਯਾਰ, ਕੋਈ ਮੁਸ਼ਕਿਲ ਥੋੜੀ ਨਾ ਗੱਲ ਕੋਈ, what's the problem ਇੱਥੇ ਕੀ ਹੈ, ਉਸ ਵੱਡੇ ਹੁਕਮ ਨੂੰ ਨਾ ਜਾਣਨਾ। ਹਾਂਜੀ, ਮੈਂ ਮੇਰੀ ਦੇ ਚੱਕਰ ਵਿੱਚ ਹਮੇਸ਼ਾ ਪਏ ਰਹਿਣਾ। ਹਾਲੇ ਇਹ ਨਹੀਂ ਮੈਂ ਕਹਿੰਦਾ ਪਿਆ ਕਿ ਮੈਂ ਹੀ ਬੈਸਟ ਆ, ਹਾਲੇ ਉਸ ਲੈਵਲ ਤੱਕ ਨਹੀਂ ਪਹੁੰਚਿਆ, ਪਰ ਜੇ ਲੈਵਲ ਬਹੁਤਾ ਦੇਰ ਚੱਲਦੀ ਜੇ, ਇਹ ਵਾਲੀ ਥਿੰਕਿੰਗ ਮੈਂ ਮੇਰੀ ਵਾਲੀ ਬਹੁਤ ਦੇਰ ਚੱਲ ਜਾਏ ਅਗਰ, ਤੇ ਫਿਰ ਪ੍ਰੋਬਲਮਸ ਬੜੀਆਂ ਵੱਡੀਆਂ ਹਨ, ਫਿਰ ਹੋਰ ਵੱਡੀਆਂ ਇਸ਼ੂਜ਼ ਹਨ, ਫਿਰ ਇਸ਼ੂਜ਼ ਆ ਜਾਂਦੀਆਂ ਹਨ, ਮੇਰੇ ਤੋਂ ਵੱਡਾ ਕੋਈ ਨਹੀਂ, ਫਿਰ ਮੈਂ ਹੀ ਬੈਸਟ ਹਾਂ, ਹੋਰ ਸਾਰੇ ਨਹੀਂ ਇੰਨੇ ਸਮਾਰਟ, ਫਿਰ ਉਹ ਫੀਲਿੰਗ ਫਿਰ ਕਰਦਿਆਂ ਇੱਕ ਟਾਈਮ ਆ ਜਾਂਦਾ ਕਿ ਉਹ ਬੰਦਾ ਫਿਰ ਅਹੰਕਾਰੀ ਹੋ ਜਾਂਦਾ ਬਹੁਤ ਜ਼ਿਆਦਾ, ਫਿਰ ਉਹ ਈਗੋਇਸਟਿਕ ਫੀਲਿੰਗ ਨਾਲ ਭਰ ਜਾਂਦਾ, ਫਿਰ ਉਹ ਕਹਿੰਦਾ ਕਿ ਮੈਂ ਹੀ ਹਾਂ ਬਸ, ਫਿਰ ਹੋਰ ਕੋਈ ਨਹੀਂ ਦੂਜਾ, ਹੋਰ ਮੇਰੇ ਵਰਗਾ ਕੋਈ ਨਹੀਂ ਹੋਰ, ਫਿਰ ਗੁਰਬਾਣੀ ਵਿੱਚ ਅਹੰਕਾਰੀ ਦੀ ਬੜੀਆਂ ਡੈਫੀਨੇਸ਼ਨ ਆਈਆਂ ਹਨ, ਆਪ ਪੜ੍ਹ ਸਕਦੇ ਹੋ ਤੁਸੀਂ, ਸ਼ਲੋਕ ਸੰਸਕ੍ਰਿਤੀ 'ਚ ਆਈਆਂ ਹਨ। ਤੇ ਉਸ ਤੋਂ ਇਲਾਵਾ ਤੁਸੀਂ ਦੇਖੋਗੇ ਗੁਰਬਾਣੀ ਵਿੱਚ ਕਈ ਬੰਦਿਆਂ ਦੀਆਂ, ਰਾਵਣ ਦੇ ਉੱਤੇ ਅਹੰਕਾਰੀ ਦੀ ਤੇ ਰਾਵਣ ਤੇ ਦੁਰਯੋਧਨ ਦੀ ਬੜੀਆਂ ਐਗਜ਼ਾਮਪਲ ਆਈਆਂ ਹਨ, ਹਿੰਦੂ ਮਾਈਥੋਲੋਜੀ ਵਿੱਚੋਂ, ਕਿ ਰਾਵਣ ਬੜਾ ਸੀ, ਇੱਕ ਅਭਿਮਾਨੀ ਬੰਦਾ ਸੀ, ਬੜਾ ਮੇਰੇ ਨਾਲ ਕੁਝ ਨਹੀਂ ਹੋ ਸਕਦਾ। ਸੋ ਉਹ ਫੀਲਿੰਗ ਜਿਹੜੀ ਹੈ ਡਿਫਰੈਂਟ ਹੈ। ਹਾਂ ਦੀ ਫੀਲਿੰਗ ਇਹ ਹੈ ਕਿ ਮੈਂ ਪ੍ਰਮਾਤਮਾ ਨੂੰ ਮੰਨਦਾ ਤੇ ਹੈ ਕਿ ਪ੍ਰਮਾਤਮਾ ਹੈ, ਬਾਣੀ ਨੂੰ ਮੰਨਦਾ ਤੇ ਹੈ ਕਿ ਬਾਣੀ ਹੈ, ਗੁਰੂ ਨੂੰ ਮੰਨਦਾ ਤੇ ਹਾਂ ਤੇ ਗਾਣੀ ਹੈ, ਪਰ ਇਹ ਨਹੀਂ ਮੰਨਦਾ ਮੈਂ ਕਿ ਇਹ ਨਹੀਂ
if everybody can mute themselves, I'll really appreciate it. But ਇਹ ਮੰਨਣ ਨੂੰ ਤਿਆਰ ਨਹੀਂ ਆ ਮੈਂ ਕਿ ਮੈਂ ਉਹਦੀ ਮਰਜ਼ੀ ਦੇ ਅਧੀਨ ਆ, ਮੈਂ ਉਹਦੇ ਸਿਸਟਮ ਦੇ ਵਿੱਚ ਹਾਂ। ਹਾਂਜੀ, ਜੇ ਮੇਰੇ ਤੇ ਕਿਰਪਾ ਨਾ ਹੋਵੇ ਤੇ ਮੈਂ ਬਾਣੀ ਪੜਨ ਦਾ ਜਾਂ ਸਮਝਣ ਦਾ ਮੇਰੇ ਚ ਉਦਮ ਨਾ ਆਏ ਮੇਰੇ ਚ। ਜੇ ਉਹਦੀ ਕਿਰਪਾ ਨਾ ਹੋਵੇ ਤੇ ਤੁਸੀਂ ਆ ਨਾ ਸਕੋ ਸੁਣਨ। ਜੇ ਉਹਦੀ ਮਿਹਰ ਨਾ ਹੋਵੇ ਤੇ ਆ ਕੇ ਵੀ ਤੁਹਾਡਾ ਧਿਆਨ ਕਿਧਰੇ ਹੋਰ ਹੀ ਲੱਗੇਗਾ। ਫਿਰ ਜੇ ਉਹਦੀ ਕਿਰਪਾ ਨਾ ਹੋਏ ਆ ਕੇ ਵੀ ਧਿਆਨ ਵੀ ਕਿਧਰੇ ਹੋਰ ਲੱਗੇਗਾ ਤੇ ਨੀਵੇਂ ਪਾਸੇ ਜਾਏਗਾ। ਜੇ ਉਹਦੀ ਕਿਰਪਾ ਨਾ ਹੋਵੇ ਤੇ ਬੈਸਟ ਵੀ ਸਮਝਾਇਆ ਹੋਇਆ ਤੁਹਾਨੂੰ ਸਮਝ ਨਾ ਆ ਸਕੇ ਸਾਰਾ। ਸੋ ਇਹ ਅਗਰ ਇਹੋ ਜਿਹੀ ਫੀਲਿੰਗਸ ਅਗਰ ਹੈਣ ਤੇ ਸਮਝ ਲਓ ਹੋਮ ਵਾਲੀ ਫੀਲਿੰਗ ਘੱਟ ਹੈ। I don't know what other examples to give, ਲੇਕਿਨ ਮੈਂ ਹੁਣ ਗੁਰਬਾਣੀ ਚੋਂ ਐਗਜ਼ਾਮਪਲ ਲਵਾਂਗਾ ਤੇ ਹੋਮ ਵਾਲੇ ਦੀ ਬਿਰਤੀ ਬੜੀ ਡਿਫਰੈਂਟ ਹੁੰਦੀ ਹੈ। ਹੋਂ ਜਿਹਦੇ ਚ ਨਾ ਹੋਵੇ ਹੋਂ, ਫॉर ਐਗਜ਼ਾਮਪਲ ਉਹ ਸੋਚਦਾ ਇਸ ਤਰ੍ਹਾਂ ਹੈ ਕਿ ਇਹ ਸਰੀਰ ਮੇਰਾ ਨਹੀਂ ਹੈ, ਇਹ ਦਿੱਤਾ ਹੋਇਆ ਹੈ ਮੇਰਾ, ਅੱਖਾਂ ਮੇਰੀਆਂ ਨਹੀਂ ਹੈ, ਨੱਕ ਮੇਰੀ ਨਹੀਂ ਹੈ, ਦਿਮਾਗ ਮੇਰਾ ਨਹੀਂ ਹੈ, ਇਹ ਗਿਫਟ ਆਈ ਹੈ ਕਿਸੇ ਤੋਂ। ਬੱਚੇ ਮੇਰੇ ਨਹੀਂ ਹੈ, ਬੱਚਿਆਂ ਦਾ ਸਰੀਰ ਮੇਰਾ ਨਹੀਂ ਹੈ, ਉਹਨਾਂ ਚੋਂ ਜੋ ਕੁਝ ਹੋ ਜਾਂਦਾ ਹੈ ਤੇ ਮੇਰੇ ਵੱਸ ਚ ਨਹੀਂ ਹੈ। ਵਾਈਫ ਮੇਰੀ ਨਹੀਂ ਹੈ, ਉਹਦਾ ਸਰੀਰ ਮੇਰਾ ਨਹੀਂ ਹੈ, ਜਾਂ ਹਸਬੈਂਡ ਮੇਰਾ ਨਹੀਂ ਹੈ, ਉਹਦਾ ਸਰੀਰ ਮੇਰਾ ਨਹੀਂ ਹੈ। ਮੇਰੇ ਕਲੋਜ਼ ਹੈ, ਜੇ ਉਹਨੂੰ ਕੁਝ ਹੋ ਜਾਂਦਾ ਹੈ ਸਰੀਰਕ ਤੌਰ ਤੇ ਉੱਤੇ ਤੇ ਉਹ ਉਹਦੀ ਮਰਜ਼ੀ ਨਾਲ ਹੋ ਰਿਹਾ, ਤੁਹਾਡੀ ਮਰਜ਼ੀ ਨਾਲ ਨਹੀਂ ਹੋ ਰਿਹਾ। ਹਾਂਜੀ, ਉਹ ਹੋਂ ਵਾਲਾ ਜਿਹੜਾ ਬੰਦਾ ਉਂਝ ਨਹੀਂ ਸੋਚ ਸਕਦਾ। ਹੋਂ ਵਾਲਾ ਬੰਧਨ ਵਿੱਚ ਹੈ, ਇਸ ਵਾਸਤੇ ਉਹ ਆਪਣੇ ਤੇ ਗੱਲ ਲਾ ਲੈਂਦਾ ਕਿ ਕਿਉਂ ਹੋ ਰਿਹਾ ਉਂਝ। ਤੇ ਉਹ ਬੱਚੇ ਨਹੀਂ ਹਨ ਤੁਹਾਡੇ, ਬੱਚੇ ਕਿਸੇ ਹੋਰ ਦੇ ਹਨ, ਸਰੀਰ ਵੀ ਉਹਨਾਂ ਦਾ ਕਿਸੇ ਹੋਰ ਦਾ ਹੈ, ਗਿਫਟ ਮਿਲੀ ਹੈ ਤੁਹਾਨੂੰ, ਜਦੋਂ ਮਰਜ਼ੀ ਵਾਪਸ ਲੈ ਲਵੇ। ਜਦੋਂ ਜਿਹੜੀਆਂ ਚੀਜ਼ਾਂ ਤੁਹਾਨੂੰ ਨਜ਼ਰ ਆ ਰਹੀਆਂ, ਦ੍ਰਿਸ਼ਟ ਤੇ ਅਨਦ੍ਰਿਸ਼ਟ ਦੋਨੋਂ ਦੇਖਣ, ਜਿਹੜੀਆਂ ਦਿਖ ਰਹੀਆਂ ਜਿਹੜੀਆਂ ਨਹੀਂ ਦਿਖ ਰਹੀਆਂ, ਇਹ ਵੀ ਸਾਰੀਆਂ ਗਿਫਟ ਹਨ, ਤੁਹਾਡੀਆਂ ਨਹੀਂ ਹਨ। ਘਰ ਤੁਹਾਡੇ ਨਹੀਂ ਹਨ, ਪੈਸੇ ਨਹੀਂ ਹਨ ਤੁਹਾਡੇ, ਜਦੋਂ ਚਾਹੇ ਲੈ ਲਵੇ। ਬੱਚੇ ਨਹੀਂ ਹਨ ਤੁਹਾਡੇ, ਉਹ ਵੀ ਉਹਦੇ ਹਨ। ਦਿੱਤਾ ਸਰੀਰ, ਜਿਹੜਾ ਆਪਣਾ ਸਰੀਰ ਤੁਹਾਡਾ ਮਿਲਿਆ ਹੋਇਆ, ਇਹ ਵੀ ਤੁਹਾਡਾ ਨਹੀਂ ਹੈ। ਇਹਦੇ ਉੱਤੇ ਕੰਟਰੋਲ ਕਿਸੇ ਹੱਦ ਤੱਕ ਇੱਕ ਵੱਡੀ ਪਾਵਰ ਦਾ ਹੈ। ਕਦੋਂ ਕੋਈ ਕਿਸੇ ਨੂੰ ਕੀ ਬਿਮਾਰੀ ਲੱਗ ਜਾਏ, ਕਦੋਂ ਕਿਸੇ ਨੂੰ ਕੀ ਹੋ ਜਾਏ, ਕਦੋਂ ਕਿਸੇ ਨੂੰ ਕੌਣ ਇੰਜਰਡ ਹੋ ਜਾਏ, ਇਹ ਵੀ ਤੁਹਾਡੇ ਹੱਥ ਨਹੀਂ ਹੈ। ਸੋ ਸਭ ਕੁਝ ਪ੍ਰਮਾਤਮਾ ਦੇ ਉਸ ਵੱਡੇ ਨਾਮ ਦੇ ਦਾਇਰੇ ਵਿੱਚ, ਜਿਹੜਾ ਵੱਡੇ ਯੂਨੀਵਰਸ ਵਿੱਚ, ਜਿਹੜਾ ਹਰ ਜਗ੍ਹਾ ਉਹਦੀ ਤਾਕਤ ਚੱਲਦੀ ਹੈ, ਸਭ ਉਹਦੇ ਹਵਾਲੇ ਹੈ। ਇਹੋ ਜਿਹੀ ਬਿਰਤੀ ਅਗਰ ਆਣੀ ਸ਼ੁਰੂ ਹੋ ਜਾਏ ਕਿਸੇ ਚ, ਔਖੀ ਹੈ ਆਣੀ ਲੇਕਿਨ ਬਹੁਤ। ਕਲਾਸ ਵਿੱਚ ਬੈਠਿਆ ਹੋਇਆ ਥੋੜੀ ਦੇਰ ਵਾਸਤੇ ਆ ਜਾਏ, ਲੇਕਿਨ ਲੌਂਗ ਟਰਮ ਇਹੋ ਜਿਹੀ ਬਿਰਤੀ ਵਾਲਾ ਸੋਚਣ, ਭਗਤ ਸੋਚਦੇ ਹਨ ਜਿਹਨੂੰ। ਇਸੀ ਵਾਸਤੇ ਭਗਤਾਂ ਨੂੰ ਇਸ ਸਰੀਰ ਨਾਲ ਜਾਂ ਕਿਸੇ ਦੂਸਰੇ ਦੇ ਸਰੀਰ ਨਾਲ ਬਹੁਤਾ ਮੋਹ ਨਹੀਂ ਹੈ। ਬਹੁਤਾ ਬੜਾ ਕੁਝ ਆਲੇ ਦੁਆਲੇ ਖਰਾਬ ਵੀ ਚੱਲ ਰਿਹਾ ਹੋਏ ਤੇ ਉਹਨਾਂ ਤੇ ਬਹੁਤਾ ਅਸਰ ਨਹੀਂ ਪੈਂਦਾ। ਉਹਨਾਂ ਤੇ ਜਿਹੜੇ ਪ੍ਰਮਾਤਮਾ ਨਾਲ ਬਹੁਤਾ ਜੁੜੇ ਹੁੰਦੇ ਨੇ, ਉਹਨਾਂ ਤੇ ਅਸਰ ਔਨ ਅ ਡਿਗਰੀ ਆਫ 1 to 10 ਦੇ ਵਿੱਚ ਲੈਵਲ 2 3 ਦਾ ਜਾਂ 1 ਦਾ ਅਸਰ ਪੈਂਦਾ। ਨਹੀਂ ਸੋਚਦੇ ਉਹ ਜੋ ਕਿਉਂ ਨਹੀਂ ਸੋਚਦੇ? ਕਿਉਂਕਿ ਉਹਨਾਂ ਵੱਡੇ ਨਾਲ ਪਿਆਰ ਹੈ, ਉਹਨਾਂ ਨੂੰ ਸਮਝ ਆ ਗਈ ਇਸ ਗੱਲ ਨੂੰ। ਸੋ ਇਸ ਥਿੰਕਿੰਗ ਦੇ, ਇਸ ਥਾਟ ਪ੍ਰੋਸੈਸ ਨੂੰ ਦੇਖਦਿਆਂ ਹੋਇਆਂ, ਅਗਰ ਹੋਰ ਕੋਈ ਕੁਐਸਚਨ ਨਾ ਹੋਵੇ ਅਗਰ, ਤੇ ਆਈ ਐਮ ਗੋਇੰਗ ਟੂ ਪ੍ਰੈਜ਼ੈਂਟ ਮਾਈ ਗੁਰੂਜ਼ ਐਕਸਪਲੇਨੇਸ਼ਨ ਆਫ ਹੋਮ। I'm going to, instead of me saying it again and again, let my Guru explain, let Guru Nanak Dev Ji explain what home is, ਆਸਾ ਦੀ ਵਾਰ ਵਿੱਚ ਉਸ ਹੋਮ ਵਾਲੀ ਪੌੜੀ ਦੀ ਅੱਜ ਸ਼ਲੋਕ ਦੀ ਅੱਜ we will go through it. It'll take some time, but I'm not in a rush. I'm stopping for a second. ਕੋਈ question ਹੋਵੇ ਤੇ ਪੁੱਛ ਲਓ, ਨਹੀਂ ਤੇ I'm going to share my screen right now. Okay, I'm going to share my screen. ਤੇ ਇਹ ਸ਼ਲੋਕ ਆਸਾ ਦੀ ਵਾਰ ਦੀ ਬਾਣੀ ਵਿੱਚ ਹੈ। ਪੜ੍ਹਦੇ ਹੋ ਰੋਜ਼ ਜਿਹੜੇ can somebody just unmute themselves and tell me ਕਿ ਇਹ ਸ਼ਲੋਕ ਨਜ਼ਰ ਆ ਰਿਹਾ ਹੈ ਤੁਹਾਨੂੰ? ਹਾਂਜੀ ਵੀਰ ਜੀ, ਆ ਹਾਂਜੀ। ਸ਼ਲੋਕ ਮਹਲਾ ਪਹਿਲਾ। ਸੋ ਇੱਥੇ ਤੁਸੀਂ ਦੇਖੋਗੇ ਕਿ ਪੂਰੇ ਸ਼ਲੋਕ ਵਿੱਚ, and do you see my cursor though when I move this arrow up and down? Is that also visible? Yes. Okay. ਤੁਸੀਂ ਨੋਟਿਸ ਕਰੋਗੇ ਕਿ ਇਹ ਸਾਰੇ, ਉਹ ਪਹਿਲਾ ਹੋਂ ਜਿਹੜਾ ਉਹ ਕਾਮਨ ਹੈ ਤੇ ਵਿੱਚ ਜਿਹੜਾ ਹੈ ਇਹ ਵੀ ਕਾਮਨ ਹੈ। ਹਾਂਜੀ, ਸਾਰਿਆਂ ਵਿੱਚ ਹੋਂ ਵੀ ਆਏਗਾ ਤੇ ਵਿੱਚ ਆਏਗਾ ਵਿਚਕਾਰ। ਹਾਂਜੀ, ਤੇ ਇਹ ਇੱਕ ਕਾਮਨ ਹੈ ਵਿੱਚ, ਕਿਉਂਕਿ ਪ੍ਰੈਪੋਜੀਸ਼ਨ ਹੈ ਅੰਦਰ ਜਾਂ ਹੋਂ ਵਿੱਚ ਜਾਂ ਹੋਂ ਦੁਆਰਾ, ਤੇ ਜਿਹੜਾ ਬੰਦਾ ਹੋਂ ਵਿੱਚ ਹੁੰਦਾ ਹੈ, ਜਿਹਦੀ ਸੋਚਣੀ ਜਿਹੜੀ ਹੈ ਅਸਰਸ਼ਨ ਵਾਲੀ, ਹੋਂ ਵਾਲੀ ਹੁੰਦੀ ਹੈ ਜਿਹੜੀ, ਉਹ ਅਨਫੋਰਚੂਨੇਟਲੀ ਉਹ ਇਹ ਸੋਚਦਾ ਹੈ ਕਿ ਮੈਂ ਆਇਆ ਹਾਂ ਇਸ ਦੁਨੀਆ ਵਿੱਚ ਤੇ ਮੈਂ ਇੱਕ ਦਿਨ ਚਲਾ ਜਾਵਾਂਗਾ ਇੱਥੋਂ। ਹੋਂ ਵਿੱਚ ਆਇਆ ਤੇ ਹੋਂ ਵਿੱਚ ਗਿਆ। ਉਹ ਆਂਦਾ ਵੀ ਹੈ ਤੇ ਇੱਕ
ਇੰਡੀਵਿਜੂਅਲਿਸਟਿਕ ਫੀਲਿੰਗ ਜਦੋਂ ਥੋੜੀ ਦੇਰ ਬਾਅਦ ਸਟਰੋਂਗ ਹੋ ਜਾਂਦੀ ਹੈ, ਸੋਚਦਾ ਹੈ ਕਿ ਸੁਰਿੰਦਰ ਦੁਨੀਆ 'ਚ ਆਇਆ ਹੈ ਤੇ ਸੁਰਿੰਦਰ ਇੱਕ ਵਾਰੀ ਚਲਾ ਜਾਏਗਾ ਇੱਥੋਂ। ਮੂਰਖ ਨੂੰ ਇਸ ਗੱਲ ਦੀ ਸਮਝ ਨਹੀਂ ਪੈਂਦੀ ਕਿ ਸੁਰਿੰਦਰ ਜਾਂ ਕੋਈ ਵੀ ਬੰਦਾ, ਤੇਰੇ ਜਨਮ ਤੋਂ ਪਹਿਲੇ ਵੀ ਤੂੰ ਕਿਧਰੇ ਗਿਆ ਨਹੀਂ ਸੀ, ਤੇਰੀ ਆਤਮਾ ਫਿਰ ਵੀ ਸੀ। ਕਿੱਥੇ ਸੀ ਇਹ ਨਹੀਂ ਪਤਾ, ਜਾਂ ਕਿਹਦੇ ਵਿੱਚ ਮਿਲੀ ਹੋਈ ਸੀ ਇਹ ਨਹੀਂ ਪਤਾ, ਤੇ ਤੇਰੇ ਸਰੀਰ ਦੇ ਨਸ਼ਟ ਹੋਣ ਤੋਂ ਬਾਅਦ ਵੀ ਤੂੰ ਰਹਿਣਾ ਹੈ ਇੱਥੇ, ਤੂੰ ਨਹੀਂ ਕਿਧਰੇ ਜਾਣਾ। ਤੂੰ ਕਿੱਥੇ ਜਾਏਗਾ ਸਾਨੂੰ ਪਤਾ ਨਹੀਂ, ਕਿਹੜੀ ਆਤਮਾ ਜਾਏਗਾ, ਕਿੱਥੇ ਹੋਏਗਾ, ਪਰ ਆਤਮਾ ਕਿਧਰੇ ਜਾਂਦੀ ਨਹੀਂ ਕਿਧਰੇ। ਆਤਮਾ ਬੁੱਢੀ ਨਹੀਂ ਹੁੰਦੀ, ਆਤਮਾ ਜਵਾਨ ਨਹੀਂ ਹੁੰਦੀ। ਲੈਟ ਮੀ ਗਿਵ ਯੂ ਐਨ ਐਗਜ਼ਾਮਪਲ, ਗੁਰਬਾਣੀ 'ਚ ਬੜੇ ਐਗਜ਼ਾਮਪਲ ਆਏ ਨੇ ਇਹਦੇ ਬਾਰੇ। ਅਗਰ ਕੋਈ ਇੱਥੇ, I am in my early 60s now, I'm 62, ਲੇਕਿਨ let's say somebody is 85-90 years old, ਹਾਂਜੀ, ਤੇ ਉਸ ਬੰਦੇ ਨੂੰ ਕਹੋ ਯਾਰ ਤੇਰਾ ਸਰੀਰ ਤੇ ਹੁਣ ਬੁੱਢਾ ਹੋ ਗਿਆ, ਅੱਖਾਂ 'ਚੋਂ ਰੋਸ਼ਨੀ ਨਹੀਂ ਹੈ, ਹੱਥਾਂ 'ਚੋਂ ਤਾਕਤ ਨਹੀਂ ਹੈ, ਪੈਰਾਂ 'ਚੋਂ ਤਾਕਤ ਨਹੀਂ ਹੈ, ਪਰ ਤੁਸੀਂ ਜੋ ਅੰਦਰ ਹੋ, ਜੋ ਸੋਚ ਰਹੇ ਹੋ, ਜੋ ਤੁਹਾਡੀ ਹੋਣ ਦੀ ਅੰਦਰਲੀ ਫੀਲਿੰਗ, ਜੋ ਤੁਸੀਂ ਅੰਦਰ ਜਿਹੜੀ ਆਤਮਾ ਜਿਹੜੀ ਤੁਹਾਡੀ ਬੈਠੀ ਹੋਈ ਹੈ, ਜੋ ਤੁਸੀਂ ਹੋ, ਉਹ ਜੋ 7 ਸਾਲ ਦੀ ਅਵਸਥਾ ਵਿੱਚ ਸੀ, ਉਹ ਹੁਣ ਵੀ 85 ਸਾਲ ਦੀ ਅਵਸਥਾ 'ਚ, ਉਹਦੇ 'ਚ ਕੋਈ ਫਰਕ ਨਹੀਂ ਹੈ। ਤੁਸੀਂ ਆਪਣੇ ਆਪ ਨੂੰ ਕਦੀ ਸੋਚ ਕੇ ਦੇਖੋ ਕਿ ਟੇਕ ਯੋਰਸੈਲਫ ਟੂ ਸੈਕੰਡ ਗ੍ਰੇਡ ਕਲਾਸ, ਜਿਹੜੀ ਸੈਕੰਡ ਗ੍ਰੇਡ ਵਿੱਚ ਸੀ ਤੁਸੀਂ ਜਦੋਂ, ਅਗਰ ਤੁਹਾਡੀ ਉਮਰ ਮਿਡ 60s ਵਿੱਚ ਵੀ ਹੈ, ਤਾਂ ਉਹ ਸੈਕੰਡ ਗ੍ਰੇਡ ਵਾਲਾ ਜਾਂ ਗ੍ਰੇਡ ਵਾਲੀ ਦੀ ਅੰਦਰਲੀ ਜਿਹੜੀ ਭਾਵ ਸੀ, ਜਿਹੜਾ ਉਹ ਅੱਜ ਦਾ ਅੰਦਰਲੇ ਭਾਵ 'ਚ ਕੋਈ ਫਰਕ ਨਹੀਂ ਹੈ ਨਾ। ਉਹ ਨਹੀਂ ਥੱਕਿਆ ਹੋਇਆ, ਦਿਮਾਗ ਤੁਹਾਡਾ ਥੱਕਿਆ ਹੋਇਆ, ਉਹਦੇ ਹੱਥ ਪੈਰ ਨਹੀਂ ਹਨ, ਉਹ ਨਹੀਂ ਥੱਕ ਸਕਦਾ ਕਦੀ ਵੀ। ਉਹ ਰਾਮ ਦਾ ਅੰਸ਼ ਹੈ ਆਤਮਾ। ਉਹ ਮਰਨ ਤੋਂ ਬਾਅਦ ਵੀ ਉਸਨੇ ਕਿਧਰੇ ਚਲੇ ਜਾਣਾ ਹੈ, ਉਹ ਤੁਹਾਡੇ ਨਾਲ ਨਹੀਂ ਹੈ ਉਸ ਸਰੀਰ ਵਿੱਚ, ਪਰ ਉਹ ਨਾ ਆਇਆ ਹੈ ਤੇ ਨਾ ਗਿਆ ਹੈ। ਲੇਕਿਨ ਇਨਸਾਨ ਮੂਰਖ ਜਦੋਂ ਆਂਦਾ ਵਿੱਚ ਹੋਣ ਦੀ ਫੀਲਿੰਗ ਦੇ ਕਾਰਨ, ਇਹ ਮੂਰਖ ਇਹ ਸਮਝਦਾ ਹੈ ਕਿ ਮੈਂ ਆਇਆ ਹਾਂ ਤੇ ਮੈਂ ਵਿੱਚ ਜਾਵਾਂਗਾ। ਇਸੇ ਵਾਸਤੇ ਨਾਲ ਫਿਰ ਜੰਮਿਆ ਤੇ ਮੂਆ ਵੀ ਲਿਖ ਦਿੱਤਾ ਹੈ ਨਾਲ, ਹੋਂ ਵਿੱਚ ਜੰਮਿਆ ਹੋਂ ਵਿੱਚ ਮੂਆ। ਤੇ ਜਦੋਂ ਹੋਣ ਦੀ ਫੀਲਿੰਗ ਬਹੁਤ ਹੀ ਸਟਰੋਂਗ ਹੋਵੇ ਤੇ ਮੂਰਖ ਸਮਝਦਾ ਹੈ ਕਿ ਮੈਂ ਜੰਮਿਆ ਹਾਂ, ਮੇਰਾ ਜਨਮ ਹੋਇਆ ਹੈ, ਤੇਰਾ ਜਨਮ ਨਹੀਂ ਹੋਇਆ। ਸੁਖਮਨੀ ਵਿੱਚ ਆਈਆਂ ਲਾਈਨਾਂ, ਨਾ ਕਿ ਜਨਮੇ ਨਾ ਕਿਛ ਮਰਿਆ, ਤੂੰ ਨਹੀਂ ਜੰਮਿਆ ਤੇ ਨਾ ਤੂੰ ਮਰਨਾ ਹੈ। ਇਸ ਵਾਸਤੇ ਭਗਤ ਜਨਾਂ ਨੂੰ ਮਰਨ ਦਾ ਡਰ ਨਹੀਂ ਹੈ, ਪਰਮਾਤਮਾ ਨੂੰ ਜੁੜੇ ਹੋਣ ਨਾਲ ਭਉ ਨਹੀਂ ਹੈ, ਮਰਨ ਦਾ ਡਰ ਨਹੀਂ ਹੈ ਮਰਨ ਦਾ। ਕਿਉਂ? ਕਿਉਂਕਿ ਉਹਨਾਂ ਨੂੰ ਪਤਾ ਹੈ ਕੁਝ ਨਹੀਂ ਹੋਣਾ ਮੈਨੂੰ। ਗੁਰਮੁਖ ਜਨਾਂ ਨੂੰ ਪਤਾ ਹੈ ਇਸ ਗੱਲ ਦਾ। ਤੇ ਹੋਣ ਦੀ ਫੀਲਿੰਗ ਜ਼ਿਆਦਾ ਹੋ ਜਾਵੇ ਤੇ ਫਿਰ ਜਦੋਂ ਦੇਂਦਾ ਹੈ ਹੋਮ ਵਿੱਚ ਦਿੱਤਾ, ਅਨਫੋਰਚੂਨੇਟਲੀ ਇਹ ਸਾਰੇ ਅਸੀਂ ਕਰਦੇ ਹਾਂ, ਕਿਉਂਕਿ ਹੋਮ ਦੀ ਫੀਲਿੰਗ ਨਾਲ ਦਿੱਤਾ ਹੋਇਆ ਦਾ ਇਹ ਮੀਨਿੰਗ ਹੁੰਦੇ ਨੇ ਕਿ ਮੈਂ ਗੁਰਦੁਆਰੇ $500 ਦਾ ਚੈੱਕ ਦਿੱਤਾ ਹੈ, ਇਹ ਮੇਰੀ ਕਮਾਈ ਚੋਂ ਆਇਆ ਹੈ, ਮੈਂ ਦਿੱਤੇ ਹਨ ਪੈਸੇ, ਮੈਂ ਦਿੱਤੇ ਹਨ ਪੱਖੇ ਲਗਾਉਣ ਦੇ ਪੈਸੇ। ਅੱਜ ਕੱਲ ਇੰਡੀਆ 'ਚੋਂ ਮੈਂ ਦੇਖਿਆ ਨਾ, ਉੱਤੇ ਪੱਖਿਆਂ ਦੇ ਉੱਤੇ ਨਾਂ ਵੀ ਲਿਖਵਾ ਦਿੰਦੇ ਨੇ ਕਈ ਆਪਣੇ, ਉਹਨੇ ਸੇਵਾ ਕਰਾਈ, ਕਮਰਿਆਂ ਦੇ ਉੱਤੇ ਨਾਂ ਲਿਖਿਆ ਹੁੰਦਾ, ਸੰਗਮਰਮਰ ਦੇ ਉੱਤੇ ਨਾਂ ਲਿਖਿਆ ਹੁੰਦਾ। ਇਹ ਹੋਮ ਵਾਲੀ ਫੀਲਿੰਗ ਨੂੰ ਜਨਮ ਦਿੰਦਾ ਹੈ। ਹੋਰ ਹੋਮ ਵਿੱਚ ਦਿੱਤਾ ਮਤਲਬ ਕਿ ਉਸ ਫੀਲਿੰਗ ਵਿੱਚ ਦਿੱਤਾ ਕਿ ਮੈਂ ਅਲੱਗ ਹਾਂ ਤੁਹਾਡੇ ਤੋਂ, ਮੈਂ ਪ੍ਰਮਾਤਮਾ ਤੋਂ ਅਲੱਗ ਹਾਂ, ਮੈਂ ਪ੍ਰਮਾਤਮਾ ਤੋਂ ਅਲੱਗ ਹਾਂ, ਮੇਰੀ ਆਪਣੀ ਇੱਕ ਹਸਤੀ ਹੈ, ਇਸ ਵਾਸਤੇ ਇਹ ਕਮਾਈ ਮੇਰੀ ਹੈ, ਮੈਂ ਕਮਾਏ ਹਨ, ਮੈਂ ਗਿਆ ਹਾਂ ਜਾਬ ਤੇ, ਮੇਰੀ ਹਾਰਡ ਵਰਕ ਤੋਂ ਬਣਿਆ ਹੈ ਸਾਰਾ। ਤੇ ਦਿੱਤਾ ਵੀ ਹੋਮ ਵਿੱਚ ਹੈ, ਤੇ ਜੇ ਕੁਝ ਲੈਂਦਾ ਹੈ ਅਗਰ ਲੈਸੇ ਉਹਦੇ ਬਦਲੇ ਦਿੱਤਾ, ਉਹਦੇ ਬਦਲੇ ਕੋਈ ਪ੍ਰਸ਼ੰਸਾ ਕਰਦੇ ਉਹਦੀ, ਯਾਰ ਤੁਸੀਂ ਕਿੰਨਾ ਦਿੱਤਾ ਹੈ, ਵਾਓ ਕਿੰਨੀ ਸੇਵਾ ਤੁਸੀਂ ਕਰਦੇ ਹੋ, ਜਾਂ ਕਿੰਨਾ ਵੱਡਾ ਤੁਸੀਂ ਕਰਦੇ ਹੋ ਕੰਮ। ਤੇ ਜਦੋਂ ਉਹਦੀ ਪ੍ਰਸ਼ੰਸਾ ਵਾਪਸ ਲੈਂਦਾ ਹੈ, ਜਦੋਂ ਲੈਂਦਾ ਹੈ ਉਹਦੀ ਕੁਝ ਗੱਲ ਵਾਪਸ, ਉਹ ਵੀ ਹੋਮ ਵਿੱਚ ਲੈਂਦਾ ਹੈ ਕਿ ਹਾਂ ਮੇਰੀ ਪ੍ਰਸ਼ੰਸਾ ਹੋ ਰਹੀ ਹੈ, ਪ੍ਰਮਾਤਮਾ ਦੀ ਨਹੀਂ ਹੋ ਰਹੀ। ਗੁਰੂ ਨਾਨਕ ਮਹਾਰਾਜ ਨੇ ਜਦੋਂ ਗ੍ਰੰਥ ਮੁਕੰਮਲ ਹੋਇਆ ਸਾਰਾ, ਤੇ ਥੈਂਕ ਯੂ ਨੋਟ ਜਦੋਂ ਲਿਖਿਆ ਸ਼ਲੋਕ ਮਹੱਲਾ 5ਵਾਂ, ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀਤੋਈ। ਉਸ ਸ਼ਲੋਕ ਵਿੱਚ ਅਗਰ ਤੁਸੀਂ ਨੋਟਿਸ ਕਰੋਗੇ ਕਿ ਉੱਥੇ ਕਿਧਰੇ ਕ੍ਰੈਡਿਟ ਨਹੀਂ ਲਿੱਤਾ ਉਹਨਾਂ ਨੇ, ਸਾਰਾ ਕ੍ਰੈਡਿਟ ਦਿੱਤਾ ਕਿ ਤੂੰ ਦਿੱਤੀ ਹੈ ਮਿਹਨਤ ਮੈਨੂੰ ਕਰਨ ਵਾਸਤੇ, ਤੂੰ ਦਿੱਤਾ ਹੈ ਮੈਨੂੰ ਬਲ, ਤੇ ਤੇਰੇ ਬਲ ਨਾਲ ਇਹ ਬਹੁਤ ਵੱਡਾ ਗ੍ਰੰਥ ਕੰਪਲੀਟ ਹੋਇਆ ਹੈ। ਹਾਂਜੀ, ਜੇ ਤੂੰ ਨਾ ਦਿੰਦਾ ਤੇ ਕਰ ਨਾ ਪਾਉਂਦਾ, ਮੇਰੇ ਵਰਗੇ ਮੂਰਖ ਨਹੀਂ ਕਰ ਸਕਦੇ, ਮੇਰੇ ਸਿਆਣਪ ਨਹੀਂ ਹੈ ਕੋਈ। ਹੋਮ ਵਿੱਚ ਦਿੱਤਾ ਤੇ ਹੋਮ ਵਿੱਚ ਲਿਆ, ਤੇ ਹੋਮ ਵਿੱਚ ਖੱਟਿਆ ਮਨੇ ਕਮਾ ਲੈਣਾ। ਜੇ ਕੋਈ ਅਗਰ ਇੰਟੈਲੈਕਚੁਅਲੀ ਵੀ ਕੋਈ ਚੀਜ਼ ਕਮਾਈ ਕੀਤੀ ਹੈ, ਜਾਂ ਪੈਸੇ ਕਮਾਏ ਹਨ, ਜਾਂ ਵੱਡਾ ਘਰ ਲਿੱਤਾ ਹੈ, ਕੁਝ ਵੀ ਖੱਟਿਆ ਹੈ, ਤੇ ਮੂਰਖ ਇਹ ਸੋਚਦਾ ਹੈ ਕਿ ਮੈਂ ਖੱਟਿਆ ਹੈ ਜਾਂ ਮੈਂ ਲਿੱਤਾ ਹੈ, ਮੇਰੀ ਵਜ੍ਹਾ ਨਾਲ ਹੋਇਆ ਹੈ ਸਾਰਾ ਖੱਟਿਆ। ਤੇ ਜੇ ਕਿਧਰੇ ਚਲਾ ਜਾਏ ਉਹੀ ਚੀਜ਼, ਖੱਟਿਆ ਹੋਇਆ ਸਮਾਨ, ਉਹ ਕਿਧਰੇ ਕੋਈ ਖੁਸਲੇ ਜਾਂ ਕੋਈ ਚਲਾ ਜਾਏ ਤਾਂ ਉਹ ਗਿਆ, ਮਤਲਬ ਉਹ ਚਲਾ ਗਿਆ, ਤਾਂ ਉਹ ਸਮਝਦਾ ਕਿ ਮੇਰਾ ਹੀ ਗਿਆ ਸਮਾਨ ਸਾਰਾ।
ਭਗਤ ਜਨ ਨਹੀਂ ਸੋਚਦੇ ਉਂਝ। ਹੋਮ ਵਿੱਚ ਖੱਟਿਆ, ਹੋਮ ਵਿੱਚ ਗਿਆ, ਜੇ ਗਿਆ ਕਿਉਂਕਿ ਇਹ ਸੋਚਦਾ ਕਿ ਮੈਂ ਉਹਦੇ ਤੋਂ ਤੇ ਅਲੱਗ ਹਾਂ, ਇਸ ਵਾਸਤੇ ਮੇਰਾ ਸਮਾਨ ਸੀ ਜਿਹੜਾ ਮੈਂ ਖੱਟਿਆ ਸੀ ਤੇ ਮੇਰਾ ਹੀ ਸਮਾਨ ਗਿਆ ਹੈ। ਇਹ ਨਹੀਂ ਸੋਚਦਾ ਨਹੀਂ ਲੈਣ ਦੇਣ ਵਾਲਾ ਕੋਈ। ਸਮਰੀਜ਼ ਅਗਰ ਤੁਸੀਂ ਆਪਣਾ ਕਰ ਲਓ, ਮਿਊਟ ਕਰ ਲਓ ਆਪਣੇ ਆਪ ਨੂੰ। ਤੇ ਹੋਮ ਵਿੱਚ ਸਚਿਆਰ ਕੁਣਿਆਰ, ਸਚਿਆਰ ਜਿਹੜੇ ਸੱਚੇ ਹਨ, ਜਿਹੜੇ ਪ੍ਰਮਾਤਮਾ ਨਾਲ ਜਿਹੜੇ ਆਪਣੇ ਆਪ ਨੂੰ ਸੱਚਾ ਕਰਕੇ ਬੁਲਾਉਂਦੇ ਹਨ, ਜਿਹੜੇ ਆਪਣੇ ਆਪ ਨੂੰ ਧਰਮੀ ਅਖਵਾਉਂਦੇ ਹਨ। ਕਈ ਵਾਰੀ ਸਚਿਆਰ ਵੀ ਹੋਮ ਵਿੱਚ ਹੁੰਦੇ ਹਨ ਕਿਉਂਕਿ ਕਹਿੰਦੇ ਹਨ ਕਿ ਮੈਂ ਸਚਿਆਰ ਹਾਂ, ਮੈਂ ਉੱਠਦਾ ਹਾਂ ਸਵੇਰੇ, ਮੈਂ ਕਰਦਾ ਹਾਂ ਨਿਤਨੇਮ, ਮੈਂ ਪੜ੍ਹਦਾ ਹਾਂ ਬਾਣੀ। ਸੋ ਸਚਿਆਰ ਆਪਣੇ ਆਪ ਨੂੰ ਸਚਿਆਰ ਅਖਵਾਉਣ ਵਾਲੇ ਵੀ ਹੋਮ ਵਿੱਚ ਹਨ, ਤੇ ਜਿਹੜੇ ਝੂਠੇ ਹਨ, ਜਿਹੜੇ ਕੁੜਿਆਰ ਜਿਹੜੇ ਹਨ, ਜਿਹੜੇ ਉਹ ਤੇ ਸ਼ੁਰੂ ਚ ਹੀ ਹੋਮ ਚ ਹਨ ਕਿਉਂਕਿ ਉਹ ਤੇ ਸ਼ੁਰੂ ਚ ਹੀ ਹੁਕਮ ਚ ਨਹੀਂ ਹਨ ਸਾਰੇ। ਤੇ ਜਿਹੜੇ ਪਾਪ ਪੁਣ ਵਿਚਾਰ, ਮਤਲਬ ਕਿ ਜੇ ਪਾਪ ਵੀ ਜੇ ਉਹਨਾਂ ਕੋਲੋਂ ਪਾਪ ਹੁੰਦੇ ਹਨ ਤਾਂ ਵੀ ਹੋਮ ਵਿੱਚ ਹੁੰਦੇ ਹਨ। ਮੈਂ ਕੀਤੇ ਹਨ ਪਾਪ ਕੀਤੇ ਤੇ ਉਸੀ ਦੇ ਹਨ, ਪਰ ਹੋਂ ਦੇ ਅੰਦਰ ਕੀਤੇ ਹੋਏ ਪਾਪ ਇਨ ਦਾ ਸੈਂਸ ਕਿ ਮੈਂ ਪਾਪ ਕਰ ਰਿਹਾ ਹਾਂ, ਸ਼ੁਰੂ ਤੋਂ ਹੀ ਮੈਂ ਦੀ ਭਾਵਨਾ ਆਉਣ ਦੇ ਨਾਲ, ਹੋਂ ਤੋਂ ਟੁੱਟਣ ਨਾਲ ਪਾਪ ਉਹਨਾਂ ਕੋਲ ਹੁੰਦੇ ਹਨ। ਸੋ ਪਾਪੀ ਬੰਦਾ ਤੇ ਸ਼ੁਰੂ ਤੋਂ ਹੀ ਹੋਂ ਵਿੱਚ ਹੈ, ਉਹਦੇ ਕੋਈ ਸਰਪ੍ਰਾਈਜ਼ਿੰਗ ਨਹੀਂ ਹੈ ਗੱਲ। ਪਰ ਜਿਹੜੀ ਪੁੰਨ ਹੈ, ਜਿਹੜੇ ਚੰਗਿਆਈਆਂ ਜਿਹੜੀਆਂ ਹੈ, ਚੰਗਿਆਈਆਂ ਵੀ ਹੋਂ ਦੇ ਆਸਰੇ ਹੁੰਦੀਆਂ ਪਈਆਂ ਹਨ। ਹਾਂਜੀ, ਚੰਗਿਆਈਆਂ ਵੀ ਇਸੀ ਦੇ ਆਸਰੇ ਹੁੰਦੀਆਂ ਪਈਆਂ ਹਨ ਕਿ ਮੈਂ ਉਸ ਤੋਂ ਟੁੱਟਾ ਹੋਇਆ ਹਾਂ, ਇਸ ਵਾਸਤੇ ਮੈਂ ਪੁੰਨ ਕਰ ਰਿਹਾ ਹਾਂ। ਤੇ ਇਹਨਾਂ ਪਾਪ ਪੁੰਨ ਜਿਹੜਾ ਅਗਰ ਵਿਚਾਰ ਹੈ ਜਾਂ ਬਾਣੀ ਦਾ ਵਿਚਾਰ, ਅਗਰ ਮੈਂ ਸੋਚਾਂ ਕਿ ਸੁਰਿੰਦਰ ਹੀ ਕਰਦਾ ਪਿਆ ਹੈ, ਮੈਂ ਕਰਦਾ ਪਿਆ ਹਾਂ, ਮੇਰੇ ਕੋਲੋਂ ਕਰਵਾਇਆ ਨਹੀਂ ਜਾ ਰਿਹਾ, ਮੈਂ ਕਰ ਰਿਹਾ ਹਾਂ, ਮੇਰੇ ਤੇ ਕਿਰਪਾ ਨਹੀਂ ਹੋਈ, ਮੇਰੇ ਤੇ ਬਖਸ਼ਿਸ਼ ਨਹੀਂ ਹੋਈ, ਮੈਂ ਬਖਸ਼ਿਸ਼ ਦਾ ਪਾਤਰ ਨਹੀਂ ਹਾਂ, ਪਾਪ ਪੁੰਨ ਵਿਚਾਰ ਵੀ ਕਰਨ ਵਾਲਾ, ਤੇ ਮੈਂ ਫਿਰ ਹੋਂ ਦੇ ਆਸਰੇ ਹਾਂ। ਤੇ ਇਸ ਵਾਸਤੇ ਜਿਹੜੇ ਹੁਣ ਤੱਕ ਜਿਹੜੀਆਂ ਗੱਲਾਂ ਆਈਆਂ, ਜੇ ਉਹ ਹੋਂ ਦੇ ਆਸਰੇ ਹੁੰਦੀਆਂ ਪਈਆਂ, ਤੇ ਫਿਰ ਇਹੋ ਜਿਹਾ ਬੰਦਾ ਫਿਰ ਨਰਕ ਸੁਰਗ ਅਵਤਾਰ ਵਿੱਚ ਅਵਸਥਾ ਪ੍ਰਾਪਤ ਕਰਦਾ ਹੈ। ਇੱਥੇ ਨੋਟਿਸ ਕਰੋਗੇ ਪਹਿਲੀ ਵਾਰੀ ਹੁਣ ਇੱਥੇ ਨਰਕ ਦੇ ਕੱਕੇ ਨੂੰ ਸਿਹਾਰੀ ਹੈ ਤੇ ਸੁਰਗ ਦੇ ਕੱਕੇ ਨੂੰ ਸਿਹਾਰੀ ਹੈ। ਨਰਕ ਵਿੱਚ ਜਾਂ ਸਵਰਗ ਵਿੱਚ ਅਵਤਾਰ ਮਤਲਬ ਬਾਰ-ਬਾਰ ਜਨਮ ਲੈਂਦਾ ਹੈ, ਫਿਰ ਕਦੀ ਨਰਕਾਂ ਵਿੱਚ ਜਾਂਦਾ ਹੈ ਤੇ ਕਦੀ ਸੁਰਗਾਂ ਚ ਆਉਂਦਾ ਹੈ। ਭਾਵ ਕਦੀ ਦੁਖੀ ਹੁੰਦਾ ਹੈ ਤੇ ਕਦੀ ਸੁਖੀ ਹੁੰਦਾ ਹੈ, ਕਦੀ ਉੱਪਰ ਹੈ ਤੇ ਕਦੀ ਥੱਲੇ ਹੈ, ਤੇ ਬਾਰ-ਬਾਰ ਜਨਮ ਲੈਂਦਾ, ਫਿਰ ਬਾਰ-ਬਾਰ ਆਵਾਂ ਗਵੜ ਉਹਦਾ ਬਣਿਆ ਰਹਿੰਦਾ ਹੈ। ਇਸ ਹਉਮੈ ਦੇ ਕਾਰਨ ਨਹੀਂ ਤੋੜ ਸਕਦਾ ਇਸ ਸਾਈਕਲ, ਵਿਸ਼ਿਅਸ ਸਾਈਕਲ ਨੂੰ, ਕਿਉਂਕਿ ਆਪਣੇ ਆਪ ਨੂੰ ਉਸ ਤੋਂ ਟੁੱਟਾ ਹੋਇਆ ਮਹਿਸੂਸ ਕਰਦਾ ਹੈ, ਆਪਣੇ ਆਪ ਤੋਂ ਉਸ ਨੂੰ ਅਲੱਗ ਹੋਇਆ ਮਹਿਸੂਸ ਕਰਦਾ ਹੈ। ਤੇ ਹੋਮ ਵਿੱਚ ਹੱਸੇ ਤੇ ਹੋਮ ਵਿੱਚ ਰੋਵੇ, ਹੱਸਦਾ ਹੈ, ਖੁਸ਼ ਹੁੰਦਾ ਹੈ ਜਦੋਂ, ਤਾਂ ਵੀ ਆਪਣੇ ਹਉਮੈ ਚ ਹੈ, ਕਿਉਂਕਿ ਤਾਂ ਵੀ ਇਹ ਸੋਚਦਾ ਕਿ ਮੈਂ ਟੁੱਟਾ ਹੋਇਆ ਉਸ ਤੋਂ, ਇਹ ਮੇਰੀ ਵਜ੍ਹਾ ਨਾਲ ਚੀਜ਼ਾਂ ਹੋਈਆਂ ਜਿਹੜੀਆਂ ਜਿਸ ਤੋਂ ਮੈਂ ਹੱਸ ਰਿਹਾ ਹਾਂ, ਮੇਰੀ ਵਜ੍ਹਾ ਨਾਲ ਚੀਜ਼ਾਂ ਹੋਈਆਂ ਜਿਸ ਤੋਂ ਮੈਂ ਇਹ ਹਸੀ ਜਾਂ ਖੁਸ਼ੀ ਪ੍ਰਾਪਤ ਕਰ ਰਿਹਾ ਹਾਂ। ਤੇ ਜਦੋਂ ਨਾ ਹੋਵਣ ਚੀਜ਼ਾਂ, ਉਹ ਲੈ ਲਵੇ ਕੋਈ ਚੀਜ਼ਾਂ, ਤੇ ਫਿਰ ਰੋ ਪੈਂਦਾ, ਫਿਰ ਵਿਚਾਰਾ ਮੇਰਾ ਘਰ ਚਲਾ ਗਿਆ, ਮੇਰੇ ਪੈਸੇ ਚਲੇ ਗਏ, ਪੈਸੇ ਤੇ ਤੇਰੇ ਸਹੀ ਨਹੀਂ, ਮੇਰਾ ਹਸਬੈਂਡ ਚਲਾ ਗਿਆ, ਮੇਰੀ ਬੀਵੀ ਚਲੇ ਗਈ, ਮੇਰੇ ਬੱਚੇ ਚਲੇ ਗਏ, ਮੇਰੇ ਬੱਚਿਆਂ ਨੂੰ ਕੁਝ ਹੋ ਗਿਆ। ਤੇਰੇ ਬੱਚਿਆਂ ਨੂੰ, ਤੇਰੇ ਬੱਚੇ ਤੇ ਸ਼ੁਰੂ ਤੋਂ ਹੀ ਤੇਰੇ ਨਹੀਂ ਸਨ, ਤੇਰਾ ਹਸਬੈਂਡ ਤੇ ਤੇਰੀ ਵਾਈਫ ਤੇ ਤੇਰੇ ਮਾਪਿਓ ਸ਼ੁਰੂ ਤੋਂ ਹੀ ਤੇਰੇ ਨਹੀਂ ਸਨ, ਉਹ ਤੇਰੇ ਕਿੱਥੋਂ ਹੋ ਗਏ? ਤੇਰਾ ਸਰੀਰ ਹੀ ਆਪਣਾ ਨਹੀਂ ਹੈ, ਉਹਦੇ ਉੱਤੇ ਤੇਰਾ ਕੋਈ ਕੰਟਰੋਲ ਨਹੀਂ ਹੈ। ਇਸ ਵਾਸਤੇ ਜਿਹੜੇ ਹੋਮ ਵਿੱਚ ਨਹੀਂ ਹਨ, ਜਿਹੜੇ ਉਹ ਇਸ ਭਗਤ ਜਨ ਇਸ ਗੱਲ ਨੂੰ ਜਾਣ ਲੈਂਦੇ ਹਨ। ਹਾਂਜੀ, ਇਸੀ ਵਾਸਤੇ ਫਿਰ ਬੰਦ ਕਟਾਉਂਦਿਆਂ ਵੀ ਟਾਈਮ ਨਹੀਂ ਲੱਗਦਾ, ਉਹਨਾਂ ਨੂੰ ਪਤਾ ਕੱਖ ਨਹੀਂ ਹੋਣ ਵਾਲਾ, ਮਰਨਾ ਤੇ ਇੱਕ ਦਿਨ ਜ਼ਰੂਰ ਹੈ ਮੈਂ। ਇਸ ਵਾਸਤੇ ਉਹਨਾਂ ਕਿਸੇ ਚੀਜ਼ ਤੋਂ ਡਰ ਮਹਿਸੂਸ ਨਹੀਂ ਹੁੰਦਾ ਉਹਨਾਂ ਨੂੰ। ਹਾਂਜੀ, ਉਹ ਚੱਕਰੀਆਂ ਤੇ ਚੜ ਜਾਂਦੇ ਹਨ, ਤਤੀ ਤਵੀਆਂ ਤੇ ਬੈਠ ਜਾਂਦੇ ਹਨ, ਵੱਡੇ ਘੱਲੂਘਾਰੇ ਦੇ ਵਿੱਚੋਂ ਚਲੇ ਜਾਂਦੇ ਹਨ, ਉਹਨਾਂ ਨੂੰ ਇਸ ਗੱਲ ਦਾ ਕੋਈ ਮਹਿਸੂਸ ਨਹੀਂ ਹੁੰਦੀ ਗੱਲ। ਤੇ ਅਕਾਲੀ ਫੂਲਾ ਸਿੰਘ ਕੋਲੋਂ ਉਹਨਾਂ ਦੀ ਲਾਈਫ ਨੂੰ ਦੇਖ ਲਓ, ਮੁਲਤਾਨ ਦੀ ਜੰਗ ਨੂੰ ਦੇਖ ਲਓ। ਮੁਲਤਾਨ ਦੀ ਜੰਗ ਨੂੰ ਚੱਲੇ, ਲੋਕਾਂ ਨੇ ਬੜਾ ਕਿਹਾ ਜੀ ਨਹੀਂ ਜੰਗ ਜਿੱਤ ਸਕਦੇ, ਉਹ ਕਹਿੰਦੇ ਨਹੀਂ, ਮੇਰੀ ਜਿੱਤ ਤੇ ਹੈ ਹੀ ਨਹੀਂ, ਵੈਸੇ ਵੀ ਜਿੱਤ ਤੇ ਉਸੇ ਦੀ ਹੈ। ਮੈਂ ਤੇ ਮੇਰਾ ਕੰਮ ਹੈ ਜਿੱਥੇ ਪਾਪ ਹੈ, ਜਿੱਥੇ ਨੈਗੇਟਿਵਿਟੀ ਹੈ, ਮੈਂ ਉੱਥੇ ਜਾ ਕੇ ਉਸ ਨੂੰ ਖਤਮ ਕਰਨਾ ਹੈ, ਉਸਨੂੰ। ਤੇ ਰੋਂਦਾ ਤੇ ਹੱਸਣਾ ਹੋਂਵ ਦੇ ਆਸਰੇ ਹੈ, ਤੇ ਭਰੀਏ ਤੇ ਧੋਵੈ। ਹੋਂਵ ਵਿੱਚ ਭਰੀਏ ਮਨੇ ਭਰ ਲੈਣਾ ਆਪਣੇ ਆਪ ਨੂੰ ਕਿਸੇ ਫੀਲਿੰਗ ਦੇ ਨਾਲ, ਪਾਪਾਂ ਦੇ ਨਾਲ ਆਪਣੇ ਆਪ ਨੂੰ ਭਰ ਲੈਣਾ, ਉਹ ਤੇ ਹੋਂਦ ਦੇ ਆਸਰੇ ਹੁੰਦਾ ਹੀ ਹੁੰਦਾ ਹੈ। ਨੈਗੇਟਿਵਿਟੀ ਤੇ ਹਮੇਸ਼ਾ ਹੋਂਦ ਦੇ ਆਸਰੇ ਹੁੰਦੀ ਹੈ, ਕਿਉਂਕਿ ਪੋਜ਼ਿਟਿਵ ਚੀਜ਼ਾਂ ਜਿਹੜਾ ਕਰਦਾ ਹੈ ਬੰਦਾ, ਉਹਦਾ ਫਿਰ ਵੀ ਚਾਂਸ ਹੈ ਹੋਂਦ ਚ ਨਾ ਹੋਵੇ, ਤੇ ਜਿਹੜਾ ਹੁਕਮ ਚ ਹੈ ਹੀ ਨਹੀਂ ਪਹਿਲੇ ਤੋਂ, ਉਸਨੇ ਤੇ ਪਾਪ ਕਰਨੇ ਹੀ ਕਰਨੇ ਹਨ।
ਤੇ ਹੋਮ ਵਿੱਚ ਧੋਵੈ ਉਹਨਾਂ ਪਾਪਾਂ ਨੂੰ ਧੋਣਾ, ਭਾਵ ਜੇ ਖਰਾਬ ਗੱਲ ਹੋ ਵੀ ਗਈ ਤੇ ਜੇ ਮੈਂ ਉਸ ਨੂੰ ਚੰਗਾ ਕਰਨਾ ਚਾਹਾਂ, ਉਸ ਨੂੰ ਧੋਣਾ ਚਾਹਾਂ ਜਾਂ ਪਛਤਾਪ ਕਰਨਾ ਚਾਹਾਂ, ਉਹ ਵੀ ਹੋਮ ਦੇ ਆਸਰੇ ਮੈਂ ਕਰ ਰਿਹਾ ਹਾਂ। ਮੈਂ ਬਾਣੀ ਪੜ੍ਹ ਰਿਹਾ ਹਾਂ, ਮੈਂ ਸਿਮਰਨ ਕਰ ਰਿਹਾ ਹਾਂ, ਮੈਂ ਮੇਰੀ ਦੇ ਚੱਕਰ ਵਿੱਚ ਰਹਿ ਜਾਣਾ, ਉਸ ਵੱਡੇ ਸਿਸਟਮ ਦੇ ਥੱਲੇ ਨਾ ਆਣਾ, ਇਹ ਨਾ ਸੋਚਣਾ ਕਿ ਉਹ ਕਰਵਾਇਆ ਜਾ ਰਿਹਾ ਤੁਹਾਡੇ ਕੋਲ। ਸੁਖਮਨੀ ਸਾਹਿਬ ਦੀ ਪਹਿਲੀ ਅਸ਼ਪਦੀ ਚ ਇੱਕ ਬੜੀ ਇੰਪੋਰਟੈਂਟ ਲਾਈਨ ਆਉਂਦੀ ਹੈ ਕਿ ਸੋ ਸਿਮਰੇ ਜਿਸ ਆਪ ਸਿਮਰਾਏ। ਇਹ ਹੋਂਦ ਦੀ ਨਿਵਰਤੀ ਵਾਲੀ ਲਾਈਨ ਹੈ। ਸੋ ਸਿਮਰੇ ਜਿਸ ਆਪ ਸਿਮਰਾਏ, ਉਹੀ ਸਿਮਰਦਾ ਹੈ ਜਿਸ ਕੋਲ ਉਹਦੇ ਉੱਤੇ ਕਿਰਪਾ ਕਰਕੇ ਜਿਹਦੇ ਕੋਲ ਕਰਵਾ ਲੈਂਦਾ ਕੰਮ। ਪਰ ਅਸੀਂ ਮੂਰਖ ਜਨ ਨਹੀਂ ਸੋਚ ਸਕਦੇ ਉਂਝ। ਤੇ ਹੋਮ ਵਿੱਚ ਜਾਤੀ ਜਿੰਸੀ ਖੋਵੈ, ਤੇ ਅਲੰਕਾਰ ਇੱਥੇ ਡਬਲ ਅਲੰਕਾਰ ਲਗਾਇਆ ਨੇ ਖੋਵੇ ਦੇ ਨਾਲ। ਜਾਤੀ ਹੁੰਦੀ ਹੈ ਜਾਤ, ਆਪਣੀ ਕੁੱਲ, ਮੈਂ ਬੜਾ ਅਮੀਰ ਖਾਨਦਾਨ ਚ ਪੈਦਾ ਹੋਇਆ ਜਾਂ ਮੇਰੇ ਮਾਪਿਓ ਬੜੇ ਪੜ੍ਹੇ ਲਿਖੇ ਸਨ ਜਾਂ ਮੈਂ ਬੜਾ ਪੜ੍ਹਿਆ ਲਿਖਿਆ ਜਾਂ ਬੜੇ ਪੈਸੇ ਹਨ ਮੇਰੇ ਕੋਲ। ਤੇ ਜਾਤੀ, ਜਾਤ ਤੇ ਜਿੰਸੀ ਦੇ ਮਤਲਬ ਹਨ ਇਸ ਜਿਨਸ ਤੋਂ ਜਾਂ ਇਸ ਸਰੀਰ ਤੋਂ ਕਮਾਈਆਂ ਹੋਈਆਂ ਚੀਜ਼ਾਂ, ਮਟੀਰੀਅਲ ਪੋਜੀਸ਼ਨ ਸਾਡੇ ਤੁਹਾਡੇ। ਤੇ ਜਿਹੜੀਆਂ ਕਮਾਈਆਂ ਹੋਈਆਂ ਚੀਜ਼ਾਂ ਤੇ ਉੱਚੀ ਜਾਤ ਦਾ ਮਾਨ ਜਿਹੜੇ ਕਰਦੇ ਹਨ, ਜਿਹੜਾ ਉਹ ਹੋਮ ਵਿੱਚ ਹਨ। ਇਹ ਨਹੀਂ ਸਮਝਦੇ ਕਿ ਜੰਮਣ ਮਰਨਾ ਮੇਰੇ ਹੱਥ ਨਹੀਂ ਹੈ, ਕਿਸ ਕੁਲ ਚ ਪੈਦਾ ਹੋਇਆ, ਕਿਸ ਰਿਲੀਜਨ ਚ ਪੈਦਾ ਹੋਇਆ, ਉਹ ਮੇਰੇ ਹੱਥ ਵਿੱਚ ਨਹੀਂ ਹੈ। ਕਿੰਨੀਆਂ ਚੀਜ਼ਾਂ ਮੈਨੂੰ ਮਿਲਣੀਆਂ ਹਨ, ਕਿਹੜੀਆਂ ਚੀਜ਼ਾਂ ਮੈਨੂੰ ਦਿੱਤੀਆਂ ਹਨ, ਮੈਨੂੰ ਪ੍ਰਮਾਤਮਾ ਨੇ ਮਟੀਰੀਅਲ ਚੀਜ਼ਾਂ ਦਿੱਤੀਆਂ ਨੇ, ਇਹ ਵੀ ਮੇਰੇ ਹੱਥ ਵਿੱਚ ਨਹੀਂ ਹੈ। ਦੇਣ ਵਾਲਾ ਕੁਝ ਹੋਰ ਹੈ। ਹਾਂ, ਉਦਮ ਹੈ ਮੇਰੇ ਕੋਲ, ਉਦਮ ਕਰ ਸਕਦਾ ਮੈਂ ਹਾਂ। ਉਦਮ ਨਾਲ ਜੇ ਉਹ ਖੁਸ਼ ਹੋ ਕੇ ਕੁਝ ਬਖਸ਼ ਦੇਵੇ ਮੈਨੂੰ ਤੇ ਮੇਰੀ ਝੋਲੀ ਚ ਪਾ ਦੇਵੇ। ਤੇ ਖੋਵੇ ਦੇ ਅੰਤ ਹਨ, ਜੇ ਜਾਤ ਤੇ ਜਿਨਸ ਦਾ ਹੋਮ ਵਿੱਚ ਰਹਿ ਕੇ ਮਾਨ ਕਰਦਾ ਹੈ, ਤੇ ਜੇ ਸੋਝੀ ਆ ਜਾਏ ਥੋੜੀ ਉਸਨੂੰ ਕਿ ਮਾਨ ਨਹੀਂ ਕਰਨਾ ਚਾਹੀਦਾ, ਤੇ ਉਸਨੂੰ ਜੇ ਖੋਣ ਦੀ ਕੋਸ਼ਿਸ਼ ਕਰੇ, ਮਨੇ ਉਹਨੂੰ ਹਟਾਉਣ ਦੀ ਕੋਸ਼ਿਸ਼ ਕਰੇ, ਲੇਕਿਨ ਉਹ ਵੀ ਹੋਣ ਦੇ ਆਸਰੇ ਹੋਵੇ। ਮੈਂ ਬਾਣੀ ਪੜ੍ਹ ਕੇ ਦੇਖੋ ਕੀ ਕਰ ਲਿੱਤਾ, ਮੈਂ ਹੁਣ ਜ਼ਿਆਦਾ ਬਾਣੀ ਪੜ੍ਹ ਲੈਂਦਾ, ਬਾਣੀ ਪੜ੍ਹਨ ਦੀ ਵਜ੍ਹਾ ਨਾਲ ਮੇਰੀਆਂ ਬੜੀਆਂ ਚੇਂਜਸ ਆ ਰਹੀਆਂ ਹਨ, ਮੈਂ ਚੇਂਜਸ ਲਿਆਈਆਂ ਹਨ ਬਾਣੀ ਪੜ੍ਹਨ ਦੇ ਨਾਲ। ਉਹਦਾ ਮਤਲਬ ਕਿ ਉਸ ਜਿੰਸੀ ਨੂੰ ਤੇ ਜਾਤੀ ਨੂੰ ਖੋਣ ਦੀ ਕੋਸ਼ਿਸ਼ ਕਰੇ, ਅਗਰ ਖੋਵੇ ਹੋਵੇ ਤਾਂ ਵੀ ਹੋਣ ਦੀ ਫੀਲਿੰਗ ਵਿੱਚ ਹੈ। ਤੇ ਮੈਂ ਦੋ ਲਾਈਨਾਂ ਦੀ ਹੋਰ ਕਰਕੇ I'm going to stop for a second, we get a lot of stuff though। ਤੇ ਹੋਮ ਵਿੱਚ ਮੂਰਖ ਤੇ ਹੋਮ ਵਿੱਚ ਸਿਆਣਾ। ਮੂਰਖ ਤੇ ਸ਼ੁਰੂ ਵਿੱਚ ਹੋਮ ਵਿੱਚ ਹੈ, ਕਿਉਂਕਿ ਮੂਰਖ ਨੂੰ ਤੇ ਪਤਾ ਹੀ ਨਹੀਂ ਹੈ ਨਾਮ ਕੀ ਹੈ, ਮੂਰਖ ਨੂੰ ਤੇ ਪਤਾ ਹੀ ਨਹੀਂ ਆਸਾ ਦੀ ਵਾਰ ਕੀ ਹੈ, ਮੂਰਖ ਨੂੰ ਤੇ ਪਤਾ ਹੀ ਨਹੀਂ ਹੁਕਮ ਕੀ ਹੈ। ਹੋਮ ਵਿੱਚ ਤੇ ਮੂਰਖ ਸ਼ੁਰੂ ਤੋਂ ਹੀ ਹੈ। ਮੂਰਖ ਤੇ ਸਾਰੇ ਹੋਮ ਵਿੱਚ, ਜਿਹੜਾ ਹੋਮ ਵਿੱਚ ਹੈ ਉਹ ਸਾਰੇ ਮੂਰਖ ਹਨ। ਲੇਕਿਨ ਜਿਹੜਾ ਸਿਆਣੇ ਹਨ, ਜਿਹੜੇ ਆਪਣੇ ਆਪ ਨੂੰ ਸਿਆਣਾ ਗਿਣਦੇ ਹਨ, ਜਿਹੜੇ ਆਪਣੇ ਆਪ ਨੂੰ ਪੜ੍ਹੇ ਲਿਖਿਆ ਗਿਣਦੇ ਹਨ, ਉਹ ਵੀ ਹੋਮ ਵਿੱਚ ਹੈ। ਜੇ ਸਿਆਣਾ ਹੋਣ ਦਾ ਕ੍ਰੈਡਿਟ ਸਾਰਾ ਆਪਣੇ ਆਪ ਨੂੰ ਦਿੰਦੇ ਹਨ, ਫਿਰ ਉਹ ਹੋਮ ਵਿੱਚ ਹੈ ਬੰਦਾ। ਉਹ ਵੱਡੇ ਸਿਸਟਮ ਚ ਨਹੀਂ, ਉਸ ਵੱਡੇ ਸਿਸਟਮ ਚ ਆਪਣੇ ਆਪ ਨੂੰ ਨਹੀਂ ਦੇਖ ਪਾਉਂਦਾ ਉਹ। ਇਸ ਵਾਸਤੇ ਕਿਉਂਕਿ ਆਪਣੇ ਆਪ ਨੂੰ ਉਸ ਪ੍ਰਮਾਤਮਾ ਤੋਂ ਅਲੱਗ ਜਾਣਦਾ ਹੈ, ਆਪਣੇ ਆਪ ਤੋਂ ਇੱਕ ਆਪਣਾ ਸਿਸਟਮ ਬਣਾਇਆ ਹੋਇਆ ਹੈ ਵੱਡੇ ਸਿਸਟਮ ਦੇ ਅੰਦਰ, ਤੇ ਉਸ ਹੋਣ ਦੀ ਫੀਲਿੰਗ ਵੀ ਜੀਂਦਾ ਹੈ ਕਿ ਮੈਂ ਜੀ ਰਿਹਾ ਹਾਂ, ਮੈਂ ਕਰ ਰਿਹਾ ਹਾਂ, ਮੈਂ ਕਰਨ ਕਰਾਉਣ ਵਾਲਾ ਹਾਂ। ਇਸ ਵਾਸਤੇ ਮੋਖ ਮੁਕਤ ਕੀ ਸਾਰ ਨਾ ਜਾਣਾ, ਤੇ ਇਸ ਆਵਾਗਮਨ ਤੋਂ ਮੁਕਤ ਕਰਨ ਵਾਲੀ ਮੋਖ ਮੁਕਤ ਦੀ ਜਿਹੜੀ ਸਾਰ ਹੈ, ਮਤਲਬ ਇੰਟ੍ਰਿੰਸਿਕ ਜਿਹੜੀਆਂ ਚੀਜ਼ਾਂ ਹਨ ਅੰਦਰਲੀਆਂ, ਉਸਨੂੰ ਪਛਾਣ ਨਹੀਂ ਸਕਦਾ ਮੂਰਖ, ਉਹਦੇ ਉੱਤੇ ਫੋਕਸ ਨਹੀਂ ਕਰ ਸਕਦਾ, ਕਿਉਂਕਿ ਫਸਿਆ ਹੋਇਆ ਹੈ ਇਸ ਸੋਚ ਵਿੱਚ ਕਿ ਮੈਂ ਮੇਰੀ ਦੀ ਸੋਚ ਵਿੱਚ ਫਸਿਆ ਹੋਇਆ ਹੈ, ਹੋਣ ਦੀ ਸੋਚ ਵਿੱਚ ਫਸਿਆ ਹੋਇਆ, ਆਪਣੇ ਆਪ ਨੂੰ ਅਲੱਗ ਜਾਣਦਾ ਹੈ। ਤੇ ਜਿਹੜੇ ਆਪਣੇ ਆਪ ਨੂੰ ਅਲੱਗ ਨਹੀਂ ਜਾਣਦੇ, ਉਹ ਅੱਠੋਂ ਪਹਿਰ ਉਸ ਵੱਡੇ ਸਿਸਟਮ ਦਾ ਹਿੱਸਾ ਮਹਿਸੂਸ ਕਰਦੇ ਹਨ। ਉਹ ਅੱਠੇ ਪਹਿਰ ਉਸ ਪ੍ਰਮਾਤਮਾ ਦੀ ਮਿਹਰ ਨਜ਼ਰ ਦੇ ਥੱਲੇ ਰਹਿੰਦੇ ਹਨ। ਉਹ ਹਰ ਕਦਮ ਉਸ ਕਦਮ ਜਿਹੜਾ ਇੱਕ ਕਦਮ ਜਿਹੜਾ ਪੁੱਟਦੇ ਹਨ, ਉਹਦੀ ਮਿਹਰ ਦੇ ਆਸਰੇ ਪੁੱਟਦੇ ਹਨ। ਉਹ ਫੀਲਿੰਗ ਜਿਹੜੀ ਹੈ ਬਾਰ-ਬਾਰ ਉਸ ਫੀਲਿੰਗ ਨੂੰ ਆਪਣੇ ਅੰਦਰ ਦੁਹਰਾਉਂਦੇ ਹਨ। ਤੇ ਹੋਮ ਵਿੱਚ ਮਾਇਆ ਤੇ ਹੋਮ ਵਿੱਚ ਛਾਇਆ। ਮਾਇਆ ਕਹਿ ਲੋ ਇਲੂਜਨ ਨੂੰ, ਇਲੂਜਨਰੀ ਚੀਜ਼ਾਂ ਜਿਹੜੀਆਂ ਤੁਸੀਂ ਸਮਝਦੇ ਹੋ ਮੇਰੀਆਂ ਹਨ, ਜਿਹੜੀਆਂ ਹੈ ਤੁਹਾਡੀਆਂ ਨਹੀਂ ਹਨ। ਜੇ ਤੁਹਾਡੀਆਂ ਹੁੰਦੀਆਂ ਤੇ ਮਰਨ ਤੋਂ ਬਾਅਦ ਜਾਂ ਤੁਹਾਡੇ ਜਾਣ ਤੋਂ ਬਾਅਦ ਤੁਹਾਡੇ ਨਾਲ ਜਾਂਦੀਆਂ। ਤੇ ਛਾਇਆ ਹੈ ਡਾਰਕਨੈਸ, ਅੰਧੇਰਾ ਕਹਿ ਲੋ, ਜਾਂ ਕੋਈ ਚੀਜ਼ ਜਿਹੜੀ ਤੁਹਾਨੂੰ, ਇਹ ਵੀ ਇਲੂਜਨ ਹੀ ਹੈ ਕਿ ਜਿਹੜੀ ਹੋਵੇ ਨਾ ਚੀਜ਼ ਪਰ ਤੁਹਾਨੂੰ ਲੱਗੇ ਹੈ ਕੋਈ। ਇਹ ਦੋਨੋਂ ਚੀਜ਼ਾਂ ਤੇ ਹਮੇਸ਼ਾ ਹੀ ਹੋਣ ਦੇ ਆਸਰੇ ਰਹੀਆਂ। ਹੋਣ ਦੇ ਫੀਲਿੰਗ ਤੋਂ ਬਿਨਾਂ ਮਾਇਆ ਤੇ ਛਾਇਆ ਨੂੰ ਐਕਸਪੀਰੀਅੰਸ ਨਹੀਂ ਕਰ ਸਕਦੇ ਤੁਸੀਂ। ਪਰਮਾਤਮਾ ਦੇ ਭਗਤ ਮਾਇਆ ਤੇ ਛਾਇਆ ਚ ਨਹੀਂ ਰਹਿੰਦੇ।
So I hope we getting the point across ਵੀ ਕਿਸ ਬਾਰੇ ਗੱਲ ਹੁੰਦੀ ਪਈ ਹੈ। ਜਦੋਂ ਬੰਦਾ ਸਵੇਰੇ ਉੱਠੇ ਤੇ ਜੇ ਸ਼ੁਕਰ ਵਿੱਚ ਨਾ ਹੋਵੇ, ਆਪਣੇ ਆਪ ਨੂੰ ਕ੍ਰੈਡਿਟ ਦੇ ਦੇਵੇ ਉੱਠਣ ਦਾ, ਤੇ ਸਿਆਣੇ ਹਮੇਸ਼ਾ, ਮੈਨੂੰ ਯਾਦ ਹੈ ਸਿਆਣੇ ਇਸ ਗੱਲ ਤੇ ਬੜਾ ਫੋਕਸ ਕਰਦੇ ਸਨ। ਆਪਣੇ ਘਰ ਵਿੱਚ ਮੈਂ ਗੱਲਾਂ ਸੁਣੀਆਂ ਬੜੀਆਂ ਕਿ ਕੀਰਤਨ ਕਰਨ ਤੋਂ ਪਹਿਲੇ, ਪਾਠ ਕਰਨ ਤੋਂ ਪਹਿਲੇ, ਸਿਮਰਨ ਕਰਨ ਤੋਂ ਪਹਿਲੇ, ਕੁਝ ਵੀ ਅੱਛਾ ਕੰਮ ਕਰਨ ਤੋਂ ਪਹਿਲੇ ਬੰਦਾ ਅਰਦਾਸ ਕਰੇ। ਹੁਣ ਵੀ ਵੈਸੇ ਅਰਦਾਸ ਕਰਦੇ ਆ, ਕੋਈ ਵੱਡਾ ਕੰਮ ਹੋਵੇ ਤੇ ਜ਼ਰੂਰ ਅਰਦਾਸ ਕੀਤੀ ਜਾਂਦੀ ਹੈ। ਕਿਸੇ ਦਾ ਘਰ ਵਿਆਹ ਹੋਵੇ ਤੇ ਮੁੰਡਾ ਸਿਹਰਾ ਬੰਦੇ ਤਾਂ ਅਰਦਾਸ। ਵਿਆਹ ਹੋਣ ਤੋਂ ਜੇ ਆਨੰਦ ਕਾਰਜ ਤੋਂ ਪਹਿਲੇ ਉਹਦੀ ਅਰਦਾਸ ਕਿ ਤੁਸੀਂ ਕਰਾਉਣਾ ਹੈ ਕੰਮ, ਤੁਸੀਂ ਕਰਾਉਣਾ ਹੈ ਆਨੰਦ ਕਾਰਜ, ਮੇਰੇ ਚ ਕਰਾਉਣ ਚ ਹਿੰਮਤ ਨਹੀਂ। ਆਨੰਦ ਕਾਰਜ ਸਫਲ ਹੋ ਗਏ, ਫਿਰ ਉਹਦੀ ਅਰਦਾਸ, ਤੁਸੀਂ ਕਰਾਇਆ ਹੈ ਸਫਲ, ਮੇਰੇ ਚ ਹਿੰਮਤ ਨਹੀਂ ਹੈ। ਜੇ ਆਨੰਦ ਕਾਰਜ ਸਫਲ ਹੋਣ ਤੋਂ ਬਾਅਦ ਕੁੜੀ ਨੇ ਆਪਣੇ ਘਰ ਜਾਣਾ ਹੈ, ਡੋਲੀ ਟੁਰੀ ਹੈ ਉਹਦੀ, ਤੇ ਡੋਲੀ ਤੋਂ ਪਹਿਲੇ ਅਰਦਾਸ। ਤੇ ਜੇ ਖੁਸ਼ੀ ਦਾ ਮੌਕਾ ਨਹੀਂ ਤੇ ਗਮੀ ਦਾ ਮੌਕਾ ਹੈ, ਕੋਈ ਪ੍ਰਾਣੀ ਚਲਾ ਗਿਆ ਹੈ, ਉਹਦੀ ਅਰਦਾਸ। ਜਾਣ ਤੋਂ ਪਹਿਲੇ ਉਸ ਸਰੀਰ ਨੂੰ ਅਗਨ ਭੇਟ ਕਰਨ ਤੋਂ ਪਹਿਲੇ ਅਰਦਾਸ ਕਿ ਤੁਹਾਡੇ ਅੱਗੇ ਤੁਹਾਡਾ ਸੀ, ਜਿੱਥੇ ਸੀ ਉਹ ਉੱਥੇ ਮਿਲ ਗਿਆ। ਅਗਨ ਭੇਟ ਤੋਂ ਬਾਅਦ ਫਿਰ ਅਰਦਾਸ। ਗੁਰਦੁਆਰੇ ਆਏ, ਸੰਗਤੀ ਰੂਪ ਵਿੱਚ ਇੱਕ ਕੀਰਤਨ ਜਾਂ ਪਾਠ ਜਿਹੜਾ ਰਖਾਇਆ, ਉਹਦੀ ਫਿਰ ਅਰਦਾਸ। ਬੱਚੇ ਦਾ ਜਨਮ ਹੋਇਆ ਤੇ ਅਰਦਾਸ। ਬੱਚਾ ਵੱਡਾ ਹੋਇਆ, ਸਕੂਲ ਜਾ ਰਿਹਾ, ਪਹਿਲੇ ਦਿਨ ਤਾਂ ਅਰਦਾਸ। ਇਹ ਨਹੀਂ ਕਿ ਅਰਦਾਸ ਨਹੀਂ ਕਰੋਗੇ ਤੇ ਕੰਮ ਤੁਹਾਡੇ ਖਰਨਗੇ ਨਹੀਂ। ਅਰਦਾਸ ਵਿੱਚ ਇਹ ਹੁੰਦਾ ਹੈ ਕਿ ਇਹ ਫੀਲਿੰਗ ਵਿੱਚ ਬੰਦਾ ਕਰਦਾ ਹੈ ਕਿ ਅਸੀਂ ਕਰਨ ਕਰਾਉਣ ਵਾਲੇ ਨਹੀਂ ਆ, ਕਰਨ ਕਰਾਉਣ ਵਾਲੇ ਤੁਸੀਂ ਹੋ। ਕਰਨ ਕਰਾਉਣ ਵਾਲੇ ਤੁਸੀਂ ਹੋ। ਹੇ ਸੱਚੇ ਪਾਤਸ਼ਾਹ, ਇਸ ਆਨੰਦ ਕਾਰਜ ਦੀ ਇਜਾਜ਼ਤ ਦਿਓ, ਤੁਸੀਂ ਕਰਾਓ। ਹੁਣ ਤੁਸੀਂ ਸਾਡੇ ਵਿੱਚ ਬੈਠ ਕੇ ਇਹਨਾਂ ਲਾਵਾਂ ਦਾ ਪਾਠ ਤੇ ਕੀਰਤਨ ਕਰਾਓ। ਤੇ ਇਹ ਜੀ ਫੀਲਿੰਗ ਜਿਹੜੀ ਹੈ ਅੰਦਰਲੀ, ਜਦੋਂ ਸਟਰੋਂਗਰ ਤੇ ਸਟਰੋਂਗਰ ਤੇ ਸਟਰੋਂਗਰ ਤੇ ਸਟਰੋਂਗਰ ਹੁੰਦੀ ਜਾਵੇ ਬਹੁਤ ਜ਼ਿਆਦਾ, ਪਰਮਾਤਮਾ ਫਿਰ ਨੇੜੇ ਆਉਣਾ ਸ਼ੁਰੂ ਹੋ ਜਾਂਦਾ ਹੈ। ਜੇ ਨਾ ਹੋਵੇ ਉਂਝ ਤੇ ਹਉਮੈ ਕਰ ਜੰਤਿਓ ਪਾਇਆ, ਤੇ ਜੇ ਨਾ ਆਵੇ ਤੇ ਹਮੇਸ਼ਾ ਉਸ ਫੀਲਿੰਗ ਵਿੱਚ ਰਹੇ ਤੇ ਫਿਰ ਆਣਾ ਜਾਣਾ ਇਹਦਾ ਹਮੇਸ਼ਾ ਲੱਗਿਆ ਰਹੇਗਾ। ਹਉਮੈ ਕਰ ਮਨੇ ਹਉਮੈ ਦੇ ਕਾਰਨ ਜੰਤਿਓ ਪਾਇਆ। ਇਹ ਜੰਤ, ਇਹ ਸਾਡੇ ਵਰਗੇ ਕ੍ਰੀਏਚਰ ਆਂਦੇ ਤੇ ਜਾਂਦੇ ਰਹਿੰਦੇ ਹਨ, ਕਿਉਂਕਿ ਪ੍ਰਮਾਤਮਾ ਦਾ ਦਰ ਦਿਸਦਾ ਨਹੀਂ ਉਹਨਾਂ ਨੂੰ, ਕਿਉਂਕਿ ਆਪਣੇ ਵਰਲਡ ਵਿੱਚ ਹਨ, ਆਪਣੇ ਸੀਮਿਤ ਦਾਇਰੇ ਵਿੱਚ ਹਨ, ਆਪਣਾ ਕ੍ਰੈਡਿਟ ਆਪ ਨੂੰ ਦੇ ਰਹੇ ਹਨ। ਮੂਰਖ ਸੋਚਦੇ ਹਨ ਕਿ ਮੈਂ ਹਾਂ ਇੰਚਾਰਜ ਬੰਦਾ ਇੱਥੇ। ਮਹਾਰਾਜ ਜਿੱਥੇ ਉਪਦੇਸ਼ ਦਿੰਦੇ ਹਨ ਕਿ ਹਉਮੈ ਬੁਝ ਹੈ ਤਾਂ ਦਰ ਸੂਝ ਹੈ। ਸੁਝਣਾ ਦਰ ਸੂਝ ਹੈ। ਸੁਝ ਲੈਣਾ ਮਤਲਬ ਸੁਝ ਜਾਏ ਕੋਈ ਗੱਲ, ਤੁਹਾਨੂੰ ਸਮਝ ਆ ਜਾਏ ਗੱਲ। ਦਰ ਸੂਝੇ, ਦਰ ਨਜ਼ਰ ਆ ਜਾਣਾ, ਉਹਦਾ ਦਰਵਾਜ਼ਾ ਨਜ਼ਰ ਆ ਜਾਣਾ। ਇਹਨਾਂ ਅੱਖਾਂ ਨਾਲ ਨਹੀਂ, ਅੰਦਰਲੀ ਅੱਖਾਂ ਨਾਲ ਦਰਵਾਜ਼ਾ ਉਹਦਾ ਦੇਖ ਲੈਣਾ ਜੋ ਸੌਦਾ ਦੀਆਂ ਪੌੜੀਆਂ ਵਿੱਚ ਆਇਆ ਹੈ। ਹਉਮੈ ਨੂੰ ਬੁੱਝ ਲੈਣਾ, ਹਉਮੈ ਨੂੰ ਇਸ ਗੱਲ ਦਾ ਆਪਣੇ ਆਪ ਨੂੰ ਅਹਿਸਾਸ ਦਵਾ ਦੇਣਾ ਕਿ ਮੈਂ ਨਹੀਂ ਆ ਇੱਥੇ, ਮੇਰੇ ਕੰਟਰੋਲ ਚ ਬਹੁਤੀਆਂ ਗੱਲਾਂ ਨਹੀਂ ਹੈ। ਵੱਡਾ ਕਰਨ ਕਰਾਉਣ ਵਾਲਾ ਉਹ ਹੈ, ਮੈਂ ਉਸ ਸਿਸਟਮ ਦਾ ਹਿੱਸਾ ਹਾਂ, ਤੁਸੀਂ ਕਰਨ ਕਰਾਉਣ ਵਾਲੇ ਹੋ। ਫਿਰ ਉਹ ਜਿਹਾ ਬੰਦਾ 24 ਘੰਟੇ ਸ਼ੁਕਰ ਵਿੱਚ ਰਹਿੰਦਾ ਹੈ, 24 ਘੰਟੇ ਇਸ ਬਾਰੇ ਸੋਚਦਾ ਹੈ, 24 ਘੰਟੇ ਬਾਰ-ਬਾਰ ਸ਼ੁਕਰਾਨੇ ਦੀ ਅੰਦਾਜ਼ੇ ਤੋਂ ਦੇਖਦਾ ਹੈ ਕਿ ਹੇ ਦਾਤਾ ਸ਼ੁਕਰ ਹੈ ਤੁਹਾਡਾ, ਮੈਨੂੰ ਸਵੇਰੇ ਖਾਣ ਵਾਸਤੇ ਦਿੱਤਾ। ਹੇ ਦਾਤਾ ਸ਼ੁਕਰ ਹੈ ਧੀਆਂ ਭੂਆ ਦਿੱਤਰ ਦਿਨ ਮੈਨੂੰ। ਸ਼ੁਕਰ ਹੈ ਦਾਤਾ ਮੇਰੇ, ਤੁਸੀਂ ਅੰਡਰਸਟੈਂਡਿੰਗ ਵਾਈਫ ਤੇ ਹਸਬੈਂਡ ਮੈਨੂੰ ਬਖਸ਼ਿਆ ਹੈ। ਸ਼ੁਕਰ ਹੈ ਦਾਤਾ, ਦੇਖੋ ਲੋਕਾਂ ਨੂੰ ਖਾਣ ਪੀਣ ਵਾਸਤੇ ਨਹੀਂ ਕੁਝ ਰਹਿੰਦਾ, ਮੇਰੇ ਫ੍ਰਿਜ ਭਰੇ ਹੋਏ ਹਨ। ਲੇਕਿਨ ਇਹੋ ਜਿਹੇ ਸ਼ੁਕਰ ਦੇ ਅੰਦਾਜ਼ੇ ਜਿਹੜੇ ਹਰ ਬੰਦਾ ਨਹੀਂ ਕਰ ਸਕਦਾ। ਪਰਮਾਤਮਾ ਜਿਹਦੇ ਉੱਤੇ ਗੁਰੂ ਦੀ ਕਿਰਪਾ ਹੋਵੇ ਉਹ ਤੇ, ਕਿਉਂਕਿ ਜਿਹੜੇ ਗਿਆਨ ਵੀ ਹੋਣਾ ਹੈ, ਜਿਹੜੇ ਗੁਰੂ ਤੋਂ ਗਿਆਨ ਤੋਂ ਬਾਣੀ ਤੋਂ ਟੁੱਟਾ ਹੋਇਆ ਜਿਹੜਾ ਗਿਆਨ ਵੀ ਹੋਣਾ ਮਤਲਬ ਉਹਦੇ ਬਿਨਾ ਫਿਰ ਉਹ ਕਥ ਲੁੱਝਿਆ, ਫਿਰ ਬਹੁਤ ਦਰ ਦੀਆਂ ਠੋਕਰਾਂ ਖਾਂਦਾ ਹੈ ਇਹੋ ਜਿਹਾ ਬੰਦਾ। ਕਿਧਰੇ ਕੁਝ ਸਮਝ ਨਹੀਂ ਸਕਦਾ, ਦਰ ਦੀਆਂ ਠੋਕਰਾਂ ਖਾਂਦਾ ਹੈ, ਕਿਧਰੇ ਇੱਥੇ ਠੋਕਰਾਂ ਖਾਂਦਾ ਹੈ, ਉੱਥੇ ਠੋਕਰਾਂ ਖਾਣਾ ਹੈ। ਹੇ ਮੇਰੇ ਦਾਤਾ, ਇਹ ਜਿਹੜੇ ਹਉਮੈ ਦੇ ਲੇਖ ਹਨ, ਇਹ ਹਉਮੈ ਦੇ ਇਨੀਸ਼ੀਅਲ ਲੇਖ ਤੇ ਤੁਸੀਂ ਲਿਖੇ ਨਾ, ਤੁਸੀਂ ਤੇ ਇੰਡੀਵਿਜੁਅਲਿਟੀ ਦਿੱਤੀ ਹੈ ਨਾ ਮੈਨੂੰ ਅਲੱਗ। ਲੇਕਿਨ ਜੇ ਮੈਂ ਚਾਹਨਾ ਤੇ ਗੁਰੂ ਕਾ ਸ਼ਬਦ ਜੇ ਕਮਾਲ ਲੈਣਾ ਤੇ ਮੈਨੂੰ ਪਤਾ ਲੱਗ ਜਾਂਦਾ, ਹਾਂ ਨਾ ਤੇ ਮੇਰਾ ਸੁਰਿੰਦਰ ਹੈ, ਇਹ ਬਾਡੀ ਦੇ ਨਾਲ ਮੈਨੂੰ ਐਸੋਸੀਏਟ ਕੀਤਾ ਗਿਆ ਹੈ, ਹੱਥ ਪੈਰ ਮੇਰੇ ਨਾਲ ਐਸੋਸੀਏਟਡ ਨੇ, ਅੱਖਾਂ ਮੇਰੇ ਨਾਲ ਐਸੋਸੀਏਟਡ ਹਨ। ਪਰ ਹੇ ਮੇਰੇ ਦਾਤਾ, ਤੁਹਾਡਾ ਗਿਆਨ ਜੀ ਮਿਲ ਜਾਂਦਾ ਤੇ ਇਸ ਗੱਲ ਦਾ ਸੋਝ ਆ ਜਾਂਦੀ ਕਿ ਅੱਖਾਂ ਮੇਰੀਆਂ ਨਹੀਂ ਹਨ, ਅੱਖਾਂ ਤੁਹਾਡੀਆਂ ਹੀ ਹਨ, ਜੋ ਤੁਸੀਂ ਪਾਈ ਹੈ ਇਹਦੇ ਵਿੱਚ। ਹੱਥ ਮੇਰੇ ਨਹੀਂ ਹਨ, ਹੱਥ ਤੁਹਾਡੇ ਹੀ ਹਨ, ਇਹ ਸੇਵਾ ਵਾਸਤੇ ਚੱਲਣ।
ਪੈਰ ਮੇਰੇ ਨਹੀਂ ਹਨ, ਪੈਰ ਤੁਹਾਡੇ ਹੀ ਹਨ, ਇਹ ਤੁਹਾਡੇ ਕੋਲ ਚੱਲ ਕੇ ਜਾਣ ਖਾਲੀ। ਦਿਮਾਗ ਮੇਰਾ ਨਹੀਂ ਹੈ, ਦਿਮਾਗ ਤੁਹਾਡਾ ਹੈ। ਇਸ ਵਾਸਤੇ ਹੈ ਮੇਰੇ ਦਾਤਾ, ਇਸ ਦਿਮਾਗ ਵਿੱਚ ਆਪਣੇ ਪਿਆਰ ਦੀਆਂ ਗੱਲਾਂ ਵਿੱਚ ਸੋਝੀ ਪੜਾ ਦਿਓ, ਮੇਰੇ ਚ ਨਹੀਂ ਹੈ ਸੋਝੀ। ਮੇਰੇ ਮਾਈਂਡ ਦੇ ਅੰਦਰ ਤੁਸੀਂ ਇਹੋ ਜਿਹਾ ਥਾਟ ਪ੍ਰੋਸੈਸ ਕ੍ਰੀਏਟ ਕਰੋ ਕਿ ਤੁਹਾਨੂੰ ਸਿਮਰਾਂ, ਮੈਂ ਤੁਹਾਨੂੰ ਯਾਦ ਕਰਾਂ। ਹੁਣ ਇਹੋ ਜਿਹੀ ਬਿਰਤੀ ਵਾਲਾ ਬੰਦਾ, ਨਾਨਕ ਹੁਕਮੀ ਲਿਖਿਆ ਲੇਖ ਤੇ ਅਗਲੀ ਲਾਈਨ ਜਿਹੜੀ ਹੈ ਇਹਦੇ ਵਿੱਚ, ਤੇ ਯੂ ਕੈਨ ਰਾਈਟ 10 books on this line, ਜਿਹਾ ਵੇਖੇ ਤਿਹਾ ਵੇਖ। ਜਿਹਾ ਵੇਖੇ, ਜਿਸ ਤਰ੍ਹਾਂ ਤੂੰ ਦੇਖੇਗਾ। ਜੇ ਤੂੰ ਦੇਖੇਗਾ ਉਸ ਸਿਸਟਮ ਦੇ ਅੰਦਰ, ਤੇ ਆਪਣੇ ਆਪ ਨੂੰ ਉਸ ਨਾਮ ਦਾ ਹਿੱਸਾ ਆਪਣੇ ਆਪ ਨੂੰ ਤੁਹਾਨੂੰ ਨਜ਼ਰ ਆਏਗਾ। ਤੁਹਾਨੂੰ ਨਜ਼ਰ ਆਏਗਾ ਕਿ ਮੈਂ ਪ੍ਰਮਾਤਮਾ ਦਾ ਹੀ ਹਿੱਸਾ ਹਾਂ, ਮੈਂ ਉਹਦਾ ਹਿੱਸਾ ਹਾਂ, ਉਹਦਾ ਬਣਾਇਆ ਹੋਇਆ ਹਾਂ, ਉਹਦੇ ਹੁਕਮ ਵਿੱਚ ਚੱਲਣ ਵਾਲਾ ਹਾਂ। ਤੇ ਫਿਰ ਸ਼ੁਕਰ ਕਦੇ ਵੀ ਉਸੇ ਦਾ ਹੀ ਕਰੇਗਾ, ਕਿਸੇ ਹੋਰ ਦਾ ਨਹੀਂ ਕਰੇਗਾ। ਆਪਣੇ ਤੇ ਤੇਰੀ ਗੱਲ ਨਜ਼ਰ ਨਹੀਂ ਆਏਗੀ ਤੈਨੂੰ। ਜਿਹਾ ਵੇਖੇ ਤਿਹਾ ਵੇਖ, ਜਿਸ ਤਰ੍ਹਾਂ ਤੂੰ ਦੇਖੇਗਾ ਉਸੇ ਤਰ੍ਹਾਂ ਆਪਣੇ ਆਪ ਨੂੰ ਸਮਝੇਗਾ, ਉਸੇ ਤਰ੍ਹਾਂ ਆਪਣੇ ਆਪ ਨੂੰ ਵੇਖੇਗਾ। ਤੇ ਇਹ ਗੱਲ ਰੈਗੂਲਰ ਜ਼ਿੰਦਗੀ ਵਿੱਚ ਵੀ ਹੈ ਨਾ। ਤੁਸੀਂ ਕੋਈ ਰੂਡ ਤੋਂ ਰੂਡ ਬੰਦਾ ਹੋਵੇ, ਅਗਰ ਤੁਸੀਂ ਉਸ ਨਾਲ ਬਹੁਤ ਹੀ ਪਿਆਰ ਤੇ ਨਿਮਰਤਾ ਨਾਲ ਪੇਸ਼ ਆਵੋ, ਤੇ ਉਹ ਵੀ ਬੰਦਾ ਵਿਚਾਰਾ ਫਿਰ ਉਤਨਾ ਰੂਡ ਨਹੀਂ ਰਹੇਗਾ ਜਿਤਨਾ ਹਮੇਸ਼ਾ ਹੁੰਦਾ। ਰੂਡ ਕਹੇਗਾ ਯਾਰ ਇਹ ਕਿੱਥੋਂ ਆ ਗਿਆ, ਤੇ ਜੇ ਬੰਦਾ ਠੀਕ ਵੀ ਹੋਵੇ ਤੇ ਉਸਨੂੰ ਤੁਸੀਂ ਰੂਡਲੀ ਗੱਲ ਕਰੋਗੇ ਤੇ ਉਹ ਫਿਰ ਰਿਐਕਸ਼ਨ ਉਸੇ ਤਰ੍ਹਾਂ ਦੀ ਹੋਏਗੀ ਉਹਦੀ। ਜਿਹਾ ਵੇਖੇ, ਜਿਸ ਤਰ੍ਹਾਂ ਤੁਸੀਂ ਦੇਖੋਗੇ ਸੰਸਾਰ ਨੂੰ, ਜਿਸ ਤਰ੍ਹਾਂ ਤੁਸੀਂ ਆਪਣੇ ਅੰਦਰ ਝਾਤੀ ਮਾਰੋਗੇ, ਉਸੇ ਤਰ੍ਹਾਂ ਆਪਣੇ ਆਪ ਨੂੰ ਮਹਿਸੂਸ ਕਰੋਗੇ। ਕਿਉਂਕਿ हे ਨਾਨਕ, ਇਹ ਹੁਕਮ ਦੇ ਲੇਖ ਲਿਖੇ ਹੋਏ ਹਨ। ਹੁਕਮ ਲਿਖਣ ਵਾਲਾ ਲੇਖ ਤੁਸੀਂ ਨਹੀਂ ਹੋ। ਹੁਕਮ ਦੇਣ ਵਾਲਾ ਹੈ ਹਉਮੈ, ਜਿਹੜੀ ਇਨੀਸ਼ੀਅਲ ਵਾਲੀ। ਲੇਕਿਨ ਅਗਰ ਗਿਆਨ ਵੀ ਹੋਣਾ ਨਾ ਹੋਵਾਂ ਮੈਂ, ਅਗਰ ਤੁਹਾਡਾ ਗਿਆਨ ਮੈਨੂੰ ਮਿਲ ਜਾਏ, ਗੁਰੂ ਕਾ ਸ਼ਬਦ ਕਮਾ ਲਵਾਂ ਮੈਂ, ਫਿਰ ਮੈਂ ਕਥ ਨਹੀਂ ਲੁੱਜਾਂਗਾ। ਫਿਰ ਮੈਂ ਕਥ ਲੁੱਜਣ ਵਾਲਾ ਨਹੀਂ ਹੈ ਮੈਂ। ਫਿਰ ਤੁਸੀਂ ਮੈਨੂੰ ਰੱਖ ਲਵੋਗੇ। I'm going to stop sharing the screen here. And ਕਾਫੀ ਲੰਬਾ ਸ਼ਲੋਕ ਸੀ ਹੈ, ਬਟ ਅਸਾਂ ਦੀ ਵਾਰ ਰੋਜ਼ ਪੜ੍ਹਦੇ ਹਾਂ, ਪਰ ਕਈ ਵਾਰੀ ਸਮਝ ਨਹੀਂ ਆਉਂਦੀ। ਦੂਸਰਾ ਸ਼ਲੋਕ ਵੀ ਮੈਂ ਡਿਸਕਸ ਕਰਨਾ ਹੈ। ਦੂਸਰਾ ਵਾਲਾ ਥੋੜਾ ਜਿਹਾ ਹੋਰ ਡਿਫਰੈਂਟ, ਉਸ ਆਪਣੇ ਗੁਰੂ ਦੇ ਸ਼ਲੋਕ ਨੂੰ ਹੋਰ ਫਰਦਰ ਡਿਫਾਈਨ ਕਰਦੇ ਹਨ ਗੁਰੂ ਅੰਗਦ ਦੇਵ ਜੀ। ਬਟ I'm going to stop sharing the screen here, and this is not the easiest thing in the world to understand. So ਪੜ੍ਹਦੇ ਜਾਂਦੇ ਹਾਂ ਰੋਜ਼ ਅਸਾਂ ਦੀ ਵਾਰ ਵਿੱਚ, ਬਟ ਇੰਟਰਨਲ ਜਿਹੜੇ ਮੀਨਿੰਗ ਜਿਹੜੇ ਹਨ, ਕਈ ਵਾਰੀ ਕਲੈਰਿਟੀ ਨਹੀਂ ਹੋ ਪਾਉਂਦੀ ਉਸਦੀ। ਹਾਂਜੀ, I'll wait for a second to see if anybody has any questions or comments or anything like that. ਹਾਂਜੀ, I have one question. ਹਾਂਜੀ। You said ਕਿ ਕੋਈ ਨੇੜੇ ਆ ਜਾਓ ਸਿਮੀ, ਤੁਹਾਡੀ ਆਵਾਜ਼ ਕਲੀਅਰ ਨਹੀਂ ਆਉਂਦੀ ਕਈ ਵਾਰ। ਜੀ you said ਨਾ ਕਿ ਵੀ ਸਰੀਰ ਚਲਾ ਜਾਂਦਾ ਹੈ, ਆਤਮਾ ਤੇ ਨਹੀਂ ਜਾਂਦੀ, ਰਾਈਟ? ਆਤਮਾ ਤੇ ਇੱਥੇ ਰਹਿੰਦੀ ਹੈ। ਹਾਂਜੀ। So Atma goes into another body. ਇਹਦਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਆਲ ਬਾਣੀ ਵਿੱਚ ਇਹ ਆਇਆ ਕਿ ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਏ, ਇਹ ਵਰਡ ਆਏ ਹਨ। ਹੁਣ ਕਿੱਥੇ ਜਾਂਦੀ ਹੈ ਆਤਮਾ ਤੇ ਉਹਦਾ ਕੀ ਹੁੰਦਾ, ਉਹ ਮੇਰੇ ਕੋਲ ਆਨਸਰ ਨਹੀਂ ਹੈ ਉਹਦੇ। ਆਲ ਆਈ ਨੋ ਇਜ਼ ਜੋ ਬਾਣੀ ਚ ਵਰਡ ਆਏ ਹਨ, ਮੈਂ ਉਹਦੀ ਟ੍ਰਾਂਸਲੇਸ਼ਨ ਕਰ ਸਕਦਾ ਕਿ ਜਿੱਥੋਂ ਆਏ ਸੀ ਵਾਪਸ ਉੱਥੇ ਚਲੀ ਜਾਂਦੀ ਹੈ। ਹੁਣ ਕੀ ਹੁੰਦਾ ਉਸਦਾ, ਹੁਣ ਉਹ ਅਗਰ ਤੁਸੀਂ ਕਿਸੇ ਸਨਾਤਨੀ ਕੋਲ ਪੁੱਛੋਗੇ ਤੇ ਉਹ ਗਰੁੜ ਪੁਰਾਣ ਪੜੇਗਾ। ਉਹ ਕਹੇਗਾ ਜੀ ਆਤਮਾ ਨੇ ਇੰਨਾ ਟਾਈਮ ਲੱਗਦਾ ਆਤਮਾ ਨੂੰ ਸਰੀਰ ਛੋੜਦਿਆਂ, ਐਕਸ ਅਮਾਊਂਟ ਆਫ ਆਤਮਾ ਟਾਈਮ ਤੁਹਾਡੇ ਘਰ ਵਿੱਚ ਰਹਿੰਦੀ ਹੈ, ਉਸ ਵਿੱਚ ਸੂਤਕ ਲੱਗ ਜਾਂਦਾ ਉੱਥੇ, ਫਿਰ ਉਹ ਬਾਹਰ ਚਲੀ ਜਾਂਦੀ ਹੈ, ਫਿਰ ਕਿੰਨਾ ਟਾਈਮ ਲੱਗਦਾ ਉੱਥੇ ਟਰੈਵਲ ਕਰਦਿਆਂ। ਸੋ ਉਹ ਮੈਂ ਤੁਹਾਨੂੰ ਆਨਸਰ ਨਹੀਂ ਕਰ ਸਕਦਾ ਸਿਮੀ ਜੀ, ਅਨਫੋਰਚੂਨੇਟ। ਪਰ ਹੋਰ ਕੋਈ ਕੁਐਸਚਨ ਦੱਸੋ ਆਪਣੀ ਥਾਟ। ਮੇਰਾ ਕੁਐਸਚਨ ਐਕਚੁਅਲੀ ਇਹ ਨਹੀਂ ਸੀ, ਮੇਰਾ ਕੁਐਸਚਨ ਸੀਗਾ ਕਿ ਆਤਮਾ whatever happens to that, but ਸੰਸਕਾਰ ਹੋਇਓ ਰਹਿੰਦੇ ਨੇ। ਨਹੀਂ, ਸੰਸਕਾਰ ਤੁਸੀਂ ਨਾਲ ਲੈ ਕੇ ਜਾਂਦੇ ਹੋ ਆਪਣੇ, ਜਿਹੜੇ ਤੁਹਾਡੇ ਸੰਸਕਾਰ ਇੱਥੇ ਬਣੇ ਸਨ, ਜਿਹੜੇ ਜੇ ਤੁਸੀਂ ਮੁਕਤੀ ਨਹੀਂ ਮਿਲੇ, ਜੇ ਤੁਸੀਂ ਮੁਖ ਦੀ ਪ੍ਰਾਪਤੀ ਨਹੀਂ ਹੋਈ, ਤੇ ਉਹ ਵਾਲੀਆਂ ਜਿਹੜੀਆਂ ਫੁਰਨਿਆਂ ਦੀ ਗੰਢ ਹੈ ਨਾ ਜਿਹੜੀ ਸਾਰੀ। ਰਿਮੈਂਬਰ ਇੱਕ ਵਾਰੀ ਕਲਗੀਧਰ ਚਮਤਕਾਰ ਦੀ ਕਲਾਸ ਵਿੱਚ 12th ਪੌੜੀ ਦੀ ਡਿਫਾਈਨ ਕੀਤਾ ਸੀ, ਜਦੋਂ ਨਾਨਕ ਮੇਰ ਸਰੀਰ ਕਾ ਇੱਕ ਰਥ ਵਾਹ, ਅਗਰ ਤੁਹਾਨੂੰ ਯਾਦ ਹੋਵੇ ਡਿਸਕਸ਼ਨ ਹੋਵੇ, ਤੇ ਉਹਦੇ ਵਿੱਚ ਉਹ ਬਹੁਤ ਕੰਪਲੈਕਸ ਤੇ ਬਹੁਤ ਆਈ ਥਿੰਕ ਆਸਾ ਦੀ ਵਾਰ ਦੇ ਸਭ ਤੋਂ ਔਖਾ ਸ਼ਲੋਕ ਉਹ ਵਾਲਾ ਹੈ, ਨਾਨਕ ਮੇਰ ਸਰੀਰ ਕਾ। ਤੇ ਉਹਦੇ ਵਿੱਚ ਉਸ ਪੌੜੀ ਵਿੱਚ ਮਹਾਰਾਜ ਨੇ ਡਿਸਕਸ ਕੀਤੀ ਸੀ, ਜੇ ਫੁਰਨਿਆਂ ਦੀ ਗੰਢ ਮੁੱਕੀ ਨਹੀਂ ਤੁਹਾਡੀ, ਜੇ ਫੁਰਨੇ ਖਤਮ ਨਹੀਂ ਹੋਏ, ਜੇ ਪ੍ਰਮਾਤਮਾ ਨਾਲ ਮਿਲਾਪ ਨਹੀਂ ਹੋਇਆ, ਤੇ ਉਹ ਫੁਰਨਿਆਂ ਦੀ ਗੰਢ ਅੱਗੇ ਚੱਲਦੀ ਹੈ। ਫਿਰ ਖਾਲੀ ਰਥ ਵਟਾਉਂਦਾ ਬੰਦਾ, ਸਰੀਰ ਵਟਾ ਲੈਂਦਾ, ਰਥਵਾ ਜਿਹੜਾ ਵੈ ਉਹ ਚੱਲਦਾ ਨਾਲ,
फिर एक शरीर वटांदा है तो दूसरा फिर कई रथ वटांदे फिर उन्हें। इसी वास्ते सिमी जी होमे नू ना रोग नू दीर्घ रोग कहा गया है। दीर्घ का मतलब होंदे ने बहुत देर तक चलण वाला, बड़ा लंबा काम जिदा होवे, मने कि बहुत क्रॉनिक है, मने बियॉन्ड अ सिंगल लाइफ टाइम रोग है वाला। क्योंकि होंदा की है सिमी जी की इंसान अपने आप नू समझा नहीं सकता कि एक खेड जिहड़ा रचिया होया है इस परमात्मा ने, मैं इहदा एक हिस्सा हां। ये अपने आप नू मूर्ख अपने आप ते गल लै करके होमे च फस जांदा है। तो फसिया होया बंदा फिर बाणी नाल जुड़ नहीं पांदा ते ओ शरीर दे विच ओ वाले आ नहीं पांदे। सो यस तुहाडा आंसर इज एब्सोल्युटली संस्कार नाल चलदे हन ओदे, फिर ओ संस्कार जिहड़े हन फिर ओ फुरनियां दी गंढ नाल चलदी है ओदे, यू नो फुरनियां दी गंढ बेचारा नाल लैके आंदा है। सो ओ नाल फिर चलदे, शरीर वटांदा है लेकिन फुरनियां दी गंढ नाल चलदी है ओदे। या अने बाणी दे हिसाब दे नाल हुण कई बंदे कहण मैनू नहीं विश्वास जी गल्लां ते प्रूव करो जी, यू नो ये वो। सो ओ मैं उन्हां गल्लां च नहीं जाना। अजकल मैं बड़े थां ते देखदा लोग क्वेश्चन कर लैंदे हन। सो बाणी दे हिसाब दे नाल डेफिनेशन जिहड़ी है सिमी जी ओ है कि आई होप यू वर सैटिस्फाइड विद माय आंसर। नहीं हाँ जी या फुरनियां दी गंढ तुहाडी नाल चलदी है अनफॉर्चुनेटली। या हां जी, थैंक यू जी। नो प्रॉब्लम। आई एम या हां जी विजी जी यू हैड अ क्वेश्चन। हां ਹਾਂਜੀ जी हां जी ਇਹ ਜੀ ਜਿਹੜੀ ਤੀਜੀ ਪੌੜੀ ਹੈ ਆਸਾ ਦੀ ਵਾਰ ਦੀ, ਉਹਦੇ ਵਿੱਚ ਵੀ ਥੋੜਾ ਬਹੁਤ ਹਿੰਟ ਦਿੱਤਾ ਗਿਆ ਕਿ ਕੀ ਹੁੰਦਾ ਆਫਟਰ ਯੂ ਪੈਸ ਅਵੇ, ਆਪੀ ਨੇ ਭੋਗ ਭੋਗ ਕੇ ਕੋਈ ਪਸਮੜ ਭੌੜ ਸਿਧਾਇਆ। So I think if they can study that a little bit more, that maybe ultimately I think you have to understand that in your own head. So it is a very difficult question to answer. Yeah, so justice है फिर अगे जाके फिर ते उत्थे सच्चे ही सच निबड़े चुन वाकड़े जजमालिया ते होना है जरूर। सो अपने इत्थे ध्यान रखे की करदा पिया बंदा, यू नो। बट हाँ जी विकी जी तुहाडा क्वेश्चन तुसी हैंड दा साइन तो बड़ा आई एम वेरी इम्प्रेस्ड बाय दैट, व्हिच इज दैट्स गुड। सो Thank you, Viji. Thank you for taking my question. My question is regarding वो ਜਿਹੜੀ last line ਤੁਸੀਂ discuss ਕਰ ਰਹੇ ਸੀ, ਜਿਹਾ ਵੇਖੇ ਤੇਹਾ ਵੇਖ, ਤੇ ਉਹ ਉਸ ਦੀ practical application ਦੇ ਬਾਰੇ I guess I was wondering if there are other compositions in Guru Granth Sahib Ji which give little bit more insight into how to apply that, ਕਿਉਂਕਿ ਵੀਰ ਜੀ ਇੱਕ ਤੇ ਗੱਲ ਹੈਗਾ ਕਿ one can talk to a, just now to say example there is if you're talking to a rude person but then you talk to them very nicely and so that you get a, you know, like a good reaction back from them. Lekin kai jagah hum sanu eh bhi pata hega ki we have to look at the situation realistically, and you know, depending on the situation, I mean bahut nuances honde hege. Every time you cannot just be very nice to everybody. So I'm just wanting to understand that line better. ਉਸ ਦੀ ਅਗਰ ਹੋਰ ਕੋਈ ਰੈਫਰੈਂਸਸ ਹੋਣ ਤੇ I would appreciate it. ਸੋ ਸੰਥਿਆ ਵਿੱਚ ਭਾਈ ਸਾਹਿਬ ਭਾਈ ਵੀਰ ਸਿੰਘ ਨੇ ਬੜਾ ਟਾਈਮ ਸਪੈਂਡ ਕੀਤਾ ਉਸ ਲਾਈਨ ਦੇ ਵਿੱਚ। ਵੋਲਿਊਮ 1 ਵਿੱਚ ਤੁਸੀਂ ਦੇਖ ਸਕਦੇ ਹੋ ਭਾਈ ਸਾਹਿਬ ਦੀਆਂ ਰਾਈਟਿੰਗਸ ਆਪਣੀਆਂ। ਜਿਹਾ ਵੇਖੇ ਤੇਹਾ ਵੇਖ, ਜਿਸ ਤਰ੍ਹਾਂ ਤੂੰ ਦੇਖੇਗਾ ਜਾਂ ਜਿਸ ਤਰ੍ਹਾਂ ਤੂੰ ਮਹਿਸੂਸ ਕਰੇਗਾ, ਜੇ ਮਹਿਸੂਸ ਕਰੇਗਾ ਆਪਣੇ ਉਹਦਾ ਵੱਡਾ ਹਿੱਸਾ ਤੇ ਫਿਰ ਠੀਕ ਰਹੇਗਾ। ਤੇ ਦੁਨੀਆ ਦੀ ਐਪਲੀਕੇਸ਼ਨ ਵਿੱਚ ਮੈਂ ਤੇ ਦੇਖਿਆ ਪਰਸਨਲੀ ਕਿ ਰੂਡ ਤੋਂ ਰੂਡ ਕਲਾਇੰਟ ਨਾਲ ਅਗਰ ਤੁਸੀਂ ਅਗਰ ਬਹੁਤ ਨਿਮਰਤਾ ਨਾਲ ਗੱਲ ਕਰੋ ਤੇ ਅਗਲੇ ਫਿਰ ਉਤਨੇ ਰੂਡ ਨਹੀਂ ਰਹਿੰਦੇ। ਲੈਟਸ ਸੇ ਰੂਡਨੈਸ ਦਾ ਲੈਵਲ ਉਹਨਾਂ ਦਾ 8 ਜਾਂ 9 ਹੈ ਤੇ ਤੁਸੀਂ ਅਗਰ ਬਹੁਤ ਨਿਮਰਤਾ ਦਾ ਲੈਵਲ ਤੁਹਾਡਾ 10 ਹੋਵੇ ਅਗਰ ਉਹਦੇ ਨਾਲ, ਤੇ ਉਹ ਵਿਚਾਰੇ ਰੂਡਨੈਸ ਦਾ ਲੈਵਲ ਘਟਾ ਕੇ 8 ਤੋਂ 4 ਤੇ ਆ ਜਾਂਦਾ ਉਹਦਾ। ਉਹ ਵਿਚਾਰਾ ਕੀ ਕਰੇ ਹੁਣ, ਉਹ ਕਿਤਨਾ ਬੰਦਾ ਕੋ ਰੂਡ ਹੋਏਗਾ ਤੁਹਾਡੇ ਨਾਲ। ਮੈਨੂੰ ਅਚਾਨਕ ਇੱਕ ਗੱਲ ਖਿਆਲ ਆਇਆ, ਆਮ ਗੋਇੰ ਟੂ ਸ਼ੇਅਰ ਦਿਸ ਨਾਓ। ਸੂਰਜ ਪ੍ਰਕਾਸ਼ ਇੱਕ ਸਾਖੀ ਆਂਦੀ ਹੈ ਤੇ ਗੁਰੂ ਨਾਨਕ ਦੇਵ ਜੀ ਦੇ ਵੱਡੇ ਬੇਟੇ ਬਾਬਾ ਸ਼੍ਰੀ ਚੰਦ ਜਦੋਂ ਛੋਟੇ ਸਨ, ਜਦੋਂ ਤੇ ਨਹੀਂ ਇਸ ਪਾਸੇ ਟੁਰ ਪਾਏ, ਟੈਸਟ ਵਿੱਚ ਨਹੀਂ ਪਾਸ ਹੋ ਪਾਏ, ਗੁਰਿਆਈ ਨਹੀਂ ਮਿਲੀ ਉਹਨਾਂ ਨੂੰ। ਗੁਰਿਆਈ ਭਾਈ ਲਹਿਣਾ ਜੀ ਨੂੰ ਮਿਲੀ, ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ। ਤੇ ਫਿਰ ਜਦੋਂ ਵੱਡੇ ਹੋਏ, ਜਦੋਂ ਤੇ ਚਾਨਣਾ ਹੋਇਆ ਉਹਨਾਂ ਨੂੰ ਕਿ ਨਹੀਂ ਮੇਰੇ ਪਿਤਾ ਗੁਰੂ ਠੀਕ ਸਨ, ਤੇ ਇਸ ਪਾਸੇ ਲੱਗ ਗਏ। ਬਹੁਤ ਸਪਿਰਿਚੁਅਲ, ਬਹੁਤ ਉਦਾਸੀ ਦੀ ਰੀਤ ਉਹਨਾਂ ਨੇ ਚਲਾਈ। ਉਦਾਸੀ ਦੀਆਂ
ਉਦਾਸੀ ਦੀ ਪ੍ਰਥਾ ਉਹਨਾਂ ਨੇ ਚਲਾਈ, ਪ੍ਰਮਾਤਮਾ ਨਾਲ ਬੜੇ ਵੱਡੇ ਪ੍ਰਮਾਤਮਾ ਦੇ ਭਗਤ ਬਣੇ। ਹਾਲੇ ਕਿ ਕਈ ਗੱਲਾਂ ਇਹੋ ਜਿਹੀਆਂ ਹਨ ਉਹਨਾਂ 'ਚ ਜੋ ਅਸੀਂ ਅਲਾਉ ਨਹੀਂ ਕਰਦੇ। ਫੋਰ ਐਗਜ਼ਾਮਪਲ ਸਾਡੇ ਵਿੱਚ ਵੀਰ ਜੀ ਘਰ-ਬਾਰ ਛੋੜਨਾ ਅਲਾਉਡ ਨਹੀਂ ਹੈ। ਸਾਡੇ ਵਿੱਚ ਮਤਲਬ ਕਿ ਯੂ ਕੈਨਾਟ ਲਾਈਕ ਆਪਣੇ ਮਾਪਿਓ ਨੂੰ ਛੋੜਨਾ, ਘਰ-ਬਾਰ ਛੋੜਨਾ ਦੀ ਇਜਾਜ਼ਤ ਨਹੀਂ ਹੈ, ਉਹਨਾਂ ਵਿੱਚ ਹੈ। ਪਰ ਤਾਂ ਵੀ ਪ੍ਰਮਾਤਮਾ ਦੇ ਬੜੇ ਵੱਡੇ ਭਗਤ ਬਣੇ। ਤੇ ਇੱਕ ਦਿਨ ਅਚਾਨਕ ਮਨ 'ਚ ਖਿਆਲ ਆਇਆ ਕਿ ਗੁਰੂ ਨਾਨਕ ਦੀ, ਕਿਉਂਕਿ ਉਮਰ ਬੜੀ ਲੰਬੀ ਸੀ ਵੀਰ ਜੀ ਉਹਨਾਂ ਦੀ, he was 120 years old when he passed away। ਤੇ 4 ਗੁਰੂਆਂ ਦੇ ਦਰਸ਼ਨ ਕੀਤੇ ਹਨ ਉਹਨਾਂ ਨੇ। ਤੇ ਇੱਕ ਮਨ 'ਚ ਖਿਆਲ ਆਇਆ ਕਿ ਗੁਰੂ ਨਾਨਕ ਦੇਵ ਜੀ ਦੀ ਚੌਥੀ ਜੋਤ ਗੁਰੂ ਰਾਮਦਾਸ ਪਾਤਸ਼ਾਹ ਅੰਮ੍ਰਿਤਸਰ ਜੋਗ ਜਗਾਉਂਦੇ ਹਨ। ਸੰਗਤਾਂ ਨੇ ਬਿਨਤ ਕੀਤੀ ਕਿ ਤੁਸੀਂ ਉਹਨਾਂ ਨੂੰ ਇੱਕ ਵਾਰੀ ਮਿਲੋ, ਗੁਰੂ ਨਾਨਕ ਦਾ ਰੂਪ ਹਨ ਉਹ ਆਪ। ਭਗਤ ਸਨ ਬੜੇ ਵੱਡੇ ਆਪ, ਤੇ ਚੱਲ ਕੇ ਅੰਮ੍ਰਿਤਸਰ ਸਾਹਿਬ ਪੁੱਜੇ ਤੇ ਉਹ ਦਰਸ਼ਨ ਕਰਨ ਆਏ ਗੁਰੂ ਰਾਮਦਾਸ ਪਾਤਸ਼ਾਹ ਦੇ। ਤੇ ਮਨ ਵਿੱਚ ਗੁਮਾਨ ਵੀ ਸੀ ਬੜਾ ਕਿ ਭਗਤ ਹਾਂ। ਉਹ ਭਗਤੀ ਕਰਨ ਤੋਂ ਬਾਅਦ ਵੀ ਉਹਨਾਂ ਦੇ ਮਨ 'ਚ ਹਾਲੇ ਪੂਰੀ ਤਰ੍ਹਾਂ ਨਿਮਰਤਾ ਆਈ ਨਹੀਂ ਸੀ। ਮਹਾਰਾਜ ਜਾਣੂ ਸਨ ਇਸ ਗੱਲ ਦੇ। ਸੂਰਜ ਪ੍ਰਕਾਸ਼ ਲਿਖਿਆ ਹੋਇਆ ਹੈ, ਜਦੋਂ ਦਰਬਾਰ 'ਚ ਪਹੁੰਚੇ, ਨਮਸਕਾਰ ਕੀਤੀ ਤੇ ਕੁਐਸਚਨ ਕਰ ਦਿੱਤਾ ਗੁਰੂ ਨੂੰ ਕਿ ਗੁਰੂ ਰਾਮਦਾਸ ਦਾ ਦਾੜਾ ਬੜਾ ਲੰਬਾ ਸੀ, ਉਹਨਾਂ ਦਾ ਬਹੁਤ ਲੰਬਾ ਸੀ ਦਾੜਾ। ਕੁਐਸਚਨ ਕਰ ਦਿੱਤਾ ਆਪਣੇ ਗੁਰੂ ਨੂੰ ਕਿ ਇਹ ਇਤਨਾ ਲੰਬਾ ਵੱਡਾ ਦਾੜਾ ਕਿਉਂ ਤੁਸੀਂ ਰੱਖਿਆ ਹੋਇਆ ਹੈ? what is the purpose of this big beard that you have? ਇੰਨਾ ਲੰਬਾ ਦਾੜਾ ਕਿਉਂ ਰੱਖਿਆ ਹੈ ਤੁਸੀਂ? ਤੇ ਉੱਥੇ ਦੇਖੋ ਕਿੰਨਾ ਨਿਮਰਤਾ ਵਾਲਾ ਆਨਸਰ ਦਿੱਤਾ ਉਹਨਾਂ ਨੇ। ਕਹਿੰਦੇ ਇਹ ਦਾੜਾ ਤੁਹਾਡੇ ਵਰਗੇ ਸੰਤ ਪੁਰਖਾਂ ਦੀ ਪੈਰ ਨੂੰ ਧੋਣ ਵਾਸਤੇ ਰੱਖਿਆ ਹੈ, ਪ੍ਰਮਾਤਮਾ ਨੇ ਦਿੱਤਾ ਹੈ ਤੁਹਾਨੂੰ। ਜੇ ਤੁਹਾਡੇ ਵਰਗੇ ਆਣ ਮੇਰੇ ਦਰਬਾਰ ਵਿੱਚ, ਜੇ ਤੁਹਾਡੇ ਵਰਗੇ ਗੁਰੂ ਨਾਨਕ ਦੇ ਪੁੱਤਰ ਆਣ ਮੇਰੇ ਦਰਬਾਰ ਵਿੱਚ, ਤੁਹਾਡੇ ਪੈਰ ਧੋਣ ਨੂੰ ਇਹ ਦਾਤੇ ਨੇ ਵੱਡਾ ਦਾੜਾ ਤਾਂ ਦਿੱਤਾ ਹੈ, ਉੱਠ ਕੇ ਤੁਹਾਡੇ ਪੈਰ ਧੋ ਸਕਾਂ ਮੈਂ। ਕਹਿਣ ਦਾ ਮੇਰਾ ਮਤਲਬ ਉਹ ਹੈ ਕਿ ਜਦੋਂ ਤੁਸੀਂ ਇਹੋ ਜਿਹਾ ਆਨਸਰ ਜਦੋਂ ਉਹਨਾਂ ਨੇ ਸੁਣਿਆ ਤੇ ਉੱਥੇ ਤੇ ਢਹਿ ਗਏ। ਤੇ ਬਚਨ ਆਏ ਹਨ ਸੂਰਜ ਪ੍ਰਕਾਸ਼ ਵਿੱਚ ਕਿ ਕਹਿੰਦੇ ਹੁਣ ਪਤਾ ਲੱਗਿਆ ਕਿਉਂ ਗੁਰਿਆਈ ਸਾਡੇ ਘਰੋਂ ਚਲੀ ਗਈ, ਹੁਣ ਪਤਾ ਲੱਗਿਆ ਕਿਉਂ ਤੁਸੀਂ ਬੈਠੇ ਹੋ ਉੱਥੇ, ਅਸੀਂ ਨਹੀਂ ਬੈਠੇ ਹੋਏ ਉੱਥੇ। ਸੋ ਵੀ ਜੀ ਜੇ ਆ ਵੇਖੇ ਤੇ ਆ ਵੇਖ ਕਾਮਨਲੀ ਯੂਜ਼ ਕਰ ਸਕਦੇ ਹੋ ਤੁਸੀਂ। ਮੈਂ ਤੇ ਕੀਤਾ ਹੋਇਆ ਬੜੀ ਵਾਰੀ। ਜੇ ਨਾ ਇਹ ਯੂਜ਼ ਨਾ ਕਰੋ ਵੀ ਜੀ ਤੇ ਗੁਰਦੁਆਰੇ ਇੰਨੀ ਦੇਰ ਬੰਦਾ ਸੇਵਾ ਨਹੀਂ ਕਰ ਸਕਦਾ। ਗੁਰੂ ਇਤਨੀ ਮੁਸ਼ਕਿਲ ਹੈ ਬੜੀ ਕਰਨੀ। ਬੜੇ ਬੰਦੇ ਰੋਲੇ ਅਟਕਾਉਂਦੇ ਹਨ ਰਸਤੇ 'ਚ, ਬੜੇ ਬੰਦੇ ਪ੍ਰੋਬਲਮ ਕ੍ਰੀਏਟ ਕਰਦੇ ਹਨ ਰਸਤੇ ਵਿੱਚ। ਸੋ ਕਿਧਰੇ ਨਾ ਕਿਧਰੇ ਤੇ ਇਹਦੀ ਪ੍ਰੈਕਟੀਕਲ ਐਪਲੀਕੇਸ਼ਨ ਬੜੀਆਂ ਹਨ। ਜਿਸ ਤਰ੍ਹਾਂ ਤੁਸੀਂ ਆਪ ਅਗਰ ਤੁਸੀਂ ਉਂਝ ਦੇਖੋਗੇ ਆਪਣੇ ਆਪ ਨੂੰ ਤੇ ਤੁਸੀਂ ਫਿਰ ਅਗਲੇ ਦੇ ਵਿੱਚ ਉਹ ਵਾਲੀ ਫੀਲਿੰਗ ਜਿਹੜੀ ਹੈ ਉਹ ਕਿਸੇ ਹੱਦ ਤੱਕ ਕ੍ਰੀਏਟ ਕਰ ਸਕਦੇ ਹੋ। ਉਹ ਵਾਲੀ ਫੀਲਿੰਗ ਜੇ ਆਪਣੇ ਆਪ ਨੂੰ ਉਸ ਪ੍ਰਮਾਤਮਾ ਦਾ ਹਿੱਸਾ ਨਹੀਂ ਸਮਝਿਆ ਤੁਸੀਂ, ਜੇ ਆਪਣੇ ਆਪ ਨੂੰ ਉਹਦਾ ਪਾਰਟ ਨਹੀਂ ਸਮਝਿਆ, ਤੇ ਫਿਰ ਉਹਦੇ ਉਸ ਹੁਕਮ ਨੂੰ ਤੇ ਉਸ ਨਾਮ ਨੂੰ ਐਕਸੈਪਟ ਕਰਨ 'ਚ ਬੜੀ ਮੁਸ਼ਕਿਲ ਆਉਂਦੀ ਹੈ ਵੀਰ ਜੀ। I don't have anything further to say. Right or wrong, ਗੁਰਬਾਣੀ 'ਚ ਬੜੀ ਥਾਂ ਇਸ ਬਾਰੇ ਡਿਸਕਸ਼ਨ ਆਈ ਹੈ। ਜੇ ਆ ਵੇਖਿਆ ਤੇ ਆ ਵੇਖ ਦੇ ਉੱਤੇ ਤੇ ਭਾਈ ਸਾਹਿਬ ਦੇ ਨੋਟ ਤੁਸੀਂ ਆਪ ਪੜ੍ਹਨਾ ਸੰਥਿਆ ਵਿੱਚ, ਉਹ ਤੁਹਾਨੂੰ ਇੰਟਰਨੈਟ ਤੇ ਤੁਸੀਂ ਡਾਊਨਲੋਡ, I think ਵੋਲਿਊਮ ਨੰਬਰ 6 ਹੈ if I'm not wrong, ਜਾਂ ਵੋਲਿਊਮ ਨੰਬਰ 7 ਹੈ, ਮੈਨੂੰ ਯਾਦ ਨਹੀਂ ਕਿਹੜਾ ਨੰਬਰ ਵੋਲਿਊਮ ਹੈ। ਸੋ ਤੁਸੀਂ ਉਹਨਾਂ ਆਸਾ ਦੀ ਵਾਰ ਦੇ ਚੈਪਟਰ ਵਿੱਚ ਜਾ ਕੇ ਭਾਈ ਸਾਹਿਬ ਭਾਈ ਵੀਰ ਸਿੰਘ ਇਹਨਾਂ ਦੇ ਨੋਟਸ ਪੜ੍ਹਨਾ। ਆਈ ਥਿੰਕ ਉਹ ਪੜ੍ਹ ਕੇ ਤੁਹਾਨੂੰ ਸ਼ਾਇਦ ਬੈਟਰ ਹੋਰ ਅੰਦਰੋਂ ਫੀਲਿੰਗ ਆਏਗੀ ਪੜ੍ਹ ਕੇ। that's when I read, so ਉੱਥੋਂ ਮੈਂ ਵੀ ਉੱਥੋਂ ਹੀ ਪੜ੍ਹਿਆ। ਸੋ ਤੁਸੀਂ ਪੜ੍ਹ ਲੈਣਾ ਉੱਥੋਂ and maybe you'll understand a little better. ਹਾਂਜੀ, thank you. No problem. ਹਾਂਜੀ, ਸਾਖੀ ਸ਼ਾਇਦ ਤੁਸੀਂ ਪਹਿਲੇ ਸੁਣੀ ਹੋਵੇ, ਬਟ ਹੁਣ ਮੇਰੇ ਮਨ 'ਚ ਖਿਆਲ ਆਇਆ ਤੇ ਮੈਂ ਕਿਹਾ ਮੈਂ ਸ਼ੇਅਰ ਕਰਾਂਗਾ ਇਸ ਗੱਲ ਨੂੰ। ਸੋ ਹਾਂਜੀ, anybody else has any questions on that shlok that we just read though? I mean, just try to understand. No questions? ਠੀਕ ਹੈ, then I'm going to continue discussing the next shlok though, ਜਿਹੜਾ ਗੁਰੂ ਅੰਗਦ ਦੇਵ ਮਹਾਰਾਜ ਦਾ ਹੈ। ਤੇ ਇਸ ਸ਼ਲੋਕ ਵਿੱਚ ਫਰਦਰ ਡਿਫਾਈਨ ਕਰਦੇ ਹਨ ਹੋਮੇ ਦੇ ਕਨਸੈਪਟ ਨੂੰ ਗੁਰੂ, ਕਿ ਹੋਮੇ ਇਹ ਜਾਤ ਹੈ ਹੋਮੇ ਕਰਮ ਕਮਾਏ, ਹੋਮੇ ਇਹੀ ਬੰਦਨਾ ਫਿਰ ਜੋਨੀ ਪਾਏ। ਹੋਮੇ ਇਹ ਜਾਤ ਦਾ ਮਤਲਬ ਹੈ, ਇੱਥੇ ਜਾਤ ਦਾ ਮਤਲਬ ਹੈ ਉਤਪਤੀ, ਪੈਦਾ ਹੋ ਜਾਣਾ। ਜੀਵ ਦੇ ਆਣਾ ਜਾਣਾ ਜਾਂ ਉਹਦੀ ਜਾਤ ਜਾਂ ਉਹਦੇ ਪੈਦਾ ਹੋਣ ਦਾ ਕਾਰਨ ਹੋਮੇ ਹੀ ਹੈ ਵਰਤੋਂ ਟੱਡਾ।
ਆਣੇ ਜਾਣੇ ਦਾ ਚੱਕਰ ਜਿਹੜਾ ਵੈ ਇਹ ਹੋਂਦ ਦੇ ਆਸਰੇ ਜੀਵਨ ਜੀ ਕੇ ਹੀ ਆਣਾ ਜਾਵਣਾ ਬਣਿਆ ਹੋਇਆ ਹੈ। ਤੇ ਜਿਹੜਾ ਹੋਂਦ ਦੇ ਆਸਰੇ ਜਾਤ ਹੈ, ਜਿਹਦੇ ਹੋਂਦ ਦੇ ਆਸਰੇ ਜੀਵਨ ਹੈ, ਉਹ ਹੋਂਦ ਫਿਰ ਤੁਹਾਡੇ ਕਰਮ ਵਿੱਚ ਆ ਜਾਂਦੀ ਹੈ, ਤੁਹਾਡੇ ਡੇਲੀ ਲਿਵਿੰਗ ਵਿੱਚ ਆ ਜਾਂਦੀ ਹੈ। ਦੇਖੋ ਬੜਾ ਮੁਸ਼ਕਿਲ ਹੈ ਆਪਣੇ ਆਪ ਨੂੰ ਡੇਲੀ ਲਿਵਿੰਗ ਚ ਨਾ ਲੈ ਕੇ ਆਣਾ ਹੋਂਦ ਦੀ ਫੀਲਿੰਗ ਜਿਹੜਾ ਹੋਂਦ ਵਿੱਚ ਹੋਵੇ। ਫੋਰ ਐਗਜ਼ਾਮਪਲ ਮੈਂ ਬੰਦਾ ਸੋਚਦਾ ਹੋਵੇ ਯਾਰ ਮੈਂ ਹੀ ਪੈਸੇ ਕਮਾ ਰਿਹਾ ਜਾਂ ਮੈਂ ਹੀ ਹਾਂ ਇੱਥੇ ਕਰਨ ਵਾਲਾ। ਅੱਛਾ ਇਹ ਨਹੀਂ ਸੋਚ ਰਿਹਾ, ਇਹ ਨਾ ਸੋਚਿਓ ਕਿ ਇਹ ਸੋਚਦਾ ਪਿਆ ਕਿ ਮੇਰੇ ਤੋਂ ਵੱਡਾ ਕੋਈ ਪੈਸੇ ਕਮਾਉਣ ਵਾਲਾ ਨਹੀਂ ਹੈ। ਤੇ ਇਸ ਗੱਲ ਦਾ ਧਿਆਨ ਰੱਖਣਾ, ਇਹ ਨਹੀਂ ਸੋਚ ਰਿਹਾ ਕਿ ਮੈਂ ਸਭ ਤੋਂ ਅਮੀਰ ਹਾਂ ਜਾਂ ਮੈਂ ਸਭ ਤੋਂ ਬਲਵਾਨ ਹਾਂ ਜਾਂ ਮੈਂ ਸਭ ਤੋਂ ਸਿਆਣਾ ਹਾਂ ਜਾਂ ਮੈਂ ਸਭ ਤੋਂ ਵੱਡਾ, ਮੈਨੂੰ ਸਭ ਤੋਂ ਜ਼ਿਆਦਾ ਗੁਰਬਾਣੀ ਬਾਰੇ ਸਮਝ ਹੈ। ਇਹ ਨਹੀਂ ਸੋਚ ਰਿਹਾ ਉਹ, ਪਰ ਇਹ ਜ਼ਰੂਰ ਸੋਚ ਰਿਹਾ ਕਿ ਮੈਂ ਕਰਦਾ ਪਿਆ ਹਾਂ, ਇਹ ਮੇਰੇ ਸਮਰੱਥਾ ਹੈ ਸਭ ਕਰਨ ਦੀ, ਮੈਂ ਪੜਿਆ ਹੈ ਸਾਰਾ। ਤੇ ਇਹੋ ਜਿਹਾ ਸੋਚਣ ਵਿੱਚ ਜਿਹੜਾ ਇਹੋ ਜਿਹੀ ਸੋਚਦਾ ਜਿਹੜਾ ਬੰਦਾ ਜਿਹਦਾ ਜਾਤ ਜਿਹੜੀ ਹੈ, ਜਿਹਦੀ ਉਤਪਤੀ ਉਸ ਹੋਮੇ ਨਾਲ ਹੋ ਰਹੀ ਹੈ, ਫਿਰ ਉਹ ਹੋਮੇ ਤੁਹਾਡੇ ਕਰਮਾਂ ਦੇ ਵਿੱਚ ਐਂਟਰ ਕਰ ਜਾਂਦੀ ਹੈ। ਫਿਰ ਛੋਟੀ ਛੋਟੀ ਗੱਲ ਤੇ ਤੁਹਾਨੂੰ ਹੋਣ ਦੀ ਫੀਲਿੰਗ ਆਏਗੀ। ਹਾਂਜੀ ਮੇਰਾ ਬੱਚਾ ਸਭ ਤੋਂ ਬੈਸਟ ਹੈ, ਜਾਂ ਮੇਰੀ ਵਾਈਫ ਬੈਸਟ ਹੈ, ਜਾਂ ਮੇਰੀ ਵਾਈਫ ਨੂੰ ਕੁਝ ਹੋ ਜਾਏ ਤਾਂ ਆਈ ਹੈਵ ਅ ਬਿਗ ਪ੍ਰੋਬਲਮ, ਬਾਈ ਨਾਲ ਵਾਲੇ ਦੀ ਵਾਈਫ ਨੂੰ ਕੁਝ ਹੋ ਜਾਏ ਤਾਂ ਮੈਨੂੰ ਕੋਈ ਇਸ਼ੂ ਨਹੀਂ ਹੈ ਉੱਥੇ। ਉਹ ਮੇਰੀ ਹੈ, ਇਹ ਮੇਰਾ ਨਹੀਂ, ਇਹਨੂੰ ਬਿਮਾਰੀ ਕਿਉਂ ਹੋ ਗਈ ਜਾਂ ਇਹਨੂੰ ਇਹ ਕਿਉਂ ਕੁਝ ਹੋ ਗਿਆ। ਉਹ ਕਰਮਾਂ ਦੇ ਵਿੱਚ ਪ੍ਰਵਿਰਤ ਕਰ ਲੈਂਦਾ ਹੋਮੇ ਦੀ ਫੀਲਿੰਗ ਨੂੰ। ਫਿਰ ਜਦੋਂ ਕਰਮ ਵਿੱਚ ਪ੍ਰਵਿਰਤ ਹੋ ਜਾਂਦਾ, ਜਦੋਂ ਤੁਹਾਡੀ ਡੇਲੀ ਲਿਵਿੰਗ ਵਿੱਚ ਉਹ ਵਾਲੀ ਫੀਲਿੰਗ ਆ ਜਾਂਦੀ ਹੈ, ਤੇ ਫਿਰ ਉਸ ਕਰਮ ਤੋਂ ਪਹਿਲੇ ਜਾਤ ਸੀ, ਫਿਰ ਕਰਮ ਹੋ ਗਏ, ਫਿਰ ਬੰਧਨ ਆ ਗਏ, ਹੁਣ ਬੰਧਨ ਚ ਪੈ ਗਿਆ। ਔਰ ਇਹ ਬੰਧਨ ਦੀ ਜਿਹੜੀ ਫੀਲਿੰਗ ਜਿਹੜੀ ਹੈ, ਮਨੇ ਜਦੋਂ ਉਹਦੇ ਫਿਰ ਬੰਧਨ ਚ ਜਦੋਂ ਪੈ ਜਾਂਦਾ, ਫਿਰ ਬੰਧਨ ਚ ਪੈਣ ਵਾਲਾ ਬੰਦਾ ਸਿਰਫ ਬੰਧਨ ਦੇ ਥੱਲੇ ਹੁੰਦਾ, ਮਤਲਬ ਕਿ ਉਹ ਫਿਰ ਜਕੜਿਆ ਜਾਂਦਾ ਉਹਨਾਂ ਰਿਲੇਸ਼ਨਸ਼ਿਪ ਦੇ ਵਿੱਚ, ਉਸ ਤੋਂ ਬਾਹਰ ਦੇਖ ਨਹੀਂ ਸਕਦਾ ਪ੍ਰਮਾਤਮਾ ਤੋਂ। ਉਹ ਆਪਣੀ ਖੁਸ਼ੀ ਦੀ ਪੂਰਤੀ ਦੇ ਕਾਰਨ ਉਸਨੂੰ ਉਸਦੇ ਵਿੱਚ ਜੀਂਦਾ ਹੈ। ਸੋ ਫॉर ਐਗਜ਼ਾਮਪਲ ਪੁੱਤਰ ਨਾਲ ਪਿਆਰ ਤੇ ਹੈ, ਪਰ ਪੁੱਤਰ ਨਾਲ ਪਿਆਰ ਇਸ ਵਾਸਤੇ ਵੀ ਹੈ ਕਿ ਪੁੱਤਰ ਕਮਾ ਕੇ ਦੇ ਰਿਹਾ ਤੇ ਮੈਂ ਉਹਦੀ ਕਮਾਈ ਖਾ ਰਿਹਾ। ਜਾਂ ਫਾਦਰ ਦਾ ਪਿਆਰ ਹੈ ਤੇ ਹੈ, ਪਰ ਫਾਦਰ ਦਾ ਪਿਆਰ ਤਦ ਤੱਕ ਹੈ ਜਾਂ ਜ਼ਿਆਦਾ ਹੈ ਕਿਉਂਕਿ ਫਾਦਰ ਇਜ਼ ਅ ਪ੍ਰੋਵਾਈਡਰ ਹੇਅਰ। ਤੇ ਲੈਟਸ ਸੇ the father was very poor, or I'm going to take it one step further. Father was very sick and could not even go, and father is in the hospital for last 6 years. कि ਉਹ फादर ਨਾਲ ਉਨਾ ਪਿਆਰ ਹੋਏਗਾ, ਉਤਨੀ ਖਿੱਚ ਹੋਏਗੀ ਉਸ फादर ਨਾਲ, ਕਿ ਉਸ फादर ਨੂੰ ਦੇਖਣ ਦਾ ਮਨ ਤੜਪੇਗਾ, as opposed to that father that is healthy and alive ਤੇ ਉਹ ਵੀ ਹੈ, ਲੇਕਿਨ ਉਹ ਪੈਸੇ ਕਮਾ ਰਿਹਾ, ਹਰ ਚੀਜ਼ ਦੀ ਪੂਰਤੀ ਕਰਦਾ ਪਿਆ, ਖਾਣੇ ਵਿੱਚ ਜੋ ਚੀਜ਼ ਮੰਗਦਾ ਉਹ ਚੀਜ਼ ਮਿਲ ਜਾਂਦੀ ਹੈ ਉਸਨੂੰ, ਉਹਦੇ ਨਾਲ ਜੋ ਪਿਆਰ ਹੈ। ਤੇ ਉਹ ਫਾਦਰ ਜਿਹੜਾ ਹਸਪੀਟਲ ਪਿਆ ਹੋਇਆ ਪਿਛਲੇ 6 ਸਾਲਾਂ ਤੋਂ, ਜਿਹੜੇ ਵਿਚਾਰੇ ਦੇ ਹੱਥ ਪੈਰ ਕੰਮ ਨਹੀਂ ਕਰਦੇ, ਸੋਚ ਨਹੀਂ ਸਕਦਾ ਉਹਦੇ ਬਾਰੇ, ਬੰਧਨ ਤੇ ਨਹੀਂ ਹੈ ਕਿਧਰੇ। ਤੇ ਜਿਹਦੇ ਜਾਤ ਹੋਮੇ ਤੋਂ ਹੈ, ਜਿਹਦੀ ਕਰਮ ਵਿੱਚ ਹੋਮੇ ਆ ਗਈ ਹੈ, ਉਹ ਫਿਰ ਬੰਧਨ ਵਿੱਚ ਹੈ। ਔਰ ਉਹ ਪਿਆਰ ਨਹੀਂ ਹੈ, ਉਹ ਬੰਧਨ ਵਾਲਾ ਪਿਆਰ ਹੈ, ਉਹ ਮੋਹ ਹੈ, ਉਹ ਆਪਣੇ ਮਤਲਬ ਦਾ ਜੀਣ ਵਾਲਾ। ਤੇ ਹੁਣ ਇੱਕ ਹੋਰ ਮੈਨੂੰ ਖਿਆਲ ਆਈ ਗੱਲ, ਮੈਂ ਆਮ ਗੋਇੰ ਟੂ ਸ਼ੇਅਰ ਦੈਟ ਵਿਦ ਯੂ। ਸੂਰਜ ਪ੍ਰਕਾਸ਼ ਤੇ ਜਨਮ ਸਾਖੀਆਂ 'ਚ ਇੱਕ ਸਾਖੀ ਆਉਂਦੀ ਹੈ। ਇਹ ਸਾਖੀ ਜਨਰਲੀ ਸਿਆਣੇ ਸੁਣਾਉਂਦੇ ਹਨ, ਸ਼ਲੋਕ ਸੰਸਕ੍ਰਿਤੀ ਦੇ ਪਹਿਲੇ ਸ਼ਲੋਕ ਤੋਂ, ਕਚੰਚ ਮਾਤਾ ਕਤੰਚ ਪਿਤਾ, ਉਸ ਕਤੰਚ ਵਾਲੇ ਸ਼ਲੋਕ ਦੇ ਨਾਲ ਇਸ ਸਾਖੀ ਨੂੰ ਜੋੜਿਆ ਗਿਆ। ਬਟ ਲੈਟ ਮੀ, ਇਟਸ ਅ ਵੈਰੀ ਡਿਫਿਕਲਟ ਥਿੰਗ ਟੂ ਹੀਅਰ, ਇਟਸ ਨਾਟ ਐਨ ਈਜ਼ੀ ਥਿੰਗ ਟੂ ਹੀਅਰ। ਦੋ ਸੁਣਨ ਤੋਂ ਬਾਅਦ ਸ਼ਾਇਦ ਤੁਹਾਨੂੰ ਲੱਗੇਗਾ ਯਾਰ ਇਹ ਕੀ ਸੁਣਾਇਆ ਅੱਜ ਇਹਨਾਂ ਨੇ, ਪਰ ਲੈਟ ਮੀ ਸੇ ਇਟ, ਬਿਕਾਜ਼ ਜੋ ਗੱਲ ਸੱਚੀ ਹੈ ਉਹ ਸੱਚੀ ਹੈ ਗੱਲ। ਕਹਿੰਦੇ ਨੇ ਇੱਕ ਵਾਰੀ ਕਿਸੇ ਦੂਸਰੀ ਜਾਂ ਤੀਸਰੀ ਉਦਾਸੀ ਤੇ ਮਹਾਰਾਜ ਜਾ ਰਹੇ ਸਨ ਕਿਧਰੇ, ਗੁਰੂ ਨਾਨਕ ਦੇਵ ਜੀ ਨਾਲ ਮਰਦਾਨਾ ਨਾਲ ਸੀ, ਤੇ ਕਿਸੇ ਬੂਹੇ ਅੱਗੇ ਲੰਘੇ ਤੇ ਬੜੀ ਰੋਣ ਦੀ ਆਵਾਜ਼ ਅੰਦਰੋਂ ਆਈ, ਬੜੀ ਵੱਡੀ। ਮੈਂ ਬੰਧਨ ਦੀ ਗੱਲ ਕਰਦਾ ਪਿਆ ਅੱਜ। ਤੇ ਰੋਣ ਦੀ ਆਵਾਜ਼ ਆਈ ਤੇ ਮਰਦਾਨਾ ਕਹਿਣ ਲੱਗਿਆ, ਦੇਖੋ ਕਿਤਨਾ ਦੁੱਖ ਆਇਆ ਇਸ ਘਰ ਵਿੱਚ, ਸਾਰੇ ਬੰਦੇ ਕਿੰਨੇ ਰੋ ਰਹੇ, ਜਾ ਕੇ ਇਹਨਾਂ ਦਾ ਦੁੱਖ ਦੂਰ ਨਾ ਕਰੀਏ। ਤੇ ਮਹਾਰਾਜ ਦੇ ਬਚਨ ਉੱਥੇ ਆਏ ਹਨ ਕਿ ਮਰਦਾਨਿਆਂ ਕੋਈ ਨਹੀਂ ਰੋਂਦਾ ਕਿਸੇ ਵਾਸਤੇ, ਇਹ ਆਪਣੇ ਸੁੱਖਾਂ ਨੂੰ ਪਏ ਰੋਂਦੇ ਹਨ। ਇਹ ਕਿਸੇ ਨਾਲ ਕੋਈ ਕਿਸੇ ਨੂੰ ਪਿਆਰ ਸੱਚਾ ਸਿਰਫ ਪ੍ਰਮਾਤਮਾ ਨਾਲ ਹੀ ਹੁੰਦਾ ਸਿਰਫ। ਤੇ ਮਰਦਾਨਾ ਕਹਿਣ ਲੱਗ ਪਿਆ ਕਿ ਇਹ ਗੱਲ ਹੋ ਹੀ ਨਹੀਂ ਸਕਦੀ, ਜ਼ਰਾ ਰੋਣ ਦੀ ਆਵਾਜ਼ ਤੇ ਸੁਣੋ ਇਹਨਾਂ ਦੀ, ਇਹ ਧਾਰ ਨਾਲ ਰੋ ਰਹੇ ਹਨ ਇਹਨਾਂ, ਤੇ ਜੇ ਤੁਸੀਂ ਕਹੋ ਤੇ ਮੈਂ ਦੇਖ ਕੇ ਆਵਾਂ ਕੀ ਹੋ ਰਿਹਾ ਅੰਦਰ। ਮਹਾਰਾਜ ਕਹਿਣ ਲੱਗੇ ਤੇਰੀ ਮਰਜ਼ੀ, ਤੂੰ ਦੇਖ ਕੇ ਆ। ਉਹਨੇ ਬੂਹਾ ਖੜਕਾਇਆ, ਦੇਖਿਆ, ਪਤਾ ਲੱਗਿਆ ਕਿ ਕਿਸੇ ਦਾ ਜਵਾਨ ਪੁੱਤਰ ਚਲਾ ਗਿਆ ਕਿਸੇ ਦਾ।
ਤੇ ਉਹ ਮਾਂ ਤੇ ਉਹਦੇ ਕੋਲ ਸਹਿ ਨਹੀਂ ਜਾ ਰਿਹਾ ਦੁੱਖ ਉਹਦਾ, ਤੇ ਉਹਦੀ ਬੀਵੀ ਕੋਲ ਉਹਦਾ ਦੁੱਖ ਸਹਿ ਨਹੀਂ ਜਾ ਰਿਹਾ, ਤੇ ਕਹਿਣ ਲੱਗਾ ਤੁਹਾਡੀ ਗੱਲ ਝੂਠੀ ਹੈ हे ਮੇਰੇ ਗੁਰੂ, ਇਹ ਤੁਹਾਡੀ ਗੱਲ ਸ਼ਾਇਦ ਸੱਚੀ ਹੋਵੇਗੀ ਪਰ ਇਸ ਘਰ ਤੇ ਇਹ ਗੱਲ ਸੱਚੀ ਨਹੀਂ ਬੈਠਦੀ। ਜ਼ਰਾ ਦੇਖੋ ਉਹਨਾਂ ਦਾ ਦੁੱਖ ਕਿਤਨਾ ਵੱਡਾ ਹੈ, ਬੰਧਨਾਂ ਵਾਲਾ ਦੁੱਖ ਨਹੀਂ ਹੈ, ਹਉਮੈ ਵਾਲਾ ਦੁੱਖ ਨਹੀਂ ਹੈ, ਇਹ ਸੱਚੀ ਦੁਖੀ ਹੈ ਉਹ ਜਾਣ ਪ੍ਰਾਣੀ ਜਾਣ ਤੋਂ। ਇਹ ਕੋਈ ਇਹਦੇ ਨਾਲ ਕੋਈ ਅਟੈਚਮੈਂਟ ਵਾਲਾ ਦੁੱਖ ਨਹੀਂ ਹੈ, ਪਿਆਰ ਵਾਲਾ ਦੁੱਖ ਹੈ। ਕਹਿੰਦੇ ਚਲੋ ਤੇਰੀ ਗੱਲ ਉਹ ਚੱਲਦੇ ਆ, ਚਲ ਅੰਦਰ ਜਾ ਕੇ ਦੇਖਦੇ ਆ, ਗੱਲ ਕਰਦੇ ਆ। ਅੰਦਰ ਗਏ, ਉਹਨਾਂ ਨੇ ਦੇਖਿਆ ਕੋਈ ਸੰਤ ਆਇਆ, ਮੱਥਾ ਟੇਕਿਆ, ਤੇ ਉਹਨਾਂ ਨੇ ਕਿਹਾ ਕਿ ਤੁਸੀਂ ਕਹਾਣੀ ਸੁਣੀ ਹੋਵੇ मैंने किया वाली साखी, तो उन्होंने क्या महाराज ने किया कि इतना दुख क्यों है ਇਹਦਾ? ਕਹਿੰਦੇ ਨੇ ਪੁੱਤਰ ਜਵਾਨ ਚਲਾ ਗਿਆ, ਦੁੱਖ ਮੈਂ ਇਤਨਾ ਵੱਡਾ ਦੁੱਖ ਮੈਂ ਤਾਂ ਛੋੜਾ ਛਿਆ ਨਹੀਂ ਜਾ ਸਕਦਾ। ਕਹਿੰਦੇ ਫਿਰ ਜੇ ਜਵਾ ਦਈਏ ਤੇਰੇ ਪੁੱਤਰ ਨੂੰ, ਫਿਰ ਕਹਿੰਦੇ ਜਵਾ ਦਿਓ ਤੇ ਫਿਰ ਸਾਨੂੰ ਕੋਈ ਗੱਲ ਹੀ ਨਹੀਂ ਕੋਈ। ਕਹਿੰਦੇ ਇੱਕ ਸ਼ਰਤ ਹੈ, ਇਹਨੂੰ ਜਵਾ ਦਿੰਦੇ ਆ, ਇੱਕ ਸ਼ਰਤ ਹੈ ਮੇਰੀ, ਖਾਲੀ ਕੰਡੀਸ਼ਨ ਹੈ ਕਿ ਇਹਦੀ ਜਗ੍ਹਾ ਕੋਈ ਲੇਟ ਜਾਏ ਆ ਕੇ, ਇਹਦੀ ਜਗ੍ਹਾ ਕੋਈ ਮਰ ਜਾਏ ਆ ਕੇ। ਤੇ ਸਭ ਤੋਂ ਪਹਿਲਾ ਕੁਐਸਚਨ ਮੈਂ ਤੇ ਮਦਰ ਨੂੰ ਕੀਤਾ ਕਿ ਤੂੰ ਸਭ ਤੋਂ ਜ਼ਿਆਦਾ ਰੋਂਦੀ ਹੈ, ਤੇਰੇ ਤੋਂ ਤੇ ਅੱਖਾਂ ਤੇਰੀਆਂ ਸੁੱਜ ਗਈਆਂ ਹਨ ਰੋ ਰੋ ਕੇ, ਉਮਰ ਤੇਰੀ ਵੱਡੀ ਹੋ ਗਈ ਹੈ, ਤੂੰ ਜੀ ਵੀ ਚੁੱਕੀ ਹੈ ਆਪਣੀ ਉਮਰ, ਤਾਂ ਤੂੰ ਆ ਕੇ ਲੇਟ ਜਾ ਇੱਥੇ, ਇਹਦੀ ਜਗ੍ਹਾ ਮਰ ਜਾ ਤੂੰ, ਇਹਨੂੰ ਜਵਾ ਦਿੰਦੇ ਆ, ਪੁੱਤਰ ਤੇਰਾ ਜੀ ਪਏਗਾ, ਤੂੰ ਮਰ ਜਾ ਆ ਕੇ। ਤੇ ਕੋਈ ਕਿਸੇ ਵਾਸਤੇ ਮਰਦਾ, ਕੋਈ ਕਿਸੇ ਵਾਸਤੇ ਮਰਨ ਦੀ ਹਾਮੀ ਕਰਦਾ ਕੋਈ? ਸੂਰਜ ਪ੍ਰਕਾਸ਼ ਬਚਨ ਆਏ ਹਨ, ਕਹਿੰਦੇ ਨਹੀਂ ਮੈਂ ਨਹੀਂ ਮਰ ਸਕਦੀ, ਜੇ ਮੈਂ ਮਰ ਗਈ ਤੇ ਮੇਰੇ ਹਸਬੈਂਡ ਦਾ ਕੌਣ ਖਿਆਲ ਕਰੇਗਾ, ਉਹਨਾਂ ਦੀ ਦੇਖਭਾਲ ਕੌਣ ਕਰੇਗਾ? ਮਰਿਆ ਪਿੱਛੇ ਥੋੜਾ ਕੋਈ ਮਰਦਾ ਕੋਈ। ਤੇ ਜੇ ਉਹਦੇ ਕੋਲ ਪੁੱਛਿਆ, ਫਾਦਰ ਕੋਲ ਪੁੱਛਿਆ, ਤੂੰ ਆਪਣੀ ਜੀਵੀ ਜੀ ਚੁੱਕਿਆ, ਤੂੰ ਆ ਜਾ ਇਹਦੀ ਜਗ੍ਹਾ, ਤੂੰ ਮਰ ਜਾ ਇੱਥੇ ਆ ਕੇ ਇਹਦੀ ਜਗ੍ਹਾ। ਉਹਨੇ ਵੀ ਇਨਕਾਰ ਕਰ ਦਿੱਤਾ, ਜੇ ਮੈਂ ਚਲਾ ਗਿਆ ਮੇਰੀ ਬੀਵੀ ਦਾ ਕੌਣ ਖਿਆਲ ਕਰੇਗਾ, ਇਹ ਅਸੀਂ ਦੋਨੋਂ ਇਕੱਠੇ ਰਹਿਣ ਵਾਲੇ ਆ, ਇਹ ਤੇ ਮਰ ਗਿਆ, ਇਹਦੇ ਪਿੱਛੇ ਹੁਣ ਮਰਿਆ ਦੇ ਪਿੱਛੇ ਥੋੜਾ ਕੋਈ ਮਰਿਆ ਜਾਂਦਾ ਕਿਸੇ ਨੂੰ, ਕੋਈ ਜਾ ਜਾਂਦਾ ਕਿਸੇ ਨੂੰ। ਸੂਰਜ ਪ੍ਰਕਾਸ਼ ਜਨਮ ਸਾਖੀਆਂ ਚ ਇਹ ਵੀ ਗੱਲ ਆਈ ਹੈ, ਉਹਨੇ ਉਹਨੂੰ ਉਹਦੇ ਸਪਾਊਸ ਨੂੰ ਪੁੱਛਿਆ ਤੂੰ ਤੇ ਰੋਂਦੀ ਪਈ ਆ, ਨਹੀਂ ਤੇ ਤੂੰ ਆ ਜਾ ਇਹਦੀ ਜਗ੍ਹਾ। ਕਹਿੰਦੇ ਮੈਂ ਤੇ ਜਵਾਨ ਆ ਹਲੇ, ਮੇਰੇ ਤੇ ਬੁਰੀ ਉਮਰ ਪਈ ਆ ਹਲੇ, ਇਹ ਚਲਾ ਗਿਆ, ਪ੍ਰਮਾਤਮਾ ਨੇ ਬੁਲਾ ਲਿੱਤਾ ਇਹਨੂੰ, ਇਹਦਾ ਮਤਲਬ ਥੋੜਾ ਕੋਈ ਮੈਂ ਇਹਦੀ ਜਗ੍ਹਾ ਬੈਠ ਜਾਵਾਂ ਜਾ ਕੇ, ਮੇਰੀ ਪੂਰੀ ਉਮਰ ਪਈ ਆ ਹਲੇ ਕੱਟਣ ਵਾਲੀ। ਲਿਖਿਆ ਐਂਡ ਵਿੱਚ ਕਿ ਮਰਦਾਨਾ ਕਹਿੰਦੇ ਰੋ ਰੋ ਕੇ ਪਾਗਲ ਹੋ ਗਿਆ, ਮਹਾਰਾਜ ਦੇ ਚਰਨ ਪਕੜ ਲਿੱਤੇ ਉਸਨੇ ਕਿ ਮਹਾਰਾਜ ਤੁਸੀਂ ਠੀਕ ਕਹਿੰਦੇ ਸੀ, ਤੁਸੀਂ ਇਹ ਗਲਤ ਹੈ ਸਾਰਾ, ਇਹ ਬੰਧਨ ਦੇ ਇਹ ਰੋਣੇ ਜਿਹੜੇ ਹਨ, ਜਿਹੜੇ ਇਹ ਝੂਠੇ ਰੋਣੇ ਹਨ ਬੰਧਨ ਦੇ, ਕੋਈ ਨਹੀਂ ਕਿਸੇ ਪਿੱਛੇ ਮਰਦਾ। ਹੋਮੇ ਇਹੀ ਬੰਧਨਾ, ਔਰ ਇਹੀ ਬੰਧਨ ਦੇ ਜਿਹੜੇ ਮੋਹ ਵਾਲਾ ਜਿਹੜਾ ਬੰਧਨ ਹੈ, ਜਿਹੜਾ ਬੰਦਾ ਸੱਚ ਬਣ ਕੇ ਬੈਠਾ ਹੋਇਆ, ਜਿਹੜਾ ਜਿਸਨੂੰ ਸੱਚ ਸਮਝ ਕੇ ਬੈਠਾ ਹੋਇਆ, ਜਿਹੜਾ ਇਸੀ ਵਜ੍ਹਾ ਦੇ ਨਾਲ ਆਣਾ ਜਾਣਾ ਲੱਗਿਆ ਰਹਿੰਦਾ ਹੈ। ਹੋਮੇ ਇਹ ਹੈ ਜਾਤ ਹੈ, ਹੋਮੇ ਕਰਮ ਕਮਾਏ, ਹੋਮੇ ਇਹੀ ਬੰਧਨਾ। ਇਹ ਕਰਮ ਦੇ ਵਿੱਚ ਜਦੋਂ ਹੋ ਆਂਦੀ ਹੈ, ਉਹ ਮਾਂ ਵਿੱਚ ਹੋਮ ਵਿੱਚ ਸੀ, ਤੇ ਪਿਤਾ ਵੀ ਹੋਮ ਵਿੱਚ ਸੀ, ਤੇ ਉਹਦੀ ਵਾਈਫ ਵਿੱਚ ਹੋਮ ਵਿੱਚ ਸੀ। ਹੋਮ ਵਿੱਚ ਹੋਣ ਕਰਕੇ ਬੰਧਨ ਸਨ, ਤੇ ਜੇ ਹੋਮ ਵਿੱਚ ਨਾ ਹੁੰਦੇ ਤੇ ਪਹਿਲੇ ਹੀ ਨਾ ਰੋਂਦੇ, ਮੇਰੇ ਵਰਗੇ ਤੇ ਰੋ ਪੈਣ ਨਾ, ਉਹ ਤੇ ਰੋਂਦੇ ਹੀ ਨਾ। ਉਹਦੇ ਤੇ 4 ਪੁੱਤਰ ਚਲੇ ਗਏ ਤੇ ਉਹਨਾਂ ਤੇ ਕੁਝ ਫਰਕ ਨਹੀਂ ਪਿਆ ਉਹਨਾਂ ਨੂੰ। ਉਹ ਕਹਿੰਦੇ ਨਹੀਂ, ਪ੍ਰਮਾਤਮਾ ਨਾਲ ਹੁਕਮ ਨਾਲ ਗਿਆ, ਆਣਾ ਜਾਣਾ ਮੇਰੇ ਹੁਕਮ ਚ ਨਹੀਂ, ਮੇਰੇ ਵਸ ਵਿੱਚ ਨਹੀਂ ਹੈ, ਉਹਦੇ ਵਸ ਵਿੱਚ ਹੈ। ਠੀਕ ਹੈ, ਚਲਾ ਗਿਆ, ਕੋਈ ਗੱਲ ਨਹੀਂ, ਕੋਈ ਜਿਤਨੀ ਦੇਰ ਤੱਕ ਸੁਖ ਪੁੱਤਰ ਦਾ ਆਇਆ ਸੀ ਉਸੇ ਉੱਤੇ ਤੱਕ ਸੁਖ ਮਿਲਿਆ, ਪਰ ਬਹੁਤ ਮੁਸ਼ਕਿਲ ਹੈ ਨਾ ਕਰਨਾ, ਇੰਨਾ ਈਜ਼ੀ ਨਹੀਂ ਹੈ ਕਰਨਾ। ਭਗਤਜਨ ਕਰ ਸਕਦੇ ਹਨ। ਹੋਮੇ ਫਿਰ ਕੁਐਸਚਨ ਅਗਲਾ ਇਹ ਹੈ ਕਿ ਹੋਮੇ ਕਿੱਥੋਂ ਉਪਜੇ, ਕਿੱਥੋਂ ਉਪਜਦਾ ਹੈ? ਹੋਮੇ ਦੀ ਜਨਮ ਕੌਣ ਦਿੰਦਾ ਹੈ, ਤੇ ਕਿਤ ਸੰਜਮ ਇਹ ਜਾਏ, ਤੇ ਸੰਜਮ ਵਾਲੇ ਕਿਹੜੇ ਤਰੀਕੇ ਨਾਲ ਜਾਂਦਾ ਹੈ? ਹੋਮੇ ਕਿੱਥੋਂ ਜਾਂਦੀ ਹੈ? ਤੇ ਪਹਿਲਾ ਜਵਾਬ ਹੈ ਕਿੱਥੋਂ ਉਪਜੇ ਹੋਮੇ। ਇਨੀਸ਼ੀਅਲ ਹੋਮੇ ਹੁਕਮ ਤੋਂ ਆਈ ਹੈ, ਉਹ ਜਿਹੜੀ ਸ਼ੁੱਧ ਹੋਮੇ ਹੈ, ਜਿਹੜੀ ਜਿਹਦੇ ਨਾਲ ਥੋੜੀ ਇੰਡੀਵਿਜੁਅਲਿਟੀ ਜਿਹੜੀ ਜੀਣੀ ਹੈ ਅਸੀਂ, ਉਹ ਉਸ ਪ੍ਰਮਾਤਮਾ ਦੇ ਵੱਡੇ ਹੁਕਮ ਵਿੱਚੋਂ ਆਈ ਹੈ। ਤੇ ਆਂਦੀ ਤੇ ਉਸ ਛੋਟੇ ਵੱਡੇ ਹੁਕਮ ਵਿੱਚੋਂ ਥੋੜੀ ਜੀ ਜਗ੍ਹਾ, ਲੇਕਿਨ ਬੰਦਾ ਇਸ ਨੂੰ ਫੂਕ ਦੇ ਕੇ ਨਹੀਂ ਗੁਰੂ ਕਾ ਸ਼ਬਦ ਕਮਾਂਦਾ, ਨਹੀਂ ਲੱਗਦਾ ਗਿਆਨ ਵਿਹੂਣਾ ਹੋਣ ਕਰਕੇ ਇਸ ਹੋਮੇ ਨੂੰ ਆਪਣੀ ਕਿਰਤ ਵਿੱਚ, ਆਪਣੀ ਕਰਨੀਆਂ ਵਿੱਚ ਲੈ ਆਉਂਦਾ ਹੈ। ਹੋਮੇ ਇਹੋ ਹੁਕਮ ਹੈ, ਪਿਆ ਕਿਰਤ ਫਿਰ ਆਏ, ਆਪਣੀ ਕਿਰਤ ਵਿੱਚ ਲੈ ਆਉਂਦਾ, ਆਪਣੀ ਡੇਲੀ ਲਿਵਿੰਗ ਵਿੱਚ ਲੈ ਆਉਂਦਾ ਇਸ ਫੀਲਿੰਗ ਨੂੰ। ਤੇ ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਹਨ, ਜਦੋਂ ਡੇਲੀ ਲਿਵਿੰਗ ਵਿੱਚ ਜਦੋਂ ਆ ਜਾਂਦੀ ਹੈ, ਤੇ ਫਿਰ ਇਹ ਦੀਰਘ ਰੋਗ ਬਣ ਜਾਂਦੀ ਹੈ, ਬਹੁਤ ਲੰਬਾ, ਬੜੀ ਕ੍ਰੋਨਿਕ ਇਲਨੈਸ ਬਣ ਜਾਂਦੀ ਹੈ ਹੋਮੇ ਦੀ। ਹੋਮੇ ਦੀਰਘ ਰੋਗ ਹੈ, ਦੀਰਘ ਰੋਗ ਹੈ, ਲੰਬਾ ਹੈ। ਤੇ दारू ਵੀ ਇਸ ਬਾਏ, दारू ਮਨੇ ਦਵਾਈ ਵੀ ਇਸ ਵਿੱਚ ਹੈ। ਕਿਉਂ?
क्योंकि दुख दारू सुख रोग भया है। बहुती होमे बहुते दुख दिंदी है, बहुती मैं मेरी दी फीलिंग विच बहुते दुख आंदे हन। दुख आ जाण ते कई वारी बंदा फिर सुखां दी भाल करता है, फिर पता लगदा है कि सुख जड़े हैं वो गुरु की शब्द दी कमाई विचों है, सुख जड़े कीर्तन चों हैं, सुख सुख बाणी विचों हैं, सुख सिमरन विचों हैं, सुख सेवा विच हैं। ते ये सेवा दी भाल करदा है, लेकिन ये भाल सेवा दी होमे ज्यादा होण कारण वो दुख जड़े प्रोड्यूस करदी है होमे, कई वारी वो भी दारू बन जाती है। वो होमे इसदा इलाज आप बन जाती है, उसदा इलाप दारू बन जाती है। इस वास्ते वो शुद्ध होमे पहले पाई गई उहदे विच। ते किरपा करे जी अपनी तां गुरु का शब्द कमाए। जे उहदी किरपा होवे ते फिर गुरु का शब्द कमांदा है, भाव गुरु के शब्द द्वारा अपनी जिंदगी नूं बतीत करदा है, अपनी जीवन नूं हुक्म दी रजा विच लांदा है, अपनी जीवन नूं हुक्म दी रजा विच मंदा है। हुक्म दी रजा की है? नाम दी रजा की है? जो शब्द दी रजा है, गुरबाणी दी रजा है। वो शब्द दी रजा विच अपने जीवन नूं ढालदा है। ते कहंदे हन नानक कहे सुनो जनो, नानक कहंदे हन कि हे मेरे लोग सुनो इस गल नूं। इत मतलब इस तरीके नाल, इत संजम, उत्थे पहले वर्ड सी कित संजम, किथे लिखिया होमे किथों उपजे कित संजम, इत्थे वर्ड सी कित संजम, इत्थे वर्ड है इत संजम। कित संजम मने केड़े तरीके नाल, इत संजम मने इस तरीके नाल ये दुख जांदे हन, ओ जांदे हन गुरु का शब्द कमान नाल। ते बिफोर आई एंड द सब्जेक्ट टुडे, द होमे नूं दूर करन दा प्रैक्टिकल जिहड़ा पार्ट जिहड़ा है सब तो पहला वो है सेवा। सेवा जिहड़ी बहुते सेवा करन वाले हैं, स्पैशली ये सोच के सेवा करन कि परमात्मा दी सेवा करदा पिया, ते सेवा करन नाल कई वारी अहंकार जिहड़ा वै या उहदी जिहड़ी फीलिंग जिहड़ी है घट जांदी है। भाई नंद लाल नूं पहली सेवा दसम पिता ने झूठे बर्तन झूठे भांडे मांजण दी सेवा जिहड़ी है लंगर विच दित्ती उन्हां ने, ते पौड़ी विच इसी गल दा खुलासा कीता ने। हालांकि पौड़ी होमे वाले दे नाल मिलदी इस वास्ते कि जे होमे दूर करन दा इलाज ये है कि सेव कीती, सेवा विच सेव करे, गुरु दी परमात्मा दी सेवा करे, इस कायनात दी सेवा करे। ते सेवा करन विच संतोखी बंदा चाहिदा, क्योंकि संतोखी तो बिना सेवा नहीं हो सकी। सेव कीती संतोख ही, जे 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 अंदरों तुहाडे संतोख नहीं है ते बंदा ते फिर 24 घंटे पैसे कमाएगा। वो कहंदा 24 घंटे मैं संतोख सिर्फ पैसे दा नहीं, कईयां नूं 24 घंटे पार्टियां दा शौक हुंदा है, कईयां नूं 24 घंटे कोई ना कोई किसी नूं मिलण दा शौक हुंदा है। संतोख नहीं है अंदर। सेव कीती संतोखी जिन सच्चो सच ते आया, फिर वो ध्यानदे हन जेड़े इस तरह दी सेवा जेड़े जुड़दे हन ते उन्हां दा जीवन सुच्चा हो जांदा है। उन्हें मंदे पैर ना रखी हो, मंदे मने गलत जगह पैर नहीं जांदे उन्हां दे। कर सुकृत धर्म कमाया, वो फिर सुकृत मतलब कृत एक ते कृत ऊपर आया सी जेड़ा वर्ड, वो कृत पिया कृत फिर आए, पर सुकृत दा मतलब है चंगियां चीजां करता है, धर्म कमांदा है वो चंगियां। ते फिर क्योंकि उत्ते बंधन की गल आ चुकी है ना, फिर क्योंकि पौड़ी विच हुण खुलासा करनगे ना, पौड़ी विच हुण कंक्लूजन तो देना है ना उन्होंने इस गल का कि वो फिर बंधन जिहड़े हैं जिहड़े उन्नियां दुनिया तोड़े बंधन, वो दुनिया दे बंधन टुट जांदे ने। मतलब घर बार नहीं छोड़दा, वो अपनी वाइफ दा ते बच्चों दा त्याग नहीं करता, बुझ लैंदा इस गल नूं कि सच्चा प्यार ये नहीं है, सच्चा प्यार परमात्मा वाला है। तो बंधना विच घट पैंदे हन उन्हां जी। इहो जे कोई चीज़ां इधर उदियां हो भी जाण ते वो हैंडल कर सकदियां चीज़ां उन्हां दियां। उन्नियां दुनिया तोड़े बंधना, अन्न पानी थोड़ा खाया, घट विच गुजारा कर लैंदियां, घट विच खुश रह जांदे हन। उन्हां नूं जरूरी नहीं है कि बहुत वड्डे घर विच उन्हां नूं खुशी मिले, उन्हां नूं जरूरी नहीं है कि बहुत महंगी कार चला के ही खुशी मिले। उन्हां नूं थोड़ियां चीज़ां विचों परमात्मा खुशी बख्श दिंदा है। और मैं पहले भी गल कही हुई है कि मटीरियल चीज़ां दा मिल जाना अलग है, मटीरियल चीज़ां दे विचों खुशी मिल जानी अलग है। सो वो फिर थोड़ियां चीज़ां विचों परमात्मा उन्हां बंदियां नूं खुशी दे दिंदा है। तू बख्शीसी अगला दा मतलब हुंदा है बहुत ज्यादा, जदों दी बख्शिश बहुत ज्यादा हो जावे, नित देवे चढ़े सवाया। ते उन्हां संतोखियां नूं ये ना समझ लेना कि जेड़े संतोखी सेवा करन वाले हैं परमात्मा उन्हां नूं कुछ दिंदा नहीं, उन्हां नूं देवे चढ़े सवाया। उन्हां नूं ते 1.25 तो लैके 100 मोर टाइम तक दी खुशियां उस बंदे नूं दे दिंदा है उन्हां नूं। ते वड्याई वड्डा पाया, परमात्मा दी वड्याई करन नाल उस वड्डे दी प्राप्ति है। ते इस
ਪੌੜੀ ਨੰਬਰ 7 ਦੇ ਸ਼ਲੋਕ ਦਾ ਜਿਹੜਾ ਆਇਆ ਹੈ ਹੋਮੇ ਵਾਲਾ, ਤੇ ਪੌੜੀ ਜਿਹੜੀ ਲਿਖੀ ਹੈ ਉਹਨਾਂ ਨੇ ਨਾਲ, ਪੌੜੀ ਵਿੱਚ ਉਸ ਹੋਣ ਦੀ ਫੀਲਿੰਗ ਨੂੰ ਦੂਰ ਕਰਨ ਦੀ ਜਿਹੜੀ ਤਰੀਕਾ ਜਿਹੜਾ ਦੱਸਿਆ ਹੈ ਸੇਵਾ ਦੇ ਥਰੂ, ਤੇ ਆਪਣੇ ਜੀਵਨ ਨੂੰ ਸ਼ੁੱਧ ਕਰਨ ਦੇ ਥਰੂ, ਬੰਧਨ ਨੂੰ ਘਟਾਉਣ ਦੇ ਥਰੂ, ਤੇ ਤੂੰ ਬਖਸ਼ੀਸੀ ਅਗਲਾ ਬਣੇ, ਉਸ ਦੀ ਬਖਸ਼ਿਸ਼ ਦੇ ਨਾਲ ਗੁਰੂ ਦੇ ਸ਼ਬਦ ਨੂੰ ਕਮਾ ਕੇ ਆਪਣੇ ਜੀਵਨ ਨੂੰ ਸੁੱਚਾ ਰੱਖਦਾ ਹੈ। ਤੇ I'm going to stop sharing the screen here. This was challenging for me also, believe me. ਕਲਾਸ ਵਿੱਚ ਜੇ ਕਰਾਂਦਾ ਜਦੋਂ ਉੱਥੇ ਲਾਈਵ ਗੁਰਦੁਆਰੇ, ਤੇ ਫਿਰ ਥੋੜਾ ਈਜ਼ੀਅਰ ਹੋ ਜਾਂਦਾ, you write it on a piece of paper here and explain everything, you know, but ਆਪਣੇ ਤਰਫੋਂ ਮੈਂ ਪੂਰੀ ਕੋਸ਼ਿਸ਼ ਕੀਤੀ, you know, ਜਿਸ ਤਰ੍ਹਾਂ ਉਹਨੇ ਕਰਵਾਈ ਮੇਰੇ ਕੋਲੋਂ। I'm going to stop here for a second and see if anybody has any questions though on the second shlok or the podi though, if anybody has any issues or hali koi gal na samajh aayi hoye te, otherwise we're going to end the class. ਹਾਂਜੀ, ਜਿੰਨੂੰ ਵੀ ਕੁਐਸਚਨ ਪੁੱਛਣਾ ਹੈ ਜੋ ਆਪਣੇ ਆਪ ਨੂੰ ਅਨਮਿਊਟ ਕਰਕੇ ਪੁੱਛ ਲਓ question, please don't have to wait for me. I see two, ਹਾਂਜੀ ਹਾਂਜੀ। ਜਿਸ ਤਰ੍ਹਾਂ ਅਸੀਂ ਜੇ ਕੋਈ ਆਪਣਾ ਜਿਸ ਤਰ੍ਹਾਂ ਕਿ ਵੱਡਾ ਘਰ ਵੀ ਹੋਏ, ਸਾਰਾ ਕੁਝ ਉਹਨਾਂ ਦੀਆਂ ਤਮੰਨਾ ਪੂਰੀ, ਖਾਣ ਪੀਣ ਨੂੰ ਵੀ ਚੰਗਾ ਮਿਲੇ, ਤੇ ਉਹ ਕਾਰਾਂ ਵੀ ਅੱਛੀਆਂ ਹੋਣ, ਤੇ ਸਭ ਕੁਝ, ਤੇ ਉਹਨਾਂ ਦੇ ਤੇ ਹੁਕਮ ਵਿੱਚ ਵੀ ਉਹ ਰਹਿਣ, ਤੇ ਬਹੁਤ ਚੰਗੀ ਗੱਲ ਹੈ। ਮੰਨਾ you know ਕਿਸ ਤਰ੍ਹਾਂ ਨਹੀਂ ਫਰਕ ਹੈ, you know ਕਾਰਾਂ ਵੱਡੀਆਂ ਮਿਲ ਜਾਣੀ, ਹਾਂਜੀ ਕਾਰਾਂ ਵੱਡੀਆਂ ਮਿਲ ਜਾਣੀਆਂ, ਘਰ ਵੱਡੇ ਮਿਲ ਜਾਣੇ ਤੋਂ ਮਨਾਹੀ ਨਹੀਂ ਹੈ। ਮਨਾਹੀ ਹੈ ਇਸ ਗੱਲ ਤੋਂ ਕਿ ਇਹ ਸੋਚ ਲੈਣਾ ਕਿ ਇਹ ਮਿਲ ਤੋਂ ਬਾਅਦ ਮੈਂ ਖੁਸ਼ ਹੋ ਜਾਵਾਂਗਾ, ਉੱਥੇ ਪ੍ਰੋਬਲਮ ਹੈ ਦੀਦੀ। ਸੋ ਕੋਮਲ ਜੀ, ਇਸ਼ੂ ਨਹੀਂ ਹੈ ਕਿ ਵੱਡੇ ਘਰ ਮਿਲਨੇ ਖਰਾਬ ਨਹੀਂ ਹਨ, ਵੱਡੀਆਂ ਕਾਰਾਂ ਮਿਲਣੀਆਂ ਖਰਾਬ ਨਹੀਂ ਹਨ, ਵੱਡੀ ਐਜੂਕੇਸ਼ਨ ਮਿਲਣੀ ਖਰਾਬ ਨਹੀਂ ਹੈ, ਕੰਟਰੀ ਦਾ ਪ੍ਰੈਜ਼ੀਡੈਂਟ ਹੋ ਜਾਣਾ ਖਰਾਬ ਨਹੀਂ ਹੈ, ਹਾਂਜੀ, ਵੱਡੀ ਤੋਂ ਵੱਡੀ ਮਟੀਰੀਅਲ ਚੀਜ਼ ਤੁਹਾਨੂੰ ਮਿਲ ਜਾਣੇ 'ਚ ਕੋਈ ਖਰਾਬੀ ਨਹੀਂ ਹੈ। ਖਰਾਬੀ ਹੈ ਇਹ ਸੋਚਣਾ ਕਿ ਇਹਨਾਂ ਚੀਜ਼ਾਂ ਮਿਲਣ ਤੋਂ ਬਾਅਦ ਮੇਰੀ ਜ਼ਿੰਦਗੀ ਵਿੱਚ ਸदैवी ਸੁੱਖ ਆ ਜਾਏਗਾ, ਇਹਦੇ ਵਿੱਚੋਂ ਮੈਨੂੰ ਸੁੱਖ ਜਿਹੜਾ ਵਾ ਲੌਂਗ ਟਰਮ ਮਿਲੇਗਾ, ਉੱਥੇ ਇਸ਼ੂ ਹੈ। ਮੇਰੇ ਕਿਤਨੇ ਕਲਾਇੰਟ ਇਹੋ ਜਿਹੇ ਹਨ who make hundreds of millions of dollars a year, ਔਰ ਜਿਨ੍ਹਾਂ ਦੇ ਇੱਕ ਤੋਂ ਜ਼ਿਆਦਾ you know ਥੈਰੇਪਿਸਟ ਹਨ ਜਿਹੜੇ ਵਿਚਾਰੇ ਦੁਖੀ ਨੇ, ਬਹੁਤ ਜ਼ਿਆਦਾ, ਹਰ ਚੀਜ਼ ਤੋਂ ਦੁਖੀ ਨੇ, ਉਹਨਾਂ ਤੋਂ ਕਿਸੇ ਚੀਜ਼ ਤੋਂ ਸੁੱਖ ਨਹੀਂ ਮਿਲਦਾ, you know $1 billion ਬੈਂਕ 'ਚ ਪਏ ਹੋਏ, ਲੇਕਿਨ ਸੁੱਖ ਨਹੀਂ ਹੈ ਉਹਦੇ 'ਚੋਂ। ਮਹਾਰਾਜ ਜੀ ਗੱਲ ਨੂੰ ਸਮਝਾਉਂਦੇ ਹਨ ਕਿ ਬੰਧਨ ਵਾਲੀ ਜ਼ਿੰਦਗੀ ਜਿਹੜੀ ਹੈ ਨਾ, ਜਿਹੜੀ ਮਟੀਰੀਅਲ ਚੀਜ਼ਾਂ ਦੀ ਕਲੈਕਸ਼ਨ ਵਾਲੀ ਜ਼ਿੰਦਗੀ ਦੇ ਵਿੱਚੋਂ ਸਦੀਵੀ ਸੁੱਖ ਮਿਲਣਾ ਤੇ ਮੋਖ ਦੀ ਪ੍ਰਾਪਤੀ ਹੋਣੀ ਔਖੀ ਹੈ ਕੋਮਲ ਜੀ, ਉਸ ਗੱਲ ਨੂੰ ਸਮਝਾਉਂਦੇ ਪਏ। ਮਿਲ ਜਾਣੇ ਉਹਦੀ ਬਖਸ਼ਿਸ਼ ਨਾਲ, ਉਹ ਤੋਂ ਹੱਥ ਜੋੜ ਕੇ ਉਹਨੂੰ ਤਾਂ ਥੈਂਕ ਯੂ ਕਰਨਾ ਚਾਹੀਦਾ ਉਹਦਾ, ਤੇ ਪਰ ਇਹ ਸੋਚ ਲੈਣਾ ਕਿ ਇਸ ਮਿਲਣ ਤੋਂ ਬਾਅਦ ਮੇਰਾ ਕੰਮ ਸਰ ਗਿਆ ਜਾਂ ਮੈਂ ਹੁਣ ਸੁਖੀ ਹੋ ਜਾਵਾਂਗਾ, ਇਹ ਭੁੱਲ ਹੈ ਬਹੁਤ ਵੱਡੀ, ਅਨਫੋਰਚੂਨੇਟਲੀ ਹੁੰਦਾ ਨਹੀਂ is what I'm saying. That's all. So ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਸਾਨੂੰ ਕਿ ਅਸੀਂ ਗਿਲਟੀ ਰਹੀਏ, ਕਿ ਬਿਲਕੁਲ ਨਹੀਂ, ਐਬਸੋਲੂਟਲੀ ਨਾਟ, ਸੰਤੋਖ ਵਿੱਚ ਰਹੀਏ, ਬਿਲਕੁਲ। ਉਹ ਸੰਤੋਖ ਦੇ ਮੀਨਿੰਗ ਮੈਂ ਦੱਸ ਦਿਆਂ, ਸੰਤੋਖ ਦੇ ਇਹ ਮੀਨਿੰਗ ਨਹੀਂ ਹੈ ਦੀਦੀ ਕਿ ਮੈਂ ਹੁਣ ਪੜ੍ਹਾਈ ਨਾ ਕਰਾਂ ਤੇ ਮੈਂ ਗੁਰਦੁਆਰੇ ਬੈਠਾ ਰਵਾਂ 24 ਘੰਟੇ, ਮੈਂ 24 ਘੰਟੇ ਸੇਵਾ ਕਰਾਂ ਤੇ ਮੈਂ ਹੁਣ ਆਫਿਸ ਹੀ ਨਾ ਜਾਵਾਂ, ਹਾਂਜੀ, ਮੈਂ 24 ਘੰਟੇ ਸੇਵਾ ਕਰਦਾ ਰਵਾਂ ਤੇ ਆਪਣੇ ਘਰ ਬਾਰਾਂ ਦਾ ਖਿਆਲ ਭੁੱਲ ਜਾਵਾਂ, ਉਹ ਸੰਤੋਖ ਨਹੀਂ ਹੈ। ਸੰਤੋਖ ਦੇ ਮੀਨਿੰਗ ਹੈ ਮੈਂ ਆਫਿਸ ਵੀ ਹਾਰਡ ਵਰਕ ਕਰਾਂ ਟੂ ਅ ਸਰਟਨ ਐਕਸਟੈਂਟ, ਘਰ ਵਾਲਿਆਂ ਦੇ ਵੀ ਖਿਆਲ ਕਰਾਂ, ਘਰ ਦੀ ਵੀ ਸਭ ਕੁਝ ਦੇਖਾਂ, ਤੇ ਇਹ ਦੇਖਣ ਤੋਂ ਬਾਅਦ ਵੀ ਆਪਣੇ ਗੁਰੂ ਦੇ ਦਿੱਤੇ ਹੋਏ ਕੰਮਾਂ ਨੂੰ ਭੁੱਲਾਂ ਨਾ, ਉਹਦੀ ਸੇਵਾ ਨਾ ਭੁੱਲਾਂ, ਮੈਂ ਸਭ ਕੁਝ ਕਰਦਿਆਂ ਹੋਇਆ, ਹਾਂਜੀ। ਇਹਦਾ ਮਤਲਬ ਇਹ ਨਹੀਂ ਹੈ ਕਿ ਸਾਰਾ ਕੁਝ ਬੰਦ ਕਰ ਦਿਆਂ ਮੈਂ ਸਾਰਾ, ਜਾਂ ਘਰ-ਬਾਰ ਛੋੜ ਕੇ ਚਲਾ ਜਾਵਾਂ ਕਿਧਰੇ ਹੋਰ, ਉਹ ਜੀ ਸੇਵਾ ਪ੍ਰਵਾਨ ਨਹੀਂ ਹੋਈ ਗੁਰੂ ਘਰ ਵਿੱਚ। ਉਹ ਬੜੀਆਂ ਸਾਖੀਆਂ ਹਨ, ਅਗਲੇ ਹਫ਼ਤੇ ਮੈਂ ਸੁਣਾ ਦਿਆਂਗਾ ਉਹ ਵੀ ਤੁਹਾਨੂੰ, ਉਹ ਜੀ ਜ਼ਿੰਦਗੀ ਨਾ ਪ੍ਰਵਾਨ ਹੋਈ ਹੈ ਇਸ ਘਰ ਵਿੱਚ, ਤੇ ਨਾ ਉਹ ਜੀ ਸੇਵਾ ਪ੍ਰਵਾਨ ਹੋਈ ਹੈ। ਸੇਵਾ ਇਹ ਪ੍ਰਵਾਨ ਹੋਈ ਹੈ ਕਿ ਸਭ ਕੁਝ ਕਰਦਿਆਂ ਹੋਇਆਂ, ਆਪਣੀ ਅੱਛੀ ਐਜੂਕੇਸ਼ਨ ਲੈਂਦਿਆਂ ਹੋਇਆਂ, ਸਭ ਕੁਝ ਕਰਦਿਆਂ ਹੋਇਆਂ, ਆਪਣਾ ਜੌਬ ਕਰਦਿਆਂ ਹੋਇਆਂ, ਜੇ ਡਾਕਟਰ ਬਣੇ ਹੋ ਤੇ ਬੈਸਟ ਡਾਕਟਰ ਬਣੋ, ਜੇ ਵਕੀਲ ਬਣੇ ਹੋ ਤੇ ਬੈਸਟ ਵਕੀਲ ਬਣੋ, ਲੇਕਿਨ ਇਤਨੇ ਬੈਸਟ ਵਕੀਲ ਨਾ ਹੋਵੇ ਕਿ ਵਕਾਲਤ ਵਿੱਚ ਹੀ ਤੁਹਾਡਾ ਸਾਰਾ ਟਾਈਮ ਚਲਾ ਜਾਏ, ਇਤਨਾ ਅੱਛਾ ਡਾਕਟਰ ਨਾ ਬਣ ਜਾਏ ਕਿਧਰੇ ਕਿ 24 ਘੰਟੇ ਡਾਕਟਰੀ ਕਰੇ ਤੇ ਕੀਰਤਨ ਹੀ ਨਾ ਸਿੱਖ ਪਾਏ ਕਿਧਰੇ, ਉਹ ਨਾ ਹੋਵੇ, ਬੈਲੈਂਸ ਹੋਵੇ ਲਾਈਫ ਵਿੱਚ, ਥੋੜਾ ਜਿਹਾ, ਥੋੜਾ ਟਾਈਮ ਜ਼ਰੂਰ ਕੱਢੇ ਇਸ ਬਾਰੇ, ਇਹਦੇ ਉੱਤੇ ਗੱਲ ਜ਼ਰੂਰ ਆਈ। I hope I was clear on that. ਗੁਰੂ ਨਾਨਕ ਸੁਰਿੰਦਰ ਜੀ, ਗੁਰੂ ਨਾਨਕ ਸਾਹਿਬ ਦਾ ਸ਼ਲੋਕ ਵੀ ਹੈਗਾ,
ਨਾਨਕ ਸਤਿਗੁਰੂ ਭੇਟੀਏ ਪੂਰੀ ਹੋਵੇ ਜੁਗਤ ਜੁਗਤ ਹਸੰਦਿਆਂ ਖਿਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚ ਹੋਵੇ ਮੁਕਤ ਮਤਲਬ ਸਭ ਕੁਝ ਕਰਦੇ ਹੋਏ ਮੁਕਤੀ ਪਾਣੀ ਹੈ ਫੈਮਿਲੀ ਚ ਰਹਿ ਕੇ ਖਾ ਕੇ ਹੱਸ ਕੇ ਖੇਡ ਕੇ एवरीथिंग कमा के एवरीथिंग करके मुक्त हो पर गलत रास्ते गलत राइटियसनेस बहुत जरूरी है बिल्कुल that is all we couldn't have said it more right so I hope Komal ji that question was answered and koi doubt na reh gaya hoye tode man ch thank you hanji two more question then we are done thank you so much the jehdi tusi references are describe kitte and you know that it was very very informative thank you for that my question though is not on that pori jehdi that you have just discussed it is about the jehdi Japji Sahib jehdi second pori hegi jehde jide context vich tusi das rahe sige to ਉਹਦੇ ਵਿੱਚ ਇੱਕ ਲਾਈਨ ਹੈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਏ ਤੇ I was reflecting on that line ਤੇ ਕਿਉਂਕਿ ਮੈਂ ਜਪਜੀ ਸਾਹਿਬ ਦਾ ਪਾਠ ਰੋਜ਼ ਕਰਨਾ ਤੇ ਇੱਕ towards the end I think ਪੌੜੀ ਨੰਬਰ 33 ਚ ਇੱਕ ਲਾਈਨ ਇੱਕ ਹੋਰ ਹੈ ਜਿਹਦੇ ਵਿੱਚ ਉੱਤਮ ਨੀਚ ਦਾ ਜ਼ਿਕਰ ਹੈ ਜਿਹਦੇ ਵਿੱਚ ਕਹਿੰਦੇ ਹੈਗੇ ਜਿਸ ਹੱਥ ਜੋਰ ਕਰ ਵੇਖੇ ਸੋਏ ਨਾਨਕ ਉੱਤਮ ਨੀਚ ਨਾ ਕੋਏ ਤੇ ਇਹ ਥੋੜਾ ਜਿਹਾ ਕਨਫਿਊਜ਼ਨ ਕਦੀ ਲੱਗ ਰਿਹਾ ਸੀ ਮੈਨੂੰ ਕਿ ਇਹ ਯੂ نو ਬੇਸਿਕਲੀ ਜੋ ਵੀ ਹੋ ਰਿਹਾ ਹੈਗਾ ਉਹਦੇ ਹੁਕਮ ਵਿੱਚ ਹੋ ਰਿਹਾ ਹੈਗਾ ਉਸ ਦੇ ਹੁਕਮ ਦੇ ਵਿੱਚ ਹੀ ਕੋਈ ਉੱਤਮ ਹੈ ਕੋਈ ਨੀਚ ਹੈ ਲੇਕਿਨ ਉਹ ਜਿਹੜਾ ਹੁਕਮ ਜਿੱਥੋਂ ਹੁਕਮ ਆ ਰਿਹਾ ਹੈਗਾ ਉਸ ਦੇ ਹੱਥ ਵਿੱਚ ਜਿਸ ਹੱਥ ਵੇਖੇ ਕਰ ਵੇਖੇ ਸੋਏ ਨਾਨਕ ਉੱਤਮ ਨੀਚ ਨਾ ਕੋਈ ਤੇ ਇਹ can you ਕਹਿਣ ਦਾ ਮਤਲਬ ਉੱਥੇ ਹੈ ਕਿ ਵੀਰ ਜੀ ਕਿ ਤੁਹਾਡੇ ਕਰਮਾਂ ਦੇ ਹਿਸਾਬ ਦੇ ਨਾਲ ਤੁਹਾਡੀ ਉੱਚਮਤਾ ਤੇ ਨੀਵੀਆਂਪਨ ਤੁਹਾਨੂੰ ਮਿਲਦਾ ਹੈ ਤੁਹਾਡੇ ਆਪਣੇ ਡੀਡਸ ਦੇ ਹਿਸਾਬ ਦੇ ਨਾਲ ਹੁਕਮ ਦਾ ਕਲਮ ਜਿਹੜੀ ਅੱਗੇ ਚੱਲਦੀ ਹੈ I can talk more about it next time when we meet though but bottom line ਉੱਥੇ ਇਹ ਹੈ ਕਿ ਹੁਕਮ ਉਹੀ ਕਰਦਾ ਹੈ ਜੋ ਤੁਸੀਂ ਚਾਹੁੰਦੇ ਹੋ ਹੁਕਮ ਕਰੇ ਹੁਕਮ ਪਾਰਸ਼ਲ ਨਹੀਂ ਹੈ ਕਿਸੇ ਨਾਲ ਹੁਕਮ 'ਚ ਕੋਈ ਹੁਕਮ ਇਹ ਨਹੀਂ ਹੈ ਕਿ ਹੁਕਮ ਨੂੰ you know ਨਰਿੰਦਰ ਜੀ ਜ਼ਿਆਦਾ ਪਸੰਦ ਹੈ ਤੇ ਤੁਸੀਂ ਪਸੰਦ ਨਹੀਂ ਜਾਂ ਮੈਨੂੰ ਜ਼ਿਆਦਾ ਪਸੰਦ ਹੈ ਮੇਰੇ ਉੱਤੇ ਤੇ ਕਮਲ ਜੀ ਹੁਕਮ ਨਾਲ ਕਿਸੇ ਦੀ ਦੁਸ਼ਮਣੀ ਨਹੀਂ ਕਿਸੇ ਨਾਲ ਹੁਕਮ ਸਭ ਕੁਝ ਸੇਮ ਹੈ ਸਭ ਵਾਸਤੇ ਸੋ ਇਹ ਮਤਲਬ ਇੱਥੇ ਇਹ ਹੈ ਦਾ ਕਿ ਹੁਕਮ ਕਰਦਾ ਉਹੀ ਜੋ ਤੁਸੀਂ ਚਾਹੁੰਦੇ ਹੁਕਮ ਕਰੇ ਕਿ ਤੁਸੀਂ ਹੁਣ ਇੱਕ ਬੰਦਾ ਹੈ ਜਿਹੜਾ ਆਪਣੀ ਉਦਮੀ ਹੋ ਕੇ ਇਸ ਪਾਸੇ ਟੁਰਦਾ ਹੈ ਠੀਕ ਤਰ੍ਹਾਂ ਕਰਦਾ ਹੈ ਕੰਮ ਆਪਣੇ ਜੀਵਨ ਸੁੱਚਾ ਰੱਖਿਆ ਹੋਇਆ ਹੈ ਹੁਕਮ ਉਹਦੇ ਤੇ ਮਿਹਰਬਾਨ ਹੋਏਗਾ ਉਹਨੂੰ ਉਚਮਤਾ ਮਿਲਣੀ ਹੈ ਨਾ ਤੇ ਇੱਕ ਬੰਦਾ ਉਹ ਹੈ ਜਿਹੜਾ ਨਹੀਂ ਕਰਦਾ ਉਹ ਕੰਮ ਜਿਹੜਾ ਇਸ ਪਾਸੇ ਨਹੀਂ ਐਫਰਟ ਕਰਦਾ ਥੋੜਾ ਜਿਹਾ ਫਿਰ ਉਹਦੇ ਉੱਤੇ ਹੁਕਮ ਘੱਟ ਮਿਹਰਬਾਨ ਹੁੰਦਾ ਹੁਕਮ ਆਪਣੇ ਆਪ ਵਿੱਚ ਪਾਰਸ਼ੈਲਿਟੀ ਨਹੀਂ ਹੈ ਕਿਧਰੇ ਹੁਕਮ ਦੀ एक गल याद है क्योंकि एक पिता एक कस के हम बार जी हुक्म ने करना वही है जो हुक्म ठीक समझदा है तुहाडे वास्ते तुहाडे कर्मां दे हिसाब दे नाल and we can talk about it more next time Veer ji okay thank you no problem एक Veer ji तुसी muted हो हां जी हुन ठीक है yeah Veer ji so I think we have I have asked this question in the past कि चंगे कर्म ते ਮਾੜੇ ਕਰਮਾਂ ਦਾ ਫਲ ਜੋ ਵੀ ਹੈ ਜਿਸ ਤਰ੍ਹਾਂ ਕਿ ਤੁਹਾਨੂੰ ਪ੍ਰਮਾਤਮਾ ਦੇ ਨੇੜੇ ਲੈ ਜਾਂਦਾ ਤੁਸੀਂ ਜਵਾਬ ਦਿੱਤਾ ਸੀ ਕਿ ਸਿੱਖ ਧਰਮ ਦੇ ਵਿੱਚ ਕਰਮਾਂ ਤੇ ਇੰਨਾ ਸਟ੍ਰੈਸ ਨਹੀਂ ਦਿੱਤਾ ਗਿਆ ਕਿ ਕਰਮ is not very important so after all these years I have thought about it and I always think कि karma to छुटकारा ही it's basically when you think that you are not the one doing the karma you ਦੀ ਪੂਰੀ ਨਿਵਰਤੀ ਹੋਗੀ ਨਾ ਫਿਰ ਤੇ ਉੱਥੇ ਜੇ ਉੱਥੇ ਉਹ ਥਿੰਕਿੰਗ ਆ ਗਈ ਤੁਹਾਡੇ ਚ ਤੇ ਫਿਰ ਤੇ ਹੋ ਰਹੀ ਨਹੀਂ ਨਾ so I interpret this line ਜਿਹੜੀ ਤੁਸੀਂ ਕਹਿ ਰਹੇ ਹੋ ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਤੇ ਆਇਆ ਕਿ ਧਿਆਨ ਪਹਿਲਾਂ ਪਰਮਾਤਮਾ ਦਾ ਧਿਆਨ ਨਾਮ पढ़ना नाम नु समझना नाम जपना that's the नाम जपना is the most important thing te us naal tode vich santokh aanda then you can serve right even serving him is also
only possible ਜਦੋਂ ਤੁਹਾਨੂੰ ਨਾਮਦਾਨ ਮਿਲੇ, right? So I interpret this as ਕਿ ਜਿਨੀ ਸੱਚੋ ਸੱਚ ਧਿਆਇਆ, ਜਿਹੜੇ ਉਸ ਪਰਮਾਤਮਾ ਨੂੰ ਸੱਚੇ ਨੂੰ ਧਿਆਉਂਦੇ ਨੇ, ਨਾਮ ਜਪਦੇ ਨੇ, ਉਹਨਾਂ ਦੇ ਵਿੱਚ ਸੰਤੋਖ ਉਪਜਦਾ ਹੈ ਤੇ ਫਿਰ ਉਹ ਸੇਵਾ ਕਰ ਸਕਦੇ ਨੇ, ਕਿਉਂਕਿ ਸੇਵਾ is not possible without I agree with you, but दोनों तरफ सच है ਗੱਲ, ਡੋਲਾ ਦੀਪਕ ਹੈ। ਤੇ ਜੇ ਕਵੇ ਕਿ ਮੈਂ ਧਿਆਇਆ ਨਹੀਂ ਹੁਣ ਤੱਕ, ਜੇ ਨਹੀਂ ਧਿਆਇਆ ਤੇ ਫਿਰ ਸੇਵਾ ਵਿੱਚ ਜੁੜ, ਸੇਵਾ ਕਰਨ ਨਾਲ ਉਹ ਗੁਣ ਉਪਜਦੇ ਹਨ, ਸੇਵਾ ਕਰਨ ਨਾਲ ਉਹ ਗੁਣ ਪੈਦਾ ਹੁੰਦੇ ਹਨ ਅੰਦਰੋਂ, ਜਿਹੜਾ ਅੰਦਰੋਂ ਬੰਦਾ ਇਨਕਰੇਜ ਹੁੰਦਾ ਧਿਆਨ ਨਾਲ। ਸੋ ਦੋਨੋਂ ਚੀਜ਼ਾਂ ਨਾਲ ਨਾਲ ਚੱਲਦੀਆਂ ਹਨ। ਇਹ ਸੋਚ ਲੈਣਾ ਕਿ ਜੇ ਨਹੀਂ ਕਰਾਂਗਾ ਤੇ ਮੈਂ ਨਹੀਂ ਸੇਵਾ ਕਰ ਸਕਾਂਗਾ, ਫਿਰ ਕਹੇਗਾ ਮੈਂ ਪੂਰੀ ਉਮਰ ਮੈਂ ਧਿਆਇਆ ਨਹੀਂ ਜਾਂ ਨਹੀਂ ਉਸ ਪਾਸੇ ਚੜ ਸਕਿਆ। ਕਈ ਵਾਰੀ ਗੁਣ ਪੈਦਾ ਕਰਨੇ ਬੜੇ ਇੰਪੋਰਟੈਂਟ ਹਨ। ਸੇਵਾ ਕਰਨ ਨਾਲ, ਨਿਸ਼ਕਾਮ ਸੇਵਾ ਕਰਨ ਨਾਲ ਉਹ ਗੁਣ ਪੈਦਾ ਹੋਣੇ, ਜਿਸ ਗੁਣ ਨਾਲ ਤੁਹਾਡੀ ਮਾਈਂਡਸੈਟ ਜਿਹੜਾ ਵੈ ਉਹਨੂੰ ਧਿਆਨ ਦਾ ਬਣੇ, ਉਹ ਵੀ ਗੱਲ ਜਿਹੜੀ ਹੈ ਪੂਰੀ ਉਤਰਦੀ ਉਹਦੇ ਉੱਤੇ, ਤੇ ਤੁਹਾਡੀ ਗੱਲ ਵੀ ਠੀਕ ਨਿਕਲਦੀ ਹੈ। ਗੁਰਬਾਣੀ ਅਥਾਹ ਸਾਗਰ ਹੈ, ਦੋਨੋਂ ਗੱਲਾਂ ਠੀਕ ਹਨ, ਦੋਨਾਂ ਦਾ ਕਿਧਰੇ ਰਾਈਟ ਇਕੁਇਲਿਬ੍ਰੀਅਮ ਹੈ ਦੋਨਾਂ ਦਾ ਕਿਧਰੇ, ਲੇਕਿਨ ਕਿਰਪਾ ਦਾ ਬਹੁਤ ਵੱਡਾ ਹਿੱਸਾ ਹੈ, so yeah, and then the question that Virji just asked about ਕਿ 33ਵੀਂ ਪੌੜੀ ਦੇ ਵਿੱਚ ਕਹਿ ਰਹੇ ਨਾਨਕ ਉੱਤਮ ਨੀਚ ਨਾ ਕੋਏ। One of the ways of understanding that is once you have reached that state, when you're now 33ਵੀਂ ਪੌੜੀ ਤੋਂ ਬਾਅਦ ਖੰਡਾਂ ਦੀ ਵਿਆਖਿਆ ਸ਼ੁਰੂ ਹੋ ਜਾਂਦੀ ਹੈ, ਉਸ ਤੋਂ ਬਾਅਦ then your Guru is explaining that journey, how are you going to, which state you're going to feel what. So Nanak Uttam Neech Na Koe is the state when you are at a point where everything is good, like iste hoye so nahi bura aure kaho kine kuch kar, right? So there's nothing that is happening without hukum. So Uttam Neech in the person ਜਿਹੜਾ Guru Nanak ਦੀ stage ਤੱਕ ਪਹੁੰਚ ਗਿਆ, ਉਹਨਾਂ ਨੂੰ ਗੁਣ ਔਗਣ, it's all ਪਰਮਾਤਮਾ ਦਾ ਹੁਕਮ। Yes, everything ਉੱਚ ਲੈਵਲ ਉੱਤੇ ਉਹ ਜਿਗਿਆਸੂ ਜਿਹੜਾ ਹੈ ਬੜਾ ਉੱਚ ਕੋਟੀ ਦਾ ਜਿਗਿਆਸੂ ਵਾਸਤੇ ਕੋਈ ਫਰਕ ਨਹੀਂ, ਸਭ ਕੁਝ ਜੋ ਹੋ ਰਿਹਾ ਉਹ ਸਾਈ ਭਲੀਕਾਰ, ਸਭ ਕੁਝ ਜੋ ਹੋ ਰਿਹਾ that's Guru, that is hukum. Yeah. So thank you, Virji. I got 2 answers and both are very, very relevant. Thank you so much. No. May I make a comment on the same podi ਜਿਹੜੀ ਤੁਸੀਂ question ਕੀਤਾ ਹੈ? ਤੇ ਜਿਸ ਤਰ੍ਹਾਂ ਤੁਸੀਂ ਪਹਿਲੇ ਕਿਹਾ ਹੈ ਕਿ ਕਰਮਾਂ ਨਾਲ ਹੀ ਉੱਤਮ ਨੀਚ, ਬਿਲਕੁਲ ਠੀਕ ਹੈ ਕਿ ਕਰਮ ਨਾਲ ਹੈ, we get what we have done in the past, that is what we suffer, and that's why we are ਉੱਤਮ ਨੀਚ, ਕੋਈ ਉੱਚਾ ਹੈ ਕੋਈ ਨੀਚਾ ਹੈ, ਕਿ ਜਿਹੜੇ ਤੁਹਾਡੇ past ਕਰਮ ਨੇ। ਪਰ ਜਿਹੜੀ ਇਹ ਜ਼ੋਰ ਵਾਲੀ ਪੌੜੀ ਤੁਸੀਂ ਕੋਟ ਕੀਤੀ ਹੈ, the way I understand is the last meaning ਕਿ ਜਿਸ ਹੱਥ ਜ਼ੋਰ ਕਰ ਵੇਖੇ ਸੋਏ ਨਾਨਕ ਉੱਤਮ ਨੀਚ ਨਾ ਕੋਏ, ਕਿ ਜਿਸ ਦੇ ਹੱਥ ਵਿੱਚ ਹੈ ਜ਼ੋਰ ਉਹ ਕਰਕੇ ਦੇਖ ਲੈ, उसके सामने कोई उच्चा नीचा नहीं है, कोई भी अपना जोर नहीं लगा सकता। I think that's how I interpret this last line. That's fine. Yeah, that's okay. ਜਪਜੀ ਦੀਆਂ ਪੌੜੀਆਂ ਜਿਹੜੀਆਂ ਹਨ, ਅਗੇਨ ਜਿਹੜੀਆਂ ਹਨ, it's very critical that ਕਿਸ context ਵਿੱਚ ਆਈਆਂ ਹਨ ਔਰ ਕਿਹੜੀ ਡਿਸਕਸ਼ਨ ਉੱਤੇ ਪਹਿਲੇ ਆ ਚੁੱਕੀ ਹੈ, ਅੱਗੇ ਕਿਹੜੀ ਆਣੀ ਹੈ, so ਉਸ context ਦੇ ਵਿੱਚੋਂ ਲੈਣਾ ਹੈ। complex web ਹੈ ਸਾਰਾ ਇਹ ਬੜਾ, ਇਹ ਮਤਲਬ ਕਿ ਕੋਈ ਥ੍ਰੈਡ ਨਹੀਂ ਹੈ ਉਹ ਜੀ ਕਿ ਉਹਦਾ ਹੁਕਮ ਪਛਾਣਨਾ ਮੁਸ਼ਕਿਲ ਹੈ। ਕਰਮਾਂ ਦੇ ਉੱਤੇ ਬਹੁਤਾ ਜ਼ੋਰ ਨਹੀਂ ਦਿੱਤਾ ਗਿਆ ਗੁਰਸਿੱਖੀ ਜਾਂ ਆਲਵੇਜ਼ ਸੇ ਦਿਸ, ਕਰਮ ਬੰਦਾ ਫਿਰ ਵੀ ਕਰਦਾ ਹੈ ਅੱਛੇ, ਲੇਕਿਨ ਬਖਸ਼ਿਸ਼ ਜ਼ਿਆਦਾ ਇੰਪੋਰਟੈਂਟ ਹੈ ਕਰਮਾਂ ਨਾਲੋਂ, ਉਹਦੀ ਕਿਰਪਾ ਜ਼ਿਆਦਾ ਇੰਪੋਰਟੈਂਟ ਹੈ। ਉਹ ਤਾਂ ਹੋ ਸਕਦੀ ਹੈ ਜੇ ਹੋਣ ਦੀ ਫੀਲਿੰਗ ਘੱਟ ਹੋਵੇ ਤੇ, ਬਟ ਮਨਜੀਤ ਜੀ, ਯੂ ਆਰ ਐਬਸੋਲੂਟਲੀ ਰਾਈਟ what you just said. I agree with that also. So when we reach that point though, when we discuss that body, whenever that is, we'll see when it comes through, but I'm going to stop here if nobody has any questions. Gurinder ji, ek mera question. ਹਾਂਜੀ, ਤੁਸੀਂ ਇੱਕ ਜਗ੍ਹਾ ਤੇ ਕਿਹਾ ਕਿ ਜਿੱਤ ਜਦ ਹੁੰਦੀ ਹੈ ਹਮੇਸ਼ਾ ਕਹਿੰਦੇ ਮੇਰੀ ਜਿੱਤ ਨਹੀਂ ਹੈ, ਜਿੱਤ ਕਰਤਾਰ ਦੀ ਹੈ, ਤੇ ਹਾਰ ਜੇ ਹੋਏ ਤੇ ਹਾਰ ਉਹਦਾ ਕੀ? ਹਾਰ ਨੂੰ ਹਾਰ ਨਹੀਂ ਮੰਨਦੇ ਨਾ, ਹਾਰ ਵਾਲੇ ਉਹਦੇ ਹਾਰ ਦਾ ਵਰਡ ਜਿਹੜਾ ਵਾ ਉਹਦੇ ਹੁਕਮ ਵਿੱਚ ਮੰਨਦੇ ਹਨ ਉਸ ਚੀਜ਼ ਨੂੰ ਨਾ। ਉਹ ਹਾਰ ਉਹਨਾਂ ਦੇ ਲਫ਼ਜ਼ ਹੈ ਹੀ ਨਹੀਂ ਨਾ ਉਹਨਾਂ ਕੋਲ ਕੋਈ, ਉਹਨਾਂ ਦੀ ਹਮੇਸ਼ਾ ਜਿੱਤ ਹੈ ਪਰਮਾਤਮਾ ਦੇ ਨਾਮ ਜਿੱਤਣ ਵਾਲਿਆਂ ਦੀ, ਉਹ ਹਾਰ ਕੇ ਵੀ ਜਿੱਤ ਜਾਂਦੇ ਹਨ।
ਕਿਉਂਕਿ ਉਹ ਦੇਖਦੇ ਹੀ ਹਨ, ਉਹ ਦੇਖਦੇ ਹੀ ਨਹੀਂ ਨਾ ਹਾਰ ਜਿੱਤ ਨੂੰ। ਸੋ ਫॉर एग्जांपल ਜੇ ਬੈਠ ਕੇ ਦਿੱਲੀ ਉਹਨਾਂ ਨੇ ਸੀਸ ਦਿੱਤਾ 9ਵੇਂ ਗੁਰੂ ਨੂੰ, ਤੇ ਉਹਦੇ ਵਿੱਚ ਵੀ ਜਿੱਤ ਹੈ ਉਹਨਾਂ ਦੀ, ਹਾਰ ਨਹੀਂ ਹੈ ਕਿਧਰੇ। ਉਹ ਹਾਰ ਨਹੀਂ ਹੈ, ਉਹ ਹਾਰ ਨਹੀਂ ਹੈ। ਸੋ ਹਾਰ ਵਾਲਾ ਕਨਸੈਪਟ, ਜਿੱਤਣ ਵਾਲਾ ਕਨਸੈਪਟ ਹੋਮ ਵਾਲਾ ਕਨਸੈਪਟ ਹੈ, ਹੋਮ ਵਾਲੇ ਦੇ ਅੰਦਰ ਆਂਦਾ ਹੈ। ਸੋ ਜੋ ਹੋਮ ਤੋਂ ਉੱਪਰਲੀ ਜਿਹੜੀ ਅਵਸਥਾ ਹੈ ਉਹਦੇ ਵਿੱਚ ਹਾਰ ਜਿੱਤ ਤੇ ਉਤਰਲੀ ਅਵਸਥਾ ਹੈ। ਮਤਲਬ ਕਿ suddenly you feel Sumit ji ki everything that's happening is right for you. It's nothing could have happened that is better, even though right now you feel this might not be the right thing for you. ਇਹ ਹੁਣ ਸਮਝਾਣਾ ਮੁਸ਼ਕਿਲ ਹੈ ਬੜਾ, ਔਰ ਇਹ ਅਵਸਥਾ ਜਿਹੜੀ ਹੈ ਹੁਣ, ਇਹ ਗੁਰੂ ਕਰੇ ਕਦੀ ਜਦੋਂ ਚਿੜ ਚਲਦੇ ਹਨ ਇਸ ਰਸਤੇ ਤੇ, ਮੈਂ ਹਰ ਆਨਸਰ ਮੇਰੇ ਕੋਲ ਨਹੀਂ ਹੈ ਸੁਮੀਤ ਜੀ ਮੇਰੇ ਕੋਲ। all I can say is ਕਿ ਇੱਕ ਸਟੇਜ ਆਂਦੀ ਹੈ ਕਿ ਜਦੋਂ ਤੁਹਾਨੂੰ ਲੱਗਦਾ ਹੈ ਕਿ ਇਹ ਜੋ ਹੋ ਰਿਹਾ ਤੇ ਬੈਸਟ ਹੈ, ਇਸ ਤੋਂ ਬੈਸਟ ਤੇ ਹੋ ਹੀ ਨਹੀਂ ਸਕਦਾ ਸੀ ਕਦੀ ਕੋਈ। ਔਰ ਇਹ ਜ਼ਿੰਦਗੀ ਦੇਖ ਲੈਣਾ, ਕਦੀ ਕਈ ਵਾਰੀ ਹੁੰਦੀਆਂ ਗੱਲਾਂ ਇਹੋ ਜਿਹੀਆਂ, ਮੇਰੇ ਨਾਲ ਤੇ ਬੜੀ ਵਾਰੀ ਹੁੰਦੀਆਂ ਕਿ ਅੱਜ ਤੋਂ 30 ਸਾਲ ਪਹਿਲੇ ਕੋਈ ਗੱਲ ਹੋ ਗਈ, ਜਦੋਂ ਹੋਈ ਸੀ ਤੇ ਬੜਾ ਰੋਸ਼ ਹੋਇਆ ਬੜੇ ਮੇਰੇ ਅੰਦਰ, ਇਹ ਕਿਉਂ ਹੋ ਗਿਆ, ਇਹ ਗਲਤ ਸੀ ਬੜਾ, how come this happened, and then you look back 30 years ago, ਚੰਗਾ ਹੋਇਆ ਇਹ ਨਾ ਹੁੰਦਾ ਤੇ ਇਹ ਸਭ ਚੀਜ਼ਾਂ ਹੁੰਦੀਆਂ, ਜਿੰਨਾ ਹੁੰਦਾ ਤੇ ਠੀਕ ਹੋਇਆ ਜੋ ਹੋਇਆ ਮੇਰੇ ਨਾਲ। ਸੋ ਇਹ ਲੇਕਿਨ ਭਗਤ ਜਨਾਂ ਨੂੰ ਉਸ ਵੇਲੇ ਹੀ ਪਤਾ ਲੱਗ ਜਾਂਦਾ। ਸੋ anyway, I think we'll continue talking about a little bit and then we'll move on to the next podi though. But bottom line ਇਹ ਹੈ ਕਿ ਹੁਕਮ ਦੀ ਬੁੱਝ ਨਾਲ ਹਉਮੈ ਨਹੀਂ ਆਂਦੀ ਤੇ ਹਉਮੈ ਦੀ ਬੁੱਝ ਨਾਲ ਹੁਕਮ ਸਮਝਣਾ easy ਹੋ ਜਾਂਦਾ। I think we have talked enough about this subject. Hanji Virji, I have one. People talk about last question. Last question. I'm just seva, the word itself, ਉਹਦੇ ਵਿੱਚ ਨਿਮਰਤਾ ਹੈ, because seva and volunteerism is not the same thing, correct? ਸੇਵਾ ਵਿੱਚ ਕਈ ਗੁਣ ਹੋਣੇ ਚਾਹੀਦੇ ਨੇ। we will address this issue next week ਕਿ ਸੇਵਾ ਮੈਂ ਰਿਮਾਈਂਡ ਕਰ ਦੇਣਾ ਕਿ ਸੇਵਾ ਵਿੱਚ ਕਈ ਇੱਕ ਐਸੈਂਸ਼ੀਅਲ ਐਲੀਮੈਂਟਸ ਹੁੰਦੇ ਨੇ ਸੇਵਾ ਦੇ, ਉਹ ਜ਼ਰੂਰ ਹੋਣੇ ਚਾਹੀਦੇ ਨੇ ਉਹਦੇ ਵਿੱਚ। ਜੇ ਸੇਵਾ ਵੀ ਹੋਣ ਦੇ ਆਸਰੇ ਕੀਤੀ ਹੈ ਤੇ ਫਿਰ ਗਿਆ ਕੰਮ, ਫਿਰ ਉੱਥੇ ਦੇ ਉੱਥੇ ਹੀ ਖੜਾ ਕੰਮ ਫਿਰ ਸਾਰਾ। ਸੇਵਾ ਹੋਣ ਦੇ ਆਸਰੇ ਨਹੀਂ ਹੋਣੀ ਚਾਹੀਦੀ, ਹੁਕਮ ਦੇ ਆਸਰੇ ਹੋਣੀ ਚਾਹੀਦੀ ਹੈ। ਸੋ ਉਹਦੇ ਸਰਟਨ ਇਨਗਰੀਡੀਐਂਟਸ ਹਨ ਸੇਵਾ ਦੇ, ਜਿਹੜੇ ਉਹ ਇਨਗਰੀਡੀਐਂਟਸ ਹੋਣੇ ਚਾਹੀਦੇ ਨੇ ਉਹ ਵਾਲੇ। ਜੇ ਉਹ ਇਨਗਰੀਡੀਐਂਟਸ ਨਹੀਂ ਹਨ ਤੇ ਤੁਸੀਂ 30 ਸਾਲ ਸੇਵਾ ਕਰਨ ਤੋਂ ਬਾਅਦ ਹੀ ਪ੍ਰਮਾਤਮਾ ਦੇ ਨੇੜੇ ਨਹੀਂ ਆਓਗੇ, ਪ੍ਰਮਾਤਮਾ ਸ਼ਾਇਦ ਦੂਰ ਹੀ ਚਲੇ ਜਾਓ, ਸੋ ਉਹ ਸੇਵਾ ਨਹੀਂ ਹੈ। ਸੋ we'll talk about it more. Okay ji, thank you everybody for coming ji. Vahiru ji Khalsa, Vahiru ji ki Fateh. I'll stay here for another 30 seconds and then I'll leave. Surinder ji, ਇੱਕ ਗੱਲ ਗੜਬੜ ਹੋਈ, ਕਲਾਸ ਇੰਜ ਮੁੱਕ ਗਈ ਜਿਵੇਂ 5 ਮਿੰਟਾਂ ਚ ਮੁੱਕ ਗਈ। You know how long has been, by the way? It's almost 1 hour and I know, but it seems like ਤੁਸੀਂ ਕਿਹਾ ਹੁਣ ਬਸ ਮੈਂ ਅਖੀਰ ਤੇ ਮੈਂ ਕਿਹਾ ਓਏ ਇੰਨੀ ਛੇਤੀ 1 hour and 27 minutes so ਪਤਾ ਨਹੀਂ। ਅੱਛਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਥੈਂਕ ਯੂ ਜੀ, ਥੈਂਕ ਯੂ ਜੀ। So a polite reminder though ਕਿ ਜਿਨ੍ਹਾਂ ਨੇ workshop join ਕਰਨੀ ਹੈ next Saturday ਤੇ ਉਹ you must pay VG for your fees as soon as possible। ਹਾਂਜੀ, ਜਿਨ੍ਹਾਂ ਨੇ ਦੇ ਦਿੱਤੇ that's great, ਜਿਨ੍ਹਾਂ ਨੇ join ਕਰਨੀ ਹੈ ਤੇ ਉਹ make sure that you pay him though, so that makes my life a lot easier। ਹਾਂਜੀ, so thank you so much। ਕਿੰਨੇ ਵਜੇ ਹੈਗੀ ਹੈ ਕਲਾਸ ਅਗਲੇ ਸੈਟਰਡੇ? 7:30 PM Eastern। ਅੱਛਾ ਠੀਕ ਹੈ, ਥੈਂਕ ਯੂ। ਹਾਂਜੀ ਹਾਂਜੀ, okay ji, Vahiru Khalsa, Vahiru ji ki Fateh ji। Vahiru ji Khalsa, Vahiru ji ki Fateh। Thank you always. Thank you so much. Thank you ji, thank you। Thank you.